ਮਰਜ਼ੀ ਆ ਉਦਾਂ ਪਹੁੰਚ ਗਈ, ਪਰਮਾਤਮਾ ਨੇ ਦੇ ਰਿਹਾ ਜੀ, ਇਹ ਤੇ ਰੌਲਾ ਪੈਣਾ ਪੈਣਾ। ਨਹੀਂ ਕੋਈ ਨਹੀਂ, ਬਹੁਤ ਇਹ ਲੁਕਾ ਨਹੀਂ ਸਕਦੇ ਇਸ ਚੀਜ਼ ਨੂੰ, ਹਨਾ? ਨਹੀਂ ਬਿਲਕੁਲ ਠੀਕ ਹੈ। ਔਰ ਲੁਕਾਉਣਾ ਨਾਲੇ ਨਜਰ ਸਾਹਿਬ ਸਾਨੂੰ ਕੋਈ ਚਾਹੀਦਾ ਵਾ ਇੱਥੇ ਦੱਸਣ ਦਾ ਮਤਲਬ ਇਹੋ ਹੀ ਆ ਕਿ ਕੁਝ ਅੱਗੇ ਆ ਤੇ ਕੋਈ ਪਿੱਛੇ ਆ, ਆਪਾਂ ਚੱਲਣ ਦੇ ਆ ਤੇ ਉਹ ਥੋੜੀ ਹੈਲਪ ਮਿਲ ਜੇ ਕਿਸੇ ਨੂੰ। ਹਾਂ, ਉਤਸ਼ਾਹਿਤ ਹੋ ਜਾਂਦਾ ਹੈ, ਜਿਹੜਾ ਉਤਸ਼ਾਹ ਆ ਜਾਂਦਾ ਹੈ, ਬਸ ਇੰਨਾ ਹੀ ਹੈਗਾ ਬਈ, ਹੋਰ ਕੀ ਹੈ। ਔਰ ਨਜਰ ਸਾਹਿਬ ਇਹ ਵੈਸੇ ਵੀ ਇਹ ਜਿਹੜੀ ਚੀਜ਼ ਆ ਅਸਲ ਦੇ ਵਿੱਚ ਪਤਾ ਕੀ ਹੁੰਦਾ ਵਾ, ਅਸਲ ਚ ਸਹੀ ਤਰੀਕੇ ਨਾਲ ਲੋਕਾਂ ਨੂੰ ਦੱਸੀ ਵੀ ਨਹੀਂ ਗਈ। ਉਹਦਾ ਕਾਰਨ ਪਤਾ ਕੀ, ਤੁਹਾਨੂੰ ਬਤਾਦਾ, ਤੁਹਾਨੂੰ ਸਾਰਿਆਂ ਨੂੰ ਹੋਇਆ ਕੀ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਕੋਈ ਦਿਨ ਦਾ ਇੰਤਜ਼ਾਰ ਕੀਤਾ, ਜਿੱਦਣ ਉਹਨਾਂ ਨੇ ਜਨੇਊ ਪਾਉਣਾ ਸੀ ਨਾ, ਤੇ ਉਹ ਕਹਿੰਦੇ ਕਿ ਜਨੇਊ ਰੈਡੀ ਹੋ ਕੇ ਸਾਰੇ ਲੋਕ ਆ ਗਏ, ਸਾਰੀ ਭੀੜ ਇਕੱਠੀ ਹੋਈ, ਕੋਈ ਵੇਟ ਕਰ ਰਹੀ ਸੀ ਖਾਸ ਕਰਕੇ ਇਸ ਦਿਨ ਦਾ। ਇਕੱਠ ਚਾਹੀਦਾ ਸੀ ਉਹਨਾਂ ਨੂੰ, ਜ਼ਿਆਦਾ ਤੋਂ ਜ਼ਿਆਦਾ ਲੋਕ ਉਹਨਾਂ ਨੂੰ ਇਕੱਠ, ਹਾਂ ਉਹ ਇਕੱਠ ਚਾਹੀਦਾ ਸੀ ਕਿ ਉਹ ਬੰਦੇ ਸਾਰੇ ਉੱਥੇ ਵਿਟਨੈਸ ਹੋਣ, ਸਾਰਿਆਂ ਦੇ ਸਾਹਮਣੇ ਇਹ ਫੈਲ ਜੇ ਖਬਰ, ਕਿਉਂਕਿ ਬੰਦਿਆਂ ਨੂੰ ਡਰਾਇਆ ਜਾਂਦਾ ਨਾ। ਦੇਖੋ ਧਰਮ ਚੱਲਦਾ ਪਤਾ ਕਿੱਦਾਂ ਹੈ, ਇਹ ਮਜ਼ਹਬ ਤੇ ਧਰਮ ਚ ਦੋ ਅੰਤਰ ਹੁੰਦੇ ਨੇ। ਆਮ ਲੋਕ ਸੋਚਦੇ ਨੇ ਮਜ਼ਹਬ ਹੀ ਧਰਮ ਹੈ, ਧਰਮ ਅਲੱਗ ਹੈ ਤੇ ਮਜ਼ਹਬ ਅਲੱਗ ਹੈ। ਉਹ ਮਜ਼ਹਬ ਜਿਹੜਾ ਹੁੰਦਾ ਨਿੱਜਰ ਸਾਹਿਬ, ਉਹ ਹੁੰਦਾ ਸਾਡੇ ਪਹਿਰਾਵੇ ਨਾਲ, ਸਾਡੇ ਬਾਹਰੀ ਰੂਪ ਨਾਲ। ਇਹ ਧਰਮ ਦਾ ਮਤਲਬ ਹੁੰਦਾ ਹੈ ਅੰਦਰੋਂ। ਬਿਲਕੁਲ, ਧਰਮ ਦਾ ਮਤਲਬ ਉਹ ਬੰਦਾ ਜੋ ਗਰੀਬ ਨਾਲ, ਅਮੀਰ ਨਾਲ, ਜਾਨਵਰਾਂ ਨਾਲ, ਪਰਿੰਦਿਆਂ ਨਾਲ, ਪੌਦਿਆਂ ਦੇ ਨਾਲ ਕਿੱਦਾਂ ਦਾ ਵਿਵਹਾਰ ਕਰ ਰਿਹਾ, ਉਹ ਧਾਰਮਿਕ ਇਨਸਾਨ ਹੈ ਨਿੱਜਰ ਸਾਹਿਬ। ਧਰਮ ਦਾ ਮਤਲਬ ਨਹੀਂ ਕਿ ਬਾਹਰੀ ਕੀ ਹੈ ਭੇਸ। ਇਹ ਠੱਗਾਂ ਨੇ ਕਿਸੇ ਤਰ੍ਹਾਂ ਦਾ ਕਬਜ਼ਾ ਕਰ ਲੈਂਦੇ ਨੇ। ਲੋਕ ਇਹ ਕਹਿੰਦੇ ਬਾਹਰੀ ਭੇਸ ਬਦਲ ਕੇ ਨਾ ਇਹ ਨਿੱਜਰ ਸਾਹਿਬ ਧਾਰਮਿਕ ਬਣ ਜਾਂਦੇ ਨੇ, ਔਰ ਇੱਥੋਂ ਫਿਰ ਪਖੰਡ ਸ਼ੁਰੂ ਹੋ ਜਾਂਦਾ ਹੈ। ਔਰ ਇਹ ਧਰਮ ਤਿੰਨਾਂ ਚੀਜ਼ਾਂ ਤੇ ਚੱਲਦਾ ਪਿਆ। ਸਭ ਤੋਂ ਪਹਿਲਾਂ ਨਰਕ ਬਣਾਤਾ ਇਹਨਾਂ ਨੇ, ਫਿਰ ਸਵਰਗ ਬਣਾਤਾ, ਫਿਰ ਬੰਦਿਆਂ ਨੂੰ ਡਰਾਤਾ। ਔਰ ਉਸ ਤੋਂ ਬਾਅਦ ਇੱਕ ਬੰਦਾ ਆ ਜਾਂਦਾ ਵਾ, ਉਹ ਕਹਿੰਦਾ ਮੈਂ ਤੁਹਾਡਾ ਗੁਰੂ ਬਣੂੰਗਾ, ਪਰਮਾਤਮਾ ਮੇਰੀ ਹੀ ਗੱਲ ਸੁਣਦਾ, ਹੋਰ ਨਹੀਂ ਕਿਸੇ ਦੀ ਸੁਣਦਾ। ਵੇਖੋ ਨਿੱਜਰ ਸਾਹਿਬ, ਏਦਾਂ ਹੀ ਗੇਮ ਚੱਲਦੀ। ਬਿਲਕੁਲ, ਉਹ ਤੇ ਸਮਝ ਲਓ ਕਿ ਉਹ ਕਹਿੰਦਾ ਕਿ ਬੈਂਕ ਦਾ ਮੈਨੇਜਰ ਮੈਂ ਵਾਂ, ਜਦ ਤੱਕ ਮੈਂ ਨਹੀਂ ਸਾਈਨ ਕਰੂੰਗਾ ਤੁਸੀਂ ਪਹਿਲਾਂ ਮੈਨੂੰ ਮੱਥਾ ਟੇਕਣਾ ਹੈ, ਮੈਂ ਵੱਡਾ ਵਾਂ ਗੁਰੂ ਤੋਂ ਪਹਿਲਾਂ, ਤੇ ਮੈਂ ਗੁਰੂ ਪਰਮਾਤਮਾ ਵੀ ਲਾਗੇ ਖਲੋਤਾ ਹੋਊਗਾ, ਉੱਥੇ ਮੈਂ ਵੀ ਖਲੋਤਾ ਹੋਊਗਾ, ਤੁਸੀਂ ਮੇਰੇ ਪੈਰਾਂ ਨੂੰ ਹੱਥ ਲਾਉਣਾ। ਦੇਖੋ ਨਿੱਜਰ ਸਾਹਿਬ, ਇਦਾਂ ਦੀਆਂ ਕਹਾਣੀਆਂ ਜੋੜ ਦਿੰਦੇ ਨੇ ਲੋਕ। ਬਿਲਕੁਲ ਬਿਲਕੁਲ ਬਿਲਕੁਲ, ਹਾਂ ਏਡੇ ਸ਼ਰਾਰਤੀ ਲੋਕ। ਚਲੋ ਇਹ ਜ਼ਰੂਰੀ ਹੈ ਗੱਲਾਂ ਕਰਨੀਆਂ ਸਾਧ ਸੰਗਤ ਜੀ, ਆਪਾਂ ਨਾ ਦੱਸਾਂਗੇ ਤੇ ਕਿੰਨੇ ਦੱਸਣੀਆਂ। ਇਹ ਗੇਮ ਹੈ ਸਾਰੀ। ਉਹ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਤੇ ਆਏ, ਫਿਰ ਉਹਨਾਂ ਨੇ ਬੜੀ ਕਰਾਰੀ ਸੱਟ ਮਾਰੀ, ਕਿਉਂਕਿ ਉਹ ਨਾ ਹੁਣ ਵੀ ਤੁਸੀਂ ਵੇਖੋ ਆਮ ਹੀ ਬੰਦਾ ਕਿੰਨਾ ਡਰਪੋਕ ਆ। ਉੱਥੇ ਗੁਰਦੁਆਰੇ ਚ ਜੋਤ ਪਈ ਹੈ, ਉੱਥੇ ਵੇਖੋ ਲੱਖਾਂ ਟਨ ਸਾਲ ਦਾ ਨਾ ਘਿਓ ਚੜ੍ਹਦਾ, ਕੋਈ ਇਹ ਲੋਕ ਤੁਹਾਨੂੰ ਦੱਸਦੇ ਨਹੀਂ ਕਿ ਨਾ ਚੜੋ, ਕਿਉਂਕਿ ਉੱਥੇ ਕਮਾਈ ਆ। ਬਿਲਕੁਲ, ਆਪ ਦੇਖੋ ਕੋਈ ਵੀ ਚੀਜ਼ ਹੁੰਦੀ ਆ ਉਹਦੇ ਪਿੱਛੇ ਕਾਰਨ ਨੂੰ ਤੁਸੀਂ ਲੱਭਣਾ ਹੈ ਨਾ। ਤੁਸੀਂ 2-3 ਸਵਾਲ ਕੀਤੇ ਨਾ ਤੇ ਉਹਨਾਂ ਕਹਿਣਾ ਨਾ ਨਾ ਇਹ ਪਾਪ ਹੈਗਾ, ਇਹ ਨਾ ਸਵਾਲ ਕਰੋ ਸਾਡੇ, ਕਿਉਂਕਿ ਉਹਦੇ ਪਿੱਛੇ ਰੀਜ਼ਨ ਲੱਭੋ। ਦੇਖੋ ਧਰਮ ਪਰਮਾਤਮਾ ਨਾ ਮੂਰਖਾਂ ਦੇ ਲਈ ਕਿਤੇ ਵੀ ਰਾਹ ਨਹੀਂ ਖੋਲਦਾ। ਪਰਮਾਤਮਾ ਕਹਿੰਦਾ ਹੈ ਤੂੰ ਆਪਣੀ ਬੁੱਧੀ ਵਰਤ, ਤੈਨੂੰ ਇਹ ਪਤਾ ਕਿ ਕਿਹੜੀ ਸਬਜ਼ੀ ਖਾਣੀ ਆ, ਕਿਹੜੀ ਨਹੀਂ ਖਾਣੀ ਆ, ਕਿਹੜਾ ਕੱਪੜਾ ਪਾਉਣਾ, ਕਿਹੜਾ ਨਹੀਂ ਪਾਉਣਾ, ਤੈਨੂੰ ਪਾਉਣ ਦਾ ਪਤਾ, ਤੈਨੂੰ ਬੋਲਣ ਦਾ ਪਤਾ, ਤੈਨੂੰ ਸੁਣਨ ਦਾ ਪਤਾ। ਪਰ ਧਰਮ ਦੇ ਮੈਟਰ ਚ ਤੂੰ ਇੰਨਾ ਮਤਲਬ ਇੱਕ ਤੇ ਹੁੰਦਾ ਨਾ ਕਿ ਤੂੰ ਇੰਨਾ ਅੰਧ ਵਿਸ਼ਵਾਸੀ ਹੋ ਜਾਣਾ, ਅਗਿਆਨੀ ਕਹਿ ਲਓ। ਹਾਂ ਇਹ ਨਿੱਜਰ ਸਾਹਿਬ ਪਤਾ ਕੀ ਕਰਦੇ, ਤੁਹਾਨੂੰ ਕਹਿੰਦੇ ਵਿਸ਼ਵਾਸ ਕਰੋ। ਤੁਸੀਂ ਅੱਖਾਂ ਬੰਦ ਕਰਕੇ ਕਿਸ਼ਤੀ ਚ ਬਹਿ ਜਾਓ, ਅਸੀਂ ਤੁਹਾਨੂੰ ਲੈ ਜਾਵਾਂਗੇ। ਇਹ ਕਿੱਥੋਂ ਦਾ ਤਰੀਕਾ? ਜਦ ਕਿ ਬਾਣੀ ਤੇ ਸਾਰੀ ਕਹਿੰਦੀ ਆ ਕਿ ਇਹ ਸਬਰ ਹੀ ਤੇਰਾ, ਕਿਸੇ ਨੂੰ ਤੇ ਮਤਲਬ ਹੀ ਨਹੀਂ, ਤੂੰ ਖੁਦ ਚੱਲਣਾ, ਤੈਨੂੰ ਖੁਦ ਚੱਲਣਾ ਪੈਣਾ। ਕਿਤੇ ਬਾਣੀ ਚ ਲਿਖਿਆ ਕਿ ਅੱਖਾਂ ਬੰਦ ਕਰਕੇ ਬਹਿ ਜਾਓ ਬੇੜੇ ਚ, ਅਗਲਾ ਬੰਦਾ ਤੁਹਾਨੂੰ ਬਚਾ ਕੇ ਤੁਸੀਂ ਯੂਨੀਵਰਸਿਟੀ ਚੱਲ ਜਾਓ, ਪੈਸੇ ਨੇ ਤੁਹਾਨੂੰ ਡਾਕਟਰ ਬਣਾ ਦੇਣਾ। ਕਿਤੇ ਲਿਖਿਆ ਨਾ? ਬਾਣੀ ਤਾਂ ਕਹਿੰਦੀ ਟਣਕਾ ਕੇ ਪਾਏ, ਦੇਖ ਟਣਕਾ ਕੇ ਦੇਖ ਲੈ, ਜੀਵਨ ਤੇਰਾ ਹੈਗਾ। ਅਗਲੇ ਨੂੰ ਟਣਕਾ ਕੇ ਦੇਖ ਵੀ ਉਹਦੇ ਕੋਲ ਕੁਛ ਹੈਗਾ ਤੇ ਤਾਂ ਉਹਦੇ ਮਗਰ ਲੱਗੀ। ਕਿੰਨਾ ਬਾਣੀ ਰੌਲਾ ਪਾਉਂਦੀ ਹੈ, ਇੱਕ ਬੰਗਲਾ ਵੀ ਹੈਗਾ, ਇੱਕ ਹੰਸ ਵੀ ਹੈਗਾ। ਬਾਰ-ਬਾਰ ਕਿਉਂ ਕਹਿੰਦੀ ਪਈ ਹੈ ਬਾਣੀ? ਕਿਉਂਕਿ ਤੂੰ ਨਕਲੀ ਛੱਡਣਾ ਨਹੀਂ ਆ, ਬਹੁਤ ਔਖਾ। ਪੁਰਾਣਾ ਹੈ, ਹੱਥ ਦੀਆਂ ਕੜੀਆਂ ਨੇ ਬੜੀਆਂ ਖੂਬਸੂਰਤ, ਸੋਨੇ ਦੀਆਂ, ਹੀਰੇ ਲਾਏ ਹੋਏ ਨੇ ਅਗਲਿਆਂ ਨੇ, ਬੜੇ ਤਗੜੇ ਹੀਰੇ। ਉਹ ਬ੍ਰੇਨ ਵਾਸ਼ ਕੀਤੇ ਨੇ ਤੁਹਾਡੇ ਸਾਰਿਆਂ ਦੇ, ਉੱਥੋਂ ਤੇ ਹਿੱਲਣਾ ਨਹੀਂ ਚਾਹੁੰਦੇ। ਇੱਥੇ ਸਾਧ ਸੰਗਤ ਜੀ ਦੇਖੋ, ਇੱਕ ਗੱਲ ਯਾਦ ਰੱਖਣੀ, ਜਿਹੜਾ ਤੁਹਾਡਾ ਅਨੁਭਵ ਨਹੀਂ ਹੈਗਾ, ਜੋ ਉਹ ਹੈ ਹੀ ਨਹੀਂ। ਇਤਿਹਾਸ ਦੋ ਚੀਜ਼ਾਂ ਤੇ ਬਣਦਾ। ਧਰਮ ਜਦੋਂ ਵੀ ਕੋਈ ਧਰਮ ਕਹਿ ਲਓ ਜਾਂ ਮਜ਼ਹਬ ਕਹਿ ਲਓ, ਮਜ਼ਹਬ ਨੂੰ ਜਦੋਂ ਕੋਈ ਸ਼ੁਰੂਆਤ ਕਰਦਾ ਹੈ ਨਾ,
ਉਹਦੇ ਚ ਦੋ ਗੱਲਾਂ ਹੁੰਦੀਆਂ, ਇੱਕ ਹੁੰਦਾ ਇਤਿਹਾਸ ਤੇ ਇੱਕ ਹੁੰਦਾ ਮਿਥਿਹਾਸ। ਮਿਥਿਹਾਸ ਜਿਹੜਾ ਵਰਤਿਆ ਵੀ ਹੁੰਦਾ ਨਾ ਗੁਰੂਆਂ ਨੇ, ਕੇਵਲ ਸਮਝਾਉਣ ਲਈ ਵਰਤਿਆ ਹੁੰਦਾ, ਕੋਈ ਉੱਚ ਸ਼ਕਤੀਆਂ ਦੀ ਗੱਲਾਂ ਨਹੀਂ ਕੀਤੀਆਂ ਹੁੰਦੀਆਂ, ਕੇਵਲ ਸਮਝਾਉਣ ਦੇ ਲਈ। ਉਸ ਸਧਾਰਨ ਬੁੱਧੀ ਨਹੀਂ ਸਮਝਦੀ ਉਹਨੂੰ ਗੱਲ, ਮਤਲਬ ਕਹਿਣਗੇ ਕਿ ਚੋਰੀ ਨਹੀਂ ਕਰਨੀ। ਏਦਾਂ ਹੁਣ ਆਮ ਬੰਦੇ ਨੂੰ ਕਹੋਗੇ ਚੋਰੀ ਨਹੀਂ ਕਰਨੀ, ਉਹ ਮੰਨੂਗਾ ਥੋੜੀ ਚੋਰੀ ਨਹੀਂ ਕਰਨੀ। ਉਹਨਾਂ ਕੀ ਕਹਿਣਾ, ਇੱਕ ਬੰਦਾ ਸੀ ਉਹਨੇ ਚੋਰੀ ਕੀਤੀ, ਉਹ ਚੋਰੀ ਦੇ ਪੈਸੇ ਘਰੇ ਲੈ ਗਿਆ, ਉਹਨੇ ਘਰ ਪਾਲਿਆ, ਫਿਰ ਚੋਰਾਂ ਉਹ ਚੋਰੀ ਦੇ ਪੈਸਿਆਂ ਨਾਲ ਮੱਝਾਂ ਲੈਣ ਦੀਆਂ, ਫਿਰ ਮੱਝਾਂ ਕਿੰਨੀਆਂ ਇਕੱਠੀਆਂ ਹੋ ਗਈਆਂ, ਫਿਰ ਹੜ੍ਹ ਆਇਆ, ਸਾਰੀਆਂ ਮੱਝਾਂ ਤੇ ਘਰ ਵੀ ਰੁੜ ਗਿਆ। ਜਿਹੜੇ ਸਾਹਿਬ ਏਦਾਂ ਹੀ ਕਰਦੇ ਨਾ ਉਹ ਗੱਲਾਂ। ਕਹਿਣ ਤੋਂ ਭਾਵ ਉਹ ਹੀ ਸਮਝਾਉਣਾ ਚਾਹੁੰਦੇ ਆ ਚੋਰੀ ਕਰਨੀ ਮਾੜੀ ਚੀਜ਼ ਆ। ਬਾਕੀ ਉਹ ਰੁੜੀਆਂ ਕਿ ਨਹੀਂ ਰੁੜੀਆਂ ਉਹ ਏਡੀ ਗੱਲ ਨਹੀਂ ਇੰਪੋਰਟੈਂਟ, ਗੱਲ ਸਮਝਾਉਣਾ ਕੀ ਚਾਹੁੰਦੇ ਆ। ਪਰ ਆਮ ਲੋਕ ਕੀ ਕਰਦੇ ਆ, ਸ਼ਰਾਰਤੀ ਲੋਕ, ਉਹ ਕਹਿਣਗੇ ਕਿ ਤੁਹਾਡੀਆਂ ਆਹ ਚੀਜ਼ਾਂ ਪੂਰੀਆਂ ਹੋ ਜਾਣਗੀਆਂ, ਫਲਾਨੀਆਂ ਪੂਰੀਆਂ ਹੋ ਜਾਣਗੀਆਂ, ਏਦਾਂ ਕਰ ਦਊਂਗਾ, ਬਾਬੇ 'ਚ ਬੜੀ ਸ਼ਕਤੀ ਹੈ, ਬਾਬੇ ਨੇ ਫਲਾਣੇ ਨੂੰ ਪਤਾ ਨੀ ਕੀ ਕਰਤਾ, ਬਾਬੇ ਨੇ ਢਿਮਕੇ ਨੂੰ ਪਤਾ ਨੀ ਕੀ ਕਰਤਾ। ਇਹ ਸਭ ਜਿਹੜੀਆਂ ਗੱਲਾਂ ਜੋੜ ਕੇ, ਕਿਉਂਕਿ ਬੰਦੇ ਨੂੰ ਜੋੜਨ ਦੇ ਲਈ ਕੋਈ ਕਾਰਨ ਚਾਹੀਦਾ। ਪਹਿਲਾਂ ਬੰਦੇ ਨੂੰ ਡਰਾਓ ਕਿ ਹਾਂ ਬਈ ਤੈਨੂੰ ਨਰਕ 'ਚ ਜਾਣਾ ਪਊਗਾ। ਉਹ ਆਤਮ ਗਿਆਨ ਕਿਤਾਬ 'ਚ ਕਹਾਣੀ ਲਿਖੀ ਮੈਂ ਭੇਡਾਂ ਵਾਲੀ। ਪਹਿਲਾਂ ਪ੍ਰਚਾਰ ਕਰਕੇ ਫਿਰ ਡਰਾਉਣਾ, ਫਿਰ ਉਹਦੇ ਮਨ ਤੇ ਕਬਜ਼ਾ ਕਰ ਲੈਣਾ। ਉਹਨੂੰ ਕਹਿੰਦੇ ਮਾਨਸਿਕ ਗੁਲਾਮੀ, ਪਰ ਉਹਨੂੰ ਕਹਿੰਦੇ ਬ੍ਰੇਨ ਵਾਸ਼ ਕਹਿੰਦੇ। ਵੈਸੇ ਇਹ ਬ੍ਰੇਨ ਵਾਸ਼ ਇੰਨਾ ਖਤਰਨਾਕ ਜੀ ਸਾਧ ਸੰਗਤ ਜੀ। ਪਾਕਿਸਤਾਨ ਦੇ ਵਿੱਚ ਜਿਹੜੇ ਜਿਹਾਦ ਕਰਦੇ ਨੇ ਲੋਕ, ਉਹ ਲੋਕਾਂ ਨੂੰ ਮਾਰ ਕੇ ਸਵਰਗ 'ਚ ਜਾਣਾ ਚਾਹੁੰਦੇ ਨੇ। ਦੇਖ ਲਓ ਆਪ, ਇੰਨਾ ਖਤਰਨਾਕ ਬ੍ਰੇਨ ਵਾਸ਼। ਇਹੀ ਪ੍ਰਚਾਰ ਕਰਦੇ ਆ ਉਹ ਲੋਕ, ਬਿਲਕੁਲ ਪ੍ਰਚਾਰ ਕਰਦੇ ਆ ਅਗਲੇ ਦੇ, ਬਿਲਕੁਲ ਜਿਹੜਾ ਬ੍ਰੇਨ ਵਾਸ਼ ਕਰ ਦਿੰਦੇ ਆ। ਤੇ ਬੰਦਾ ਪੁੱਛੇ ਜਿਹੜਾ ਤੁਹਾਨੂੰ ਕਹਿੰਦਾ ਵਾ ਕਿ ਵੀ ਇੱਥੇ ਬੰਬ ਬੰਨ ਕੇ ਚੱਲ ਜਾ। ਮੇਰੇ ਕੋਲ ਨਾ ਵੀਡੀਓ ਹੈਗੀ ਹੈ ਸ਼ਾਇਦ, ਜਿਹੜੀ ਉਹ ਬੰਬੇ ਮੁੰਡੇ ਆਏ ਸੀ ਨਾ, ਦੋ ਭਰਾ ਸੀ। ਉਹ ਕਹਿੰਦਾ ਤੇਰਾ ਭਰਾ ਸਵਰਗ 'ਚ ਚਲ ਗਿਆ, ਹੁਣ ਤੂੰ ਵੀ ਇੱਥੇ ਜਾਣਾ। ਤੇ ਬੰਦਾ ਪੁੱਛੇ ਤੂੰ ਦੱਸਣ ਦੇ, ਤੂੰ ਕੋ ਨੀ ਚੱਲ ਜਾਂਦਾ ਜਿੱਡਾ ਵਧੀਆ ਸਵਰਗ। ਬਿਲਕੁਲ, ਇਹਦਾ ਮਤਲਬ ਤੂੰ ਦੂਜਿਆਂ ਨੂੰ ਤੇ ਭੇਜਣ ਦਿਆ, ਤੂੰ ਆਪ ਕਿਉਂ ਨੀ ਜਾਣਦੇ? ਇਹ ਲੋਕ ਪਤਾ ਕੀ ਕਰਦੇ ਆ, ਇਹ ਲੋਕ ਇਹ ਪਖੰਡ ਤੇ ਧਰਮ ਦਾ ਪਤਾ ਕੀ, ਧਰਮ ਦਾ ਮਤਲਬ ਹੁੰਦਾ ਅੰਦਰ। ਉਹ ਤੁਹਾਡੇ ਘਰੇ ਇੱਕ ਬੰਦਾ ਧਾਰਮਿਕ ਹੋਣਾ ਤੁਹਾਨੂੰ ਪਤਾ ਹੀ ਨਹੀਂ ਨਾ, ਕਿਉਂਕਿ ਉਹ ਬਾਹਰੀ ਨਹੀਂ ਹੈਗਾ। ਉਹ ਦਿਖਾਵਟ ਉਹਦੀ ਬਿਲਕੁਲ ਹੀ ਸਿੰਪਲ। ਉਹਦੇ ਹਿਰਦਾ ਬਹੁਤ ਚੰਗਾ ਹੋਊਗਾ, ਦਇਆ ਕਰਦਾ ਹੋਊਗਾ, ਜਾਨਵਰਾਂ ਨੂੰ ਅਤਿਆਚਾਰ ਨਹੀਂ ਕਰਦਾ ਹੋਊਗਾ, ਕਿਸੇ ਨੂੰ ਗਾਲਾਂ ਨਹੀਂ ਕੱਢਦਾ ਹੋਊਗਾ, ਆਪਣੀ ਮਿਹਨਤ ਕਰਕੇ ਰਕਸ਼ਾ ਚਲਾ ਕੇ ਸ਼ਾਮ ਨੂੰ ਪੈਸੇ ਕਮਾ ਕੇ ਘਰੇ ਕੱਢਦਾ ਹੋਊਗਾ। ਉਹ ਧਾਰਮਿਕ ਇਨਸਾਨ ਆ। ਹੋ ਸਕਦਾ ਕਿ ਉਹਨੇ ਕਕਾਰ ਨਾ ਪਾਏ ਹੋਣ, ਹੋ ਸਕਦਾ ਕਿ ਉਹ ਤੁਹਾਡੇ ਨੂੰ ਲੁੱਕ ਨਾ ਹੋਵੇ, ਬੜੇ ਸੋਹਣੇ ਕੱਪੜੇ ਨਾ ਪਾਏ ਹੋਣ, ਬਾਹਰੋਂ ਦਿਖਾਵੇ, ਪਰ ਅੰਦਰੋਂ ਧਾਰਮਿਕ ਆ। ਪਰ ਨਿੱਜਰ ਸਾਹਿਬ, ਪਰ ਆਪਾਂ ਤੇ ਜਦੋਂ ਬਾਹਰੀ ਭੇਸ ਨੂੰ ਬਦਲਾਂਗੇ ਤੇ ਨਿੱਜਰ ਸਾਹਿਬ ਫਿਰ ਉਹ ਧਰਮ ਤੇ ਨਹੀਂ ਹੁੰਦਾ, ਪਖੰਡ ਬਣ ਜਾਂਦਾ ਫਿਰ। ਬਿਲਕੁਲ। ਔਰ ਇਹ ਪਖੰਡੀ ਫਿਰ ਇੱਕ ਕਰਦੇ ਆ ਨਿੱਜਰ ਸਾਹਿਬ, ਇਹ ਧਰਮ ਦੇ ਬੜੀਆਂ ਪਾਵਰਾਂ ਤੇ ਕੰਟਰੋਲ ਕਰਦੇ ਆ। ਬਾਹਰੋਂ ਰੂਪ ਬਦਲਣ ਦੀ ਕਿਹੜੀ ਗੱਲ, ਉਹ ਤੇ ਕਿਹੜਾ ਖਰਚਾ। ਬਿਲਕੁਲ। ਪਰ ਬਾਣੀ ਕਹਿੰਦੀ ਹੈ ਕਿ ਬੰਗਲੇ ਹੈਗੇ, ਇਹਨਾਂ ਬੰਗਲਿਆਂ ਤੋਂ ਬਚਣਾ ਹੈ ਆਪਾਂ, ਠੀਕ ਹੈ। ਤੇ ਇਹ ਦੋ ਹੀ ਚੀਜ਼ਾਂ ਹੁੰਦੀਆਂ ਸਾਧ ਸੰਗਤ ਦੀ, ਇੱਕ ਹੁੰਦੀ ਆਸਥਾ, ਇੱਕ ਹੁੰਦੀ ਸ਼ਰਧਾ। ਜਿਹੜੀ ਸ਼ਰਧਾ ਹੁੰਦੀ ਹੈ ਨਾ, ਉਹ ਹੁੰਦੀ ਸਾਡੀ ਮਾਂ ਬਾਪ ਨਾਲ ਸ਼ਰਧਾ ਹੋਣੀ, ਦੇਸ਼ ਦੇ ਨਾਲ, ਆਪਣੀ ਕੌਮ ਦੇ ਨਾਲ ਸ਼ਰਧਾ ਹੁੰਦੀ। ਆਸਥਾ ਹੁੰਦੀ ਬੜੀ ਖਤਰਨਾਕ। ਇਹ ਬੰਦੇ ਕੋ ਪਤਾ ਕੀ ਕਰਦੇ ਆ, ਇਹ ਤੁਹਾਡੀਆਂ ਅੱਖਾਂ ਖੋਲ ਲੈਂਦੇ ਨੇ, ਤੁਹਾਡੀ ਬੁੱਧੀ ਖੋਲ ਲੈਂਦੇ ਨੇ। ਕਹਿੰਦੇ ਤੁਸੀਂ ਨਾ ਸੋਚੋ, ਤੁਸੀਂ ਸਵਾਲ ਨਾ ਕਰੋ, ਬਸ ਭੇਡਾਂ ਵਾਂਗੂ ਸਾਡੇ ਕੋ ਆ ਕੇ ਬਹਿ ਜਾਇਆ ਕਰੋ, ਅਸੀਂ ਜੋ ਕਹਿ ਦਿੱਤਾ ਉਹੀ ਸੱਚ ਹੈ। ਔਰ ਅਕਸਰ ਆਪ ਦੇਖੋਗੇ ਤੁਹਾਡੇ ਆਲੇ ਦੁਆਲੇ ਬਹੁਤ ਸਾਰੀਆਂ ਭੇਡਾਂ ਤੁਰੀਆਂ ਫਿਰਦੀਆਂ, ਕਿਉਂਕਿ ਉਹਨਾਂ ਕੋਲ ਸੈਂਸ ਨਹੀਂ ਹੈਗੀ। ਜੇ ਉਹਨਾਂ ਸਵਾਲ ਕੀਤਾ ਤੇ ਉਹਨੇ ਕਹਿਣਾ ਨਾ 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 ਤੁਹਾਨੂੰ ਪਾਪ ਲੱਗੂਗਾ। ਓਦਾਂ ਤੇ ਕਹਿੰਦੇ ਸੀ ਇੱਥੇ ਉਹ ਜਦ ਤੱਕ ਉਹ ਮੁੰਡਾ ਅੱਗ ਨਹੀਂ ਲਾਉਂਦਾ ਉਹਨਾਂ ਚਿਰ ਸਵਰਗ 'ਚ ਨਹੀਂ ਜਾਂਦਾ। ਹੁਣ ਕਿੰਨੇ ਕੋਵਿਡ ਦੇ ਨਾਲ ਬੰਦੇ ਮਰੇ ਆ ਨਿੱਜਰ ਸਾਹਿਬ, ਉਹਨਾਂ ਦੀ ਕਿਰਿਆ ਕਿਹੜੀ ਪੂਰੀ ਹੋਈ ਹੈ? ਉਹ ਕਿੱਧਰ ਗਏ? ਉਹ ਸਾਰੇ ਨਰਕਾਂ 'ਚ ਗਏ। ਫਿਰ ਇਹ ਨਿੱਜਰ ਸਾਹਿਬ ਇਹੀ ਹੈ ਦੁਨੀਆ ਤਾਂ। ਉਹਨਾਂ ਦੀ ਆਰਤੀ ਕਿਹਨੇ ਕੀਤੀ? ਉਹਨਾਂ ਦਾ ਚੌਥਾ ਕਿਹਨੇ ਕੀਤਾ? ਉਹ ਕਿੱਧਰ ਗਏ? ਉਹਨਾਂ ਨੂੰ ਤਾਂ ਗੁਰਕੀ ਸਾਹਿਬ ਉਹ ਤਾਂ ਜਿਹੜੇ ਨਾ ਟੱਚ ਵੀ ਨਹੀਂ ਕਰ ਰਹੇ ਨਾ। ਉਹ ਤਾਂ ਮੈਂ ਦੇਖਿਆ ਇੱਕ ਵੀਡੀਓ ਜਿਹੜਾ ਹੈਗਾ, ਉਹ ਤਾਂ ਉਹ ਕ੍ਰੇਨ ਦੇ ਵਿੱਚ ਜਿਹੜਾ ਹੈਗਾ ਲੋਡ ਕਰਕੇ ਜਿਹੜਾ ਹੈਗਾ ਉਹ ਡਾਇਰੈਕਟ ਕ੍ਰੇਨ ਨੇ ਖੱਡੇ 'ਚ ਸੁੱਟਿਆ, ਉੱਪਰੋਂ ਕੱਪੜੇ ਸੁੱਟ ਕੇ ਉਹ ਦੱਬ ਦਿੱਤਾ। ਮਿੱਟੀ ਵੀ ਕ੍ਰੇਨ ਨੇ ਹੀ ਪਾਈ ਹੈ। ਹਾਂ, ਤੇ ਉਹ ਵੇਖੋ ਹੁਣ ਕਿੰਨਾ ਪਰਮਾਤਮਾ ਨੇ ਕੀ ਪਾਲਿਸੀ ਚੇਂਜ ਕਰਤੀ ਹੈ। ਬਸ ਇਹ ਸਾਨੂੰ ਸੋਚਣ ਦੀ ਲੋੜ ਆ। ਇਹ ਜਦੋਂ ਵੀ ਧਰਤੀ ਤੇ ਕੋਈ ਗਿਆਨੀ ਮਨੁੱਖ ਪੈਦਾ ਹੁੰਦਾ, ਸਭ ਤੋਂ ਪਹਿਲਾਂ ਤੇ ਸਾਨੂੰ ਇਹਨਾਂ ਬੇਵਕੂਫੀਆਂ ਤੋਂ ਰੋਕਦਾ।
ਕਿ ਭਈ ਇਹ ਨਾ ਕੰਮ ਕਰੋ, ਇਹ ਜਿਹੜਾ ਤੁਸੀਂ ਕਰਨ ਦੇ ਜੇ ਏਦਾਂ ਹੀ ਕੁਝ ਉਹਨੂੰ ਕਬੀਰ ਜੀ ਨੂੰ ਕੀ ਲੋੜ ਪਈ ਰੌਲਾ ਪਾਉਣ ਦੀ? ਉਹ ਕੱਲਾ ਜੀ ਕਹਿ ਰਹੇ ਨੇ ਕਿ ਮੈਂ ਕੱਲਾ ਔਖਤ ਘਾਟੀ ਪਹਾੜ ਤੇ ਮੈਂ ਚੜ ਰਿਹਾ, ਮਤਲਬ ਕਿ ਮੈਂ ਲੋਕਾਂ ਦੇ ਪਖੰਡ ਨਹੀਂ ਮੰਨਦਾ ਪਿਆ। ਉਹ ਤਾਂ ਕਬੀਰ ਜੀ ਕਹਿੰਦੇ ਕਿ ਜੇ ਮਾਰਗ ਪੰਡਤ ਗਏ ਪਾਛੇ ਪੜੀ ਬਹੀਰ, ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਆ ਲਓ ਕਰੋ ਗੱਲ। ਉਹ ਕਹਿੰਦੇ ਆ ਕਿ ਸਿੱਲ ਦੀ ਪੂਜਾ ਕਰਨ ਵਾਲੀ ਬਹੀਰ ਆ ਪਹਾੜਾਂ, ਉਹ ਲੱਖਾਂ ਕਰੋੜਾਂ ਲੋਕ ਬੈਠੇ ਆ, ਔਰ ਕਈ ਲੋਕ ਤੁਹਾਡੇ ਆਂਢ ਗੁਆਂਢ ਮਿਲਣਗੇ ਜਿਹੜੇ ਕਿਸੇ ਦੇਹਧਾਰੀ ਪਖੰਡੀ ਨੂੰ ਆਪਣਾ ਗੁਰੂ ਸਮਝਦੇ ਨੇ ਔਰ ਉਹਦੇ ਥਰੂ ਪ੍ਰਮਾਤਮਾ ਕੋਲ ਪਹੁੰਚਣਾ ਚਾਹੁੰਦੇ ਨੇ। ਉਹ ਐਸਾ ਸੜਿਆ ਪਲੱਗ ਆ, ਜੇ ਤੁਸੀਂ ਪਾ ਲਿਆ ਨਾ ਆਪਣੇ ਜੀਵਨ ਚ, ਤੁਹਾਡਾ ਜੀਵਨ ਨਸ਼ਟ ਹੀ ਕਰ ਦੇਣਾ ਉਹਨੇ, ਪੱਕਾ ਕਰ ਦੇਣਾ। ਉਹ ਤੇ ਹੈ ਹੀ ਨਹੀਂ ਆ। ਅੱਛਾ ਨਿਜਰ ਸਾਹਿਬ, ਕਿੰਨੇ ਚਿਰ ਦੇਖੋ ਤੁਹਾਡੀ ਅਵਸਥਾ ਬਣੀ, ਕਿੰਨੇ ਸਾਲ ਤੁਸੀਂ ਉਹ ਕਿਰਿਆ ਕੀਤੀ ਹੈ, ਇਹ ਜਸਟ ਸੋਚੋ ਕਿ ਉਹ ਮਾਰਗ ਕੀ ਹੈ। ਉਹ ਤੇ ਕੋਈ ਬਾਹਰ ਦੇ ਨਾਲ ਤੇ ਲੈਣਾ ਦੇਣਾ ਨਹੀਂ ਉਹਦਾ। ਨਹੀਂ ਬਿਲਕੁਲ ਸਹੀ ਗੱਲ। ਤੁਸੀਂ ਜਿੰਨਾ ਛੱਡੀ ਜਾ ਰਹੇ ਜੋ, ਦੱਸੋ ਹੁਣ ਤੁਸੀਂ ਜਿਹੜੀ ਚੀਜ਼ ਛੱਡਦੇ ਜੋ, ਚਾਹੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਉਹਦੀ ਅਵਸਥਾ ਉੱਚੀ ਨਹੀਂ ਹੋ ਰਹੀ? ਬਿਲਕੁਲ ਹੋਈ ਜਾ ਰਹੀ ਹੈ। ਉਹ ਤੇ ਕਹਿੰਦਾ ਛੱਡ ਦੇ ਹੱਥ, ਜਿੰਨਾ ਤੂੰ ਸਰਾਈ ਚ ਹੱਥ ਛੱਡੇਗਾ ਨਾ, ਢਿੱਲਾ ਕਰੇਗਾ, ਫੁੱਲੀਆਂ ਤੇਰੇ ਹੱਥੋਂ ਨਿਕਲਦੀਆਂ ਜਾਣਗੀਆਂ, ਦੂਜੀ ਤਰਫ ਮੈਂ ਤੈਨੂੰ ਮੁਕਤੀ ਦਿੰਦਾ। ਇਹ ਨਿਜਰ ਸਭ ਸਾਡਾ ਹੀ ਕਸੂਰ ਆ, ਕੁਦਰਤ ਮਨਾ ਥੋੜੀ ਕਰਨ ਦੀ। ਬਿਲਕੁਲ। ਔਰ ਇਹ ਨਹੀਂ, ਇਹ ਲੋਕ ਤੇ ਕਹਿੰਦੇ ਨਾ ਕਿ ਤੁਹਾਨੂੰ ਅਗਲੇ ਜਨਮ ਚ ਮਿਲੂਗਾ, ਅਗਲਾ ਜਨਮ ਨਹੀਂ, ਹੁਣ ਜੇ ਨਹੀਂ ਦੇਖਿਆ ਨਿਜਰ ਸਾਹਿਬ, ਬਾਅਦ ਚ ਕਿਨੇ ਕੀ ਵੇਖਣਾ? ਨਾ 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 ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਸ ਆਹੀ ਹੈਗਾ, ਇਹੀ ਤਾਪਤ ਕਰਮ ਭੂਮੀ ਦੇ ਵਿੱਚ ਤਾਂ ਹੁਣ ਹੈਗੇ ਖੇਤ ਸਰੀਰ ਜੋ ਬੀਜੇ ਸੋ ਅੰਤ ਖਲੋਇਆ ਆਏ, ਉਹੀ ਅੱਗੇ ਆਉਣਾ ਹੈ ਆਪਣੇ। ਹਾਂ, ਤੇ ਸੋ ਏਦਾਂ ਗੱਲਾਂ ਮੈਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਤੇ ਅੱਜ ਆਪਾਂ ਜਿਹੜੇ ਹੈਗੇ ਆ, ਜਦ ਤੱਕ ਗੋਰਖੀ ਸਾਹਿਬ ਥੋੜੇ ਬਿਜ਼ੀ ਆ, ਮੈਂ ਦੱਸ ਦੇਵਾਂ ਜੀ, ਅਸੀਂ 37ਵਾਂ ਜਿਹੜਾ ਹੈਗਾ ਉਹ ਸੰਸਕ੍ਰਿਤੀ ਸ਼ਲੋਕ ਆਪਾਂ ਨੇ ਲੈਣਾ ਹੈ। 1357 ਅੰਗ ਦੇ ਉੱਤੇ ਜਿਹੜੇ ਹੈਗੇ 37 ਨੰਬਰ ਜਿਹੜਾ ਹੈਗਾ ਉਹ ਲਵਾਂਗੇ, ਜਿਹਦੇ ਵਿੱਚ ਕਿ ਇਸ ਤੋਂ ਪਹਿਲਾਂ ਆਪਾਂ ਨੇ 36 ਲਏ ਸੀਗੇ। 36 ਦੇ ਵਿੱਚ ਜਿਹੜਾ ਹੈਗਾ ਮਹਾਰਾਜ ਜਿਹੜੇ ਹੈਗੇ ਆ, ਉਹਨਾਂ ਨੇ ਦੱਸਿਆ ਸੀ ਵੀ ਜਤ ਕਤੈ ਤਤੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ, ਸਰਬੱਤਰ ਰਮਣੰ ਗੋਬਿੰਦੈ ਨਾਨਕ ਲੇਪ ਛੇਪ ਨਾ ਲਿਪਿਅਤੇ। ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀ ਜਿਹੜਾ ਇਨਸਾਨ ਜਿਹੜਾ ਭਗਤੀ ਕਰਨ ਵਾਲਾ ਹੈਗਾ, ਉਹਨੂੰ ਜਿੱਥੇ ਕਿੱਥੇ ਵੀ ਜਿਹੜਾ ਹੈਗਾ ਜਤ ਕਤੈ ਤਤੈ ਦ੍ਰਿਸ਼ਟੰ, ਜਿੱਥੇ ਵੀ ਸਵਰਗ ਮਿਰਤ ਪਤਾਲ, ਹਰੇਕ ਜਗ੍ਹਾ ਤੇ ਉਹ ਮਾਲਕ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜਤ ਕਤੈ ਤਤੈ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕ ਹੈ, ਸਰਬੱਤਰ ਰਮਣੰ ਗੋਬਿੰਦੈ ਨਾਨਕ ਲੇਪ ਛੇਪ ਨਾ ਲਿਪਿਅਤੇ। ਸਾਰੀ ਜਗ੍ਹਾ ਤੇ ਉਹ ਗੋਬਿੰਦ ਪਰਮਾਤਮਾ ਰਮਣ ਕਰ ਰਿਹਾ ਹੈ, ਮਾਲਕ ਪਰਮਾਤਮਾ, ਜਿਨ੍ਹਾਂ ਨੂੰ ਹਰੇਕ ਦੇ ਅੰਦਰ ਹਰ ਜਗ੍ਹਾ ਤੇ ਇਹ ਜਿਹੜੀ ਹੈਗੀ ਆ ਆਕਾਰ ਦੇ ਵਿੱਚ ਜਿਹੜੇ ਹੈਗੇ ਆ ਪਦਾਰਥਾਂ ਦੇ ਵਿੱਚ ਜਿਹੜੇ ਹੈਗੇ ਜੀਵਾਂ ਦੇ ਵਿੱਚ ਉਹ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ। ਉਹਨੂੰ ਜਿਹੜੀ ਹੈਗੀ ਆ ਮਾਇਆ ਜਿਹੜੀ ਹੈਗੀ ਆ, ਇਹ ਮਾਇਆ ਦਾ ਜਿਹੜਾ ਹੈਗਾ ਇਹ ਵਿਸ਼ੇ ਵਿਕਾਰ ਜਿਹੜੇ ਹੈਗੇ ਟੱਚ ਨਹੀਂ ਕਰਦੇ। ਲੇਪ ਛੇਪ ਨਾ ਲਿਪਤੇ, ਨਹੀਂ ਲਿਪਤ ਹੁੰਦਾ ਉਹ। ਤੇ ਇਸ ਤੋਂ ਅੱਗੇ ਜਿਹੜਾ ਹੈਗਾ 37ਵਾਂ ਸ਼ਲੋਕ, ਵਿਖਿਆ ਭਯੰਤ ਅਮਰਤੰਗ ਦ੍ਰਿਸ਼ਟਾ ਸਖਾ ਸਵਜਨੈ। ਹੁਣ ਦੇਖੋ ਇਹਦੇ ਵਿੱਚ ਜਿਹੜੇ ਹੈਗੇ ਆ ਮਹਾਰਾਜ ਕਹਿ ਰਿਹਾ ਵੀ ਵਿਖਿਆ ਭਯੰਤ ਅਮਰਤੰਗ। ਵਿਖਿਆ ਜਿਹੜੀ ਹੈਗੀ ਆ, ਜੋ ਇਹ ਵਿਖਿਆ ਕਿਹਨੂੰ ਕਹਿ ਰਹੀ? ਬਾਣੀ ਵਿਖਿਆ ਕਹਿੰਦੀ ਹੈ ਜੋ ਵੀ ਦੁਨੀਆ ਦੇ ਵਿੱਚ ਮਾਲਕ ਪਰਮਾਤਮਾ ਨੇ ਪਦਾਰਥ ਜਿਹੜੇ ਪਾਏ ਹੋਏ ਆ, ਜੋ ਵੀ ਜਿਨ੍ਹਾਂ ਦੇ ਨਾਲ ਆਪਾਂ ਨੂੰ ਛਣਿਕ ਜਿਹੜੇ ਸੁੱਖ ਦਿੰਦੇ ਆ ਆਪਾਂ ਨੂੰ, ਇਹ ਦੁਨਿਆਵੀ ਪਦਾਰਥ, ਦੁਨਿਆਵੀ ਜਿਹੜੇ ਰਸਕਰ, ਸਾਰੇ ਜਿਹੜੇ ਦੁਨਿਆਵੀ ਜਿਹੜੇ ਹੈਗੇ ਆ ਆਪਣੇ ਜਿਹੜੇ ਹੈਗੇ ਸਾਖ ਸੰਬੰਧੀ ਸਾਰੇ ਦੇ ਸਾਰੇ ਜਿਹੜੇ ਹੈਗੇ ਆ, ਕਹਿੰਦੇ ਇਹ ਜਿਹੜੇ ਹੈਗੇ ਆ ਇਹ ਵਿਖਿਆ ਭਯੰਤ ਅਮਰਤੰਗ। ਹੁਣ ਵਿਖਿਆ ਜਿਹੜੀ ਹੈਗੀ ਇਹ ਅੰਮ੍ਰਿਤ ਕਿਵੇਂ ਹੋ ਜਾਏਗੀ? ਇਹ ਜਿਹੜੀ ਹੈਗੀ ਇੱਕ ਜਗ੍ਹਾ ਮਹਾਰਾਜ ਨੇ ਜਿਹੜਾ ਹੈਗਾ ਇਹ ਦੱਸਿਆ ਆ ਪੌੜੀ ਦੇ ਵਿੱਚ,
ਔਰ ਗੁਰੂ ਨਾਨਕ ਸਾਹਿਬ ਦੀ ਪੌੜੀ ਹੈਗੀ ਸੋਠ ਰਾਗ ਦੇ ਵਿੱਚ 648 ਦੇ ਵਿੱਚ ਅੰਗ ਦੇ ਉੱਤੇ ਮਹਾਰਾਜ ਕਹਿੰਦੇ ਤਿਨਕਾ ਖਾਦਾ ਪੌੜੀ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਬਸ ਕੰਡੀਸ਼ਨ ਆ ਹੈਗੀ ਆ ਭਾਈ, ਕਿਉਂਕਿ ਇਹ ਜਿਹੜਾ ਹੈਗਾ ਮਾਇਆ ਜਿਹੜੀ ਹੈਗੀ ਆ, ਇਹ ਵਿਖਿਆ ਜਿਹੜੀ ਹੈਗੀ ਆ, ਇਹਦੇ ਬਗੈਰ ਤਾਂ ਗੁਜ਼ਾਰਾ ਨਹੀਂ ਹੈ। ਇਹ ਤਾਂ ਆਪਾਂ ਨੂੰ ਯੂਜ਼ ਕਰਨੀ ਪੈਣੀ ਹੈ, ਕਿਉਂਕਿ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਖਾਣਾ ਪੀਣਾ, ਪੇਟ ਜਿਹਦੇ ਢਿੱਡ ਲੱਗਿਆ ਆ ਉਹਨੂੰ ਤਾਂ ਚਾਹੀਦਾ ਰੋਟੀ, ਉਹਨੂੰ ਤਾਂ ਰੋਟੀ ਚਾਹੀਦੀ ਹੈ, ਕੱਪੜੇ ਚਾਹੀਦੇ, ਸਾਰਾ ਕੁਝ ਚਾਹੀਦਾ ਹੈ। ਕਹਿੰਦੇ ਉਹਨਾਂ ਦਾ ਖਾਦਾ ਪੀਤਾ, ਉਹਨਾਂ ਦੀ ਵਿਖਿਆ, ਉਹਨਾਂ ਦੀ ਮਾਇਆ ਕਹਿੰਦੀ ਸਾਰੇ ਪਵਿੱਤਰ ਹੈਗੀ ਭਾਈ, ਜਿਹੜੇ ਨਾਮ ਹਰ ਰਾਤੇ, ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੱਤੇ ਹੋਏ ਆ। ਤਿਨਕੇ ਘਰ ਮੰਦਰ महल सराई सब पवित्र हैं, जिनी गुरमुखे सेवक सिख अभ्यागत जाए वरसाते। कहते उन्होंने दे जिहड़े हैगे घर मंदिर महल सरां घर गृहस्थी सारी पवित्र है भाई। जिथे गुरमुख सेवक सिख अभ्यागत जाए वरसाते, जिथे गुरमुखां नूं सेवक सिखां नूं जे के जाके जिहड़ा हैगा उत्थे नेड़ी हैगी नाम दी जिहड़ी हैगी प्रेमा भगती दी बरखा हुंदी है जिन्हां दे उत्ते। तिनके तुरे जीन खुरगीर सब पवित्र हैं, जिनी गुरमुखे सिख साध संत चढ़ जाते। कहते उन्होंने दे घोड़े ते उन्होंने दे जिहड़े हैगे आ ये जीन पाई हुई सारी जिहड़ी हैगी आ, कि जिस तरह हुण अजकल कारां हैगियां, ये कारां जिहड़ियां हैगियां सारियां कहते पवित्र हैगे, जिन्हां ते चढ़ के गुरसिख जिहड़े साध संगत दे विच जांदे आ। तिनके कर्म धर्म कारज सब पवित्र हैं, जो बोले हर हर राम नाम हर साते। कहते उन्होंने कर्म धर्म कारज सारे ही पवित्र आ भाई, ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਹੜੇ ਪਰਮੇਸ਼ਰ ਦਾ ਨਾਮ ਬੋਲਦੇ ਆ, ਸੱਤ ਨੂੰ ਬੋਲਦੇ ਆ। ਜਿਨਕੇ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ। ਕਹਿੰਦੇ ਜਿਨ੍ਹਾਂ ਦੇ ਥੈਲੀ ਦੇ ਵਿੱਚ ਜਿਨ੍ਹਾਂ ਨੇ ਪੁੰਨ ਬੀਜੇ ਹੋਏ ਆ ਭਾਈ, ਜਿਨ੍ਹਾਂ ਦੇ ਕੋਲ ਪੁੰਨ ਹੈਗੇ, ਉਹ ਜਿਹੜੇ ਹੈਗੇ ਉਹਨਾਂ ਨੂੰ ਆ ਜਿਹੜਾ ਹੈਗਾ ਭਗਤੀ ਜਿਹੜੀ ਹੈਗੀ ਆਟੋਮੈਟਿਕਲੀ ਪ੍ਰਗਟ ਹੋ ਜਾਂਦੀ ਹੈ। ਪੁੰਨਾਂ ਦੇ ਨਾਲ ਸਟਾਰਟਿੰਗ ਪੁਆਇੰਟ ਪੁੰਨਾਂ ਤੋਂ ਹੋਣਾ ਹੈ। ਇਸ ਕਰਕੇ ਇੱਥੇ ਜਿਹੜਾ ਹੈਗਾ ਹੁਣ ਆਪਾਂ 37 ਜਿਹੜੇ ਹੈਗੇ ਆ ਸ਼ਲੋਕ ਦੇ ਉੱਤੇ ਆਉਨੇ ਆ। ਵਿਖਿਆ ਭਯੰਤ ਅਮਰਤੰਗ, ਇਸ ਤਰ੍ਹਾਂ ਜਿਹੜੀ ਹੈਗੀ ਉਹਨਾਂ ਦਾ ਖਾਧਾ ਪੀਤਾ, ਉਹਨਾਂ ਦੀ ਜਿਹੜੀ ਹੈਗੀ ਆ ਇਹ ਜਿਹੜੀ ਮਾਇਆ ਅੰਮ੍ਰਿਤ ਹੋ ਜਾਂਦੀ ਹੈ ਭਾਈ। ਦ੍ਰਿਸ਼ਟਾ ਸਖਾ ਸੱਜਣਾ, ਜਿਹੜੇ ਦੁਸ਼ਟ ਹੈਗੇ ਸੀਗੇ, ਦੁਸ਼ਮਣ ਹੈਗੇ ਸੀਗੇ, ਇਹਨਾਂ ਦੇ ਧਿਆਨ ਸਿਮਰਨ ਕਰਨ ਦੇ ਨਾਲ ਇਹਨਾਂ ਦੇ ਆਪਣੇ ਸੁਭਾਅ ਦੇ ਵਿੱਚ ਜਿਹੜਾ ਹੈਗਾ ਪਰਿਵਰਤਨ ਹੋ ਜਾਂਦਾ ਹੈ, ਔਰ ਦੁਸ਼ਟ ਵੀ ਜਿਹੜੇ ਸੱਜਣ ਹੋ ਜਾਂਦੇ ਆ। ਹਾਂਜੀ ਨਿਖਿਲ ਸਾਹਿਬ। ਹਾਂਜੀ ਹਾਂਜੀ। ਅੱਛਾ ਇੱਕ ਮਿੰਟ ਮਿਲਿਆ, ਹੁਣ ਤੁਸੀਂ ਮੈਨੂੰ ਪਹਿਲੀ ਤੋਂ ਬੋਲ ਦਿਓ ਜੇ ਟਾਈਮ ਹੈਗਾ ਫਿਰ। ਹਾਂਜੀ। ਵਿਖਿਆ ਭਯੰਤ ਅਮਰਤੰਗ, ਅਸੀਂ ਸਟਾਰਟ ਹੀ ਕਰ ਰਹੇ ਇੱਥੋਂ ਹੀ। ਅੱਛਾ ਇੱਥੇ ਸ਼ੁਰੂ ਕਰ ਰਹੇ? ਠੀਕ ਹੈ ਕਰੋ ਤੁਸੀਂ, ਹੁਣ ਮੈਂ ਸੁਣ ਰਿਹਾ। ਹਾਂਜੀ। ਵਿਖਿਆ ਭਯੰਤ ਅਮਰਤੰਗ ਕਹਿੰਦੇ ਜਿਹੜੇ ਧਿਆਨ ਸਿਮਰਨ ਕਰਨ ਵਾਲੇ ਆ ਉਹਨਾਂ ਦੀ ਗੱਲ ਕਰ ਰਹੇ। ਉਹਨਾਂ ਦੀ ਮਾਇਆ ਜਿਹੜੀ ਹੈ, ਵਿਖਿਆ ਮਤਲਬ ਮਾਇਆ, ਜੋ ਵੀ ਆਪਾਂ ਨੇ ਜਿਹੜੀ ਆਪਾਂ ਨੂੰ ਪਰਮਾਤਮਾ ਤੋਂ ਦੂਰ ਲਿਜਾਂਦੀ ਆ। ਕਹਿੰਦੇ ਜਿਹੜੇ ਧਿਆਨ ਸਿਮਰਨ ਕਰਦੇ ਆ ਉਹਨਾਂ ਦੀ ਮਾਇਆ ਅੰਮ੍ਰਿਤ ਵਾਂਗੂ ਲੱਗਦੀ ਆ ਉਹਨਾਂ ਨੂੰ। ਦ੍ਰਿਸ਼ਟਾ ਸਖਾ ਸੋਚਣਾ, ਔਰ ਦੁਸ਼ਟ ਜਿਹੜੇ ਹੈਗੇ ਉਹਨਾਂ ਦੇ ਮਿੱਤਰ ਬਣ ਜਾਂਦੇ ਆ, ਸਖਾ ਬਣ ਜਾਂਦੇ ਆ, ਸੋਜਨ ਬਣ ਜਾਂਦੇ ਆ। ਦੁੱਖੰ ਭਯੰਤ ਸੁਖਯੰਗ, ਔਰ ਉਹਨਾਂ ਦੇ ਦੁੱਖ ਸੁੱਖ 'ਚ ਕਨਵਰਟ ਹੋ ਜਾਂਦੇ ਆ। ਭੈ ਭੀਤੰ ਤਾਂ ਨਿਰਭੈ ਆ, ਜਿਹੜੇ ਭੈ ਭੀਤ ਸੀਗੇ, ਡਰ ਸੀਗਾ ਜਨਮ ਮਰਨ ਦਾ, ਸਾਰਾ ਜਿਹੜਾ ਹੈਗਾ ਮੌਤ ਦਾ, ਕਹਿੰਦੇ ਉਹ ਨਿਰਭੈ ਹੋ ਜਾਂਦੇ ਆ। ਕੋਈ ਭੈ ਨਹੀਂ ਹੈ ਮਾਇਆ ਦਾ, ਹੁਣ ਡਰਾ ਹੀ ਨਹੀਂ ਸਕਦੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਥਾਨ ਵਿਹੂਨ ਵਿਸਰਾਮੰਗ ਨਾਮੰਗ, ਜਿਨ੍ਹਾਂ ਦੇ ਕੋਲ ਕੋਈ ਜਗ੍ਹਾ ਨਹੀਂ ਆ, ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਥਾਨ ਵਿਹੂਣ ਨੂੰ ਵਿਸ਼ਰਾਮ ਮਿਲ ਜਾਂਦਾ ਹੈ, ਜਨਮ ਮਰਨ ਰਹਿਤ ਹੋ ਜਾਂਦੇ ਆ। 84 ਲੱਖ ਜਿਹੜਾ ਹੈਗਾ ਕਾਲ ਦਾ ਚੱਕਰ ਤੋਂ ਬਚ ਜਾਂਦੇ ਆ, ਵਿਸ਼ਰਾਮ ਮਿਲ ਜਾਂਦਾ ਨਾਮ ਦੇ ਨਾਲ। ਨਾਨਕ ਕਿਰਪਾਲ ਹਰ ਹਰ ਗੁਰ ਹੈ, ਜਿਹਦੇ ਉੱਤੇ ਗੁਰੂ ਪਰਮੇਸ਼ਰ ਦਾ ਰੂਪ, ਉਹ ਮਾਲਕ ਪਰਮਾਤਮਾ ਦਾ ਰੂਪ ਗੁਰੂ, ਜਿਸ ਨੇ ਉਹਨੂੰ ਨਾਮ ਤਨ ਦੇ ਦਿੱਤਾ। ਹਰ ਹਰ ਨਾਮ ਜਿਹੜਾ ਹੈਗਾ, ਜਿਹਨੂੰ ਨਾਮ ਆ ਜਿਹੜੀ ਧਿਆਨ ਸਿਮਰਨ ਵਾਲੀ ਜੁਗਤੀ ਲੱਭ ਗਈ, ਕਹਿੰਦੇ ਉਹਨਾਂ ਦੇ ਉੱਤੇ ਜਿਹੜੇ ਹੈਗੇ ਆ ਚੇਂਜਸ ਆ ਜਾਂਦੇ ਆ।
ਵਿਖਿਆ ਭਯੰਤ ਅਮਰਤੰਗ ਦ੍ਰਿਸ਼ਟਾ ਸਖਾ ਸਵੱਜਨ ਹੈ, ਔਰ ਦੁਸ਼ਟ ਜਿਹੜੇ ਹੈਗੇ ਸਖਾ ਸਵੱਜਨ ਹੋ ਜਾਂਦੇ ਆ। ਹਾਂਜੀ ਵੀਰ ਜੀ। ਅੱਜ ਫਿਰ ਗੋਰਖੀ ਸਾਹਿਬ ਬਿਜੀ ਲੱਗ ਰਹੇ ਆ। ਨਹੀਂ ਨਿੱਜਰ ਸਾਹਿਬ, ਹਾਂਜੀ ਹਾਂਜੀ ਬੋਲੋ ਬੋਲੋ, ਦੁਬਾਰਾ ਬੋਲ, ਮੈਂ ਇੱਥੇ ਹੀ ਫ੍ਰੀ ਹਾਂ। ਹਾਂਜੀ, ਵਿਖਿਆ ਭਯੰਤ ਅਮਰਤੰਗ ਕਹਿੰਦੇ ਉਹਨਾਂ ਦਾ ਜਿਹੜਾ ਮਾਇਆ ਜਿਹੜੀ ਹੈਗੀ ਯੂਜ਼ ਕੀਤੀ ਹੋਈ ਅੰਮ੍ਰਿਤ ਵਾਂਗੂ ਲੱਗਦੀ ਆ ਉਹਨਾਂ ਨੂੰ, ਜਿਹੜੇ ਧਿਆਨ ਸਿਮਰਨ ਕਰਦੇ ਆ। ਦ੍ਰਿਸ਼ਟਾ ਸਖਾ ਸਵੱਜਨ ਹੈ, ਦੁਸ਼ਟ ਜਿਹੜੇ ਹੈਗੇ ਸਖਾ ਸਵੱਜਨ ਸੱਜਣ ਬਣ ਜਾਂਦੇ ਆ, ਦੁਸ਼ਟ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਦੇਖੀ ਜਿਹੜੀ ਵਿਖਿਆ ਹੁੰਦੀ ਆ, ਕਹਿਣ ਤੋਂ ਭਾਵ ਆ ਕਿ ਜਿਹੜਾ ਜ਼ਹਿਰ ਆ, ਕੋਈ ਵੀ ਜੀਵਨ ਦੇ ਵਿੱਚ ਆਪਾਂ ਦੇਖੀ, ਜਿਹੜੇ ਤੁਸੀਂ ਭਗਤੀ ਕਰਨੀ ਸ਼ੁਰੂ ਕਰਤੀ ਨਾ, ਤੁਹਾਡੇ ਜੀਵਨ ਦੇ ਜਿਹੜੇ ਤਾਣੇ ਉਲਝੇ ਆ ਨਾ, ਬੜੀ ਛੇਤੀ ਸੁਲਝ ਜਾਣੇ ਆ। ਵੈਸੇ 5-6 ਮਹੀਨੇ ਬੜੇ ਹੁੰਦੇ ਆ। ਕਾਫੀ ਜਿਹੜੀ ਹਲਕੀ ਕਿਸਮ ਦੀ ਜਿਹੜੀ ਜ਼ਿੰਦਗੀ ਹੈ ਨਾ, ਬੜੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ ਜੇਕਰ ਤੁਸੀਂ 4-5 ਮਹੀਨੇ ਬੜੇ ਤਰੀਕੇ ਨਾਲ ਸਾਧਨਾ ਕਰਦੇ ਜੋ। ਉਹਦਾ ਕਾਰਨ ਇਹ ਹੁੰਦਾ ਕਿ ਜਿਵੇਂ ਜਿਵੇਂ ਸਾਡੇ ਅੰਦਰ ਗਿਆਨ ਵੱਧਦਾ ਹੈ ਨਾ, ਤਾਂ ਸਾਨੂੰ ਆਪਣਾ ਅਗਿਆਨ ਨਜ਼ਰ ਆਉਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਮਨ ਦਾ ਹੀ ਭਰਮ ਹੈ, ਅਸਲ 'ਚ ਹੈ ਨਹੀਂ, ਪਰ ਅਸੀਂ ਆਪਣੇ ਅਗਿਆਨ ਦੇ ਕਰਕੇ ਬਣਾਈਆਂ ਹਨ। ਹਾਂਜੀ ਨਿਜੋ ਸਰ। ਹਾਂ, ਉਹਨਾਂ ਦੇ ਜਿਹੜੇ ਦੁਸ਼ਟ ਹੈਗੇ ਆ ਉਹ ਸੱਜਣ ਬਣ ਜਾਂਦੇ ਆ। ਇਹ ਕਾਮ ਕ੍ਰੋਧ ਲੋਭ ਮੋਹੰਕਾਰ ਇਹ ਉਹਨਾਂ ਨੂੰ ਪੋ ਨਹੀਂ ਸਕਦੇ। ਇਹ ਜਿਹੜੀਆਂ ਉਹਨਾਂ ਦੀਆਂ ਗਿਆਨ ਇੰਦਰੀਆਂ ਸੀਗੀਆਂ, ਇਹ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ, ਕਰਮ ਇੰਦਰੀਆਂ ਜਿਹੜੀਆਂ ਸੀਗੀਆਂ, ਇਹ ਉਹਨਾਂ ਨੂੰ ਪਹਿਲਾਂ ਮਾਇਆ ਵੱਲ ਬਾਹਰ ਜਿਹੜਾ ਹੈਗਾ, ਇਹ ਦੁਸ਼ਮਣਾਂ ਵਾਂਗੂ ਜਿਹੜੀਆਂ ਹੈਗੀਆਂ ਬਾਹਰ ਉਹਨਾਂ ਦੀ ਪ੍ਰਾਣ ਸ਼ਕਤੀ ਜਿਹੜੀ ਹੈ ਨਸ਼ਟ ਕਰ ਰਹੀਆਂ ਸੀਗੀਆਂ। ਹੁਣ ਇਹੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ ਮਦਦ ਕਰਨ ਲੱਗ ਜਾਂਦੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਜਿੱਥੇ ਪਤਾ ਕੀ ਹੁੰਦਾ ਕਿ ਜਿਹੜੇ ਸਾਡੇ ਅੰਦਰ ਰਹਿੰਦੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅਸਲ 'ਚ ਨਾ ਸਾਡੀ ਸ਼ਕਤੀ ਪੀਂਦੇ ਆ। ਤੁਸੀਂ ਕ੍ਰੋਧ ਕਰਕੇ ਵੇਖੋ, ਘੱਟੋ ਘੱਟ 4-5 ਦਿਨ ਤੁਹਾਡੇ ਸਰੀਰ 'ਚੋਂ ਸ਼ਕਤੀ ਉੱਡ ਜਾਣੀ ਆ। ਬਿਲਕੁਲ ਉੱਡ ਜਾਣੀ ਹੈ ਜੀ। ਹਾਂ, ਤੁਸੀਂ ਡਰੇਨ ਹੀ ਹੋ ਜਾਣਾ। ਘੱਟੋ ਘੱਟ 5-6 ਮਹੀਨਾ ਵੀ ਲੰਘ ਸਕਦਾ ਤੁਹਾਡਾ। ਉਸ ਸ਼ਕਤੀ ਨੂੰ ਰਿਕਵਰ ਕਰ ਲਈ 1 ਮਹੀਨਾ ਲੱਗ ਜਾਣਾ, ਕਿਉਂਕਿ ਤੁਸੀਂ ਕਾਫੀ ਜ਼ਿਆਦਾ ਵੱਡੇ ਲੈਵਲ ਤੇ એનર્ਜੀ ਨੂੰ ਛੱਡਿਆ। ਔਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਜਦੋਂ ਸੁਰਤੀ ਨਿਕਲ ਆਉਂਦੀ ਹੈ ਨਾ, ਉਹ ਬੜੀ ਉੱਚੀ ਅਵਸਥਾ ਹੈ। 1 ਸੈਕਿੰਡ ਮੈਂ ਤੁਹਾਨੂੰ ਅਵਸਥਾ ਦੱਸਦਾ, ਪਹਿਲਾਂ ਅਵਸਥਾ ਸੁਣ ਲਓ। ਅਵਸਥਾ ਜਿਹੜੀ ਹੁੰਦੀ ਹੈ ਨਾ, Moses only 3:10. Let him pick up anchor, Moses. ਹਾਂਜੀ ਜਿਹੜਾ ਮਨ ਹੈ ਨਾ, ਹਾਂਜੀ ਹਾਂਜੀ, ਜਦੋਂ ਮਨ ਨੇ ਨਸ਼ਟ ਹੋ ਗਿਆ ਨਾ, ਮਨ ਨੇ ਆਪਣੇ ਅੰਦਰ ਸਮੇਟਣਾ ਸ਼ੁਰੂ ਕੀਤਾ ਨਾ, ਤੇ ਇੰਦਰੀਆਂ ਨੇ ਨਿਜਰ ਸਾਹਿਬ ਆਪਣੇ ਆਪ ਹੀ ਅੰਤਰਮੁਖੀ ਹੋ ਜਾਣਾ। ਤੇ ਔਰ ਜਿਵੇਂ ਜਿਵੇਂ ਮਨ ਅੰਤਰਮੁਖੀ ਹੋ ਗਿਆ ਨਾ ਨਿਜਰ ਸਾਹਿਬ, ਉਹਦੇ ਨਾਲ ਕੀ ਹੋਣਾ ਕਿ ਤੁਹਾਡੇ ਵਿਚਾਰ ਰੁਕਣੇ ਆ। ਸਭ ਤੋਂ ਪਹਿਲਾਂ ਆਪ ਮੰਨ ਲਓ ਕਿ 1 ਘੰਟੇ ਦੀ ਸਮਾਧੀ 'ਚ ਬੈਠੇ ਜੋ, ਮੰਨ ਲਓ 5 ਮਿੰਟ ਵੀ ਨਿਰਵਿਚਾਰ ਹੋ ਗਏ ਨਾ, ਤੇ ਉਹਦੇ ਉੱਤੇ ਮਨ ਤੇ ਬਹੁਤ ਪ੍ਰਭਾਵ ਪੈਣਾ ਉਹਦਾ। ਮੰਨ ਲਓ ਕਿ ਆਪ 10 ਦਿਨ ਦੇ ਵਿੱਚ ਕੁਝ 50-60 ਮਿੰਟ 70 ਮਿੰਟ ਨਿਰਵਿਚਾਰ ਹੋ ਗਏ ਜਿਹਨਾਂ, ਉਹਦੇ ਨਾਲ ਕਿ ਮਨ ਦੇ ਅੰਦਰ ਜਿਹੜੀ ਅਸ਼ਾਂਤੀ ਉਹਨੇ ਘਟਨਾ ਵਾ ਨਿਜਰ ਸਾਹਿਬ ਆਟੋਮੈਟਿਕਲੀ। ਬਿਲਕੁਲ ਇਹ ਬਾਈ ਪ੍ਰੋਡਕਟ ਹੈ। ਇਹ ਦੋ ਰਹਿ ਨਹੀਂ ਹੈ। ਹੋਰ ਬਾਹਰੀ ਕੋਈ ਕਿਰਿਆ ਕਰਨ ਦਾ ਕੋਈ ਅਲੱਗ ਚੀਜ਼ ਹੈ, ਉਹ ਤੁਹਾਡੀ ਸ਼ਰਧਾ ਵਾ, ਜੋ ਮਰਜ਼ੀ ਸੇਵਾ ਕਰੋ, ਪਰ ਮਨ ਨੂੰ ਨਸ਼ਟ ਨਹੀਂ ਕਰ ਸਕਦੀ ਬਾਹਰ ਦੀ ਕਿਰਿਆ ਕੋਈ। ਮਨ ਨੂੰ ਨਸ਼ਟ ਕਰਨਾ ਨਿਰਵਿਚਾਰ ਸਮਾਧੀ ਨੇ। ਜਿਵੇਂ ਜਿਵੇਂ ਤੁਸੀਂ ਨਿਰਵਿਚਾਰ ਸਮਾਧੀ 'ਚ ਪ੍ਰਵੇਸ਼ ਕੀਤਾ ਨਾ, ਮਨ ਨੇ ਸ਼ਾਂਤ ਹੁੰਦੇ ਜਾਣਾ ਹੈ। ਮਨ ਸ਼ਾਂਤ ਹੋਇਆ ਤੇ ਇੰਦਰੀਆਂ ਸ਼ਾਂਤ ਹੋਣੀਆਂ। ਤੇ ਹੁਣ ਥੋੜੀ ਜਿਹੀ ਤੁਹਾਨੂੰ ਸਮਾਧੀ ਮਿਲ ਗਈ ਆ, ਤੇ ਉਹਦੇ ਨਾਲ ਕੀ ਹੋਊਗਾ ਕਿ ਮਨ ਨਿਰਵਿਚਾਰ ਅਵਸਥਾ ਨੂੰ ਵੇਖ ਚੁੱਕਿਆ ਹੈ। ਹੁਣ ਕੀ ਹੋਊਗਾ, ਆਏ ਵਿਚਾਰ ਦੇ ਵਿੱਚ ਜਿਹੜੀ ਸੁਰਤੀ ਗਮਨ ਨਹੀਂ ਕਰੂਗੀ। ਆ ਗਿਆ ਵਿਚਾਰ, ਪਰ ਉੱਥੇ ਜੁੜਨਾ ਨਹੀਂ ਹੁਣ ਸੁਰਤੀ ਨੇ। ਇਹ ਤੁਹਾਡੀ ਪਛਾਣ ਹੈ, ਇਹ ਤੁਹਾਡੀ ਪ੍ਰਾਪਤੀ ਹੈ ਬਹੁਤ ਵੱਡੀ। ਹਾਂਜੀ ਨਿਜਰ ਸਾਹਿਬ ਸਹੀ ਹੈ ਨਾ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਮਨ ਜਿਹੜਾ ਹੈਗਾ ਉਸੇ ਟਾਈਮ ਕੱਟ ਕਰ ਦਿੰਦਾ, ਔਰ ਜਿਹੜਾ ਅੰਦਰ ਜਿਹੜੀ ਹੈ ਸੁਰਤ ਅੰਦਰ ਚੱਲਦੀ ਹੈ। ਹਾਂ, ਉਹ ਕੱਟ ਕਿੱਦਾਂ ਕਰੂਗਾ? ਭੋਗ ਵਾਲੀ ਵਿਚਾਰ ਚੱਲਣੇ, ਹੋਰ ਆਪਾਂ ਨੂੰ ਕਿਹੜੇ ਵਿਚਾਰ ਆਉਣੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇਹੋ ਵਿਚਾਰ ਚੱਲਦੇ ਆ ਤੁਹਾਡੇ ਜੀਵਨ 'ਚ, ਕੋਈ ਵੱਖਰਾ ਵਿਚਾਰ ਨਹੀਂ ਹੈਗਾ। ਇਹ ਕੋਈ ਵੀ ਵਿਚਾਰ ਆਇਆ, ਸੁਰਤੀ ਉਸੇ ਟਾਈਮ ਹੀ ਉਹਨੇ ਡਿਸਕਨੈਕਟ ਹੋ ਜਾਣਾ, ਕਿਉਂਕਿ ਤੁਸੀਂ
ਵਿਚਾਰਾਂ ਤੋਂ ਮੁਕਤ ਅਵਸਥਾ ਨੂੰ ਅਨੁਭਵ ਕਰ ਲਿਆ, ਉਹ ਦਿਨੇ ਵੀ ਇਸ ਚੀਜ਼ ਦਾ ਪਰਹੇਜ਼ ਕਰਨਾ ਹੈ, ਕਿਉਂਕਿ ਹੁਣ ਤੁਹਾਡੇ 'ਚ ਸ਼ਕਤੀ ਆ ਗਈ ਹੈ। ਔਰ ਜਦੋਂ ਵੀ ਤੁਸੀਂ ਇਸ ਅਵਸਥਾ ਨੂੰ ਇੱਕ ਅਨੁਭਵ ਕੀਤਾ, ਤੁਸੀਂ ਉਸ ਸਮਾਧੀ ਵਿੱਚ ਏਦਾਂ ਕਰ ਸਕਦੇ ਜੋ ਉਸ ਮਕੜੀ ਦੇ ਜਾਲੇ ਨੂੰ ਉੱਥੇ ਹੀ ਰੋਕ ਸਕਦੇ। ਉਸੇ ਟਾਈਮ ਹੀ ਜਦੋਂ ਮਨ ਟੁੱਟ ਗਿਆ, ਉਹਨੇ ਮਕੜੀ ਦਾ ਜਾਲਾ ਬਣਾਉਣਾ, ਨਾਲ ਹੀ ਸੁਰਤੀ ਵਾਪਸ ਆ ਜਾਣੀ ਹੈ। ਠੀਕ ਹੈ। ਹੁਣ ਸੁਰਤੀ ਜਦੋਂ ਸੁਰਤੀ ਨੂੰ ਭੋਗ ਕੋਈ ਆਕਰਸ਼ਿਤ ਨਾ ਕਰਨਗੇ, ਤੇ ਇੱਕ ਤਾਂ ਹੁੰਦਾ ਦਮਨ, ਇੱਕ ਤਾਂ ਦਮਨ ਕਰਨਾ ਹੁੰਦਾ ਅਲੱਗ ਚੀਜ਼। ਸਾਹਮਣੇ ਚੀਜ਼ ਵਿਚਾਰ ਆਇਆ, ਮੈਂ ਰੋਕ ਰਿਹਾ, ਉਹ ਦਮਨ ਹੋ ਗਿਆ। ਸਾਹਮਣੇ ਕੋਈ ਚੀਜ਼ਾਂ ਪਈਆਂ, ਮੈਂ ਨਹੀਂ ਖਾ ਰਿਹਾ, ਇੱਕ ਚੀਜ਼ਾਂ ਪਈਆਂ ਨੇ, ਇਹਦੇ ਬਾਅਦ ਜੇ ਤੁਹਾਡੇ ਅੰਦਰ ਵਿਚਾਰ ਨਾ ਪ੍ਰਗਟ ਹੋਵੇ, ਇਹ ਕਾਫੀ ਵੱਡੀ ਅਵਸਥਾ ਹੈ ਨਿਜਰ ਸਾਹਿਬ। ਬਿਲਕੁਲ ਸਹੀ ਹੈ ਜੀ। ਇਹ ਭੋਗ ਦਾ ਵੀ ਵਿਚਾਰ ਹੁੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੋਈ ਵੀ ਵਿਚਾਰ ਆ ਗਿਆ। ਔਰ ਇੱਕ ਤਾਂ ਹੁੰਦਾ ਨਾ ਤੁਸੀਂ ਰੋਕਦੇ ਜੋ ਇਹਨੂੰ, ਸਾਧਨਾ ਸ਼ੁਰੂ ਚ ਰੋਕਣੇ ਪੈਂਦੇ, ਬਾਅਦ ਦੇ ਵਿੱਚ ਕਹਿੰਦਾ ਇਹ ਜਾਂਦਾ ਹੀ ਨਹੀਂ ਉੱਥੇ, ਵਿਚਾਰ ਨਹੀਂ ਕਹਿ ਸਕਦਾ ਇਹਨੂੰ। ਆ ਗਈ ਚੀਜ਼ ਸਾਹਮਣੇ ਪ੍ਰਗਟ ਹੈ, ਉਹ ਦੁਨੀਆ ਨੂੰ ਥੋੜੀ ਆਪਾਂ ਰੋਕ ਦੇਣਾ। ਕਮਲ ਤਾਂ ਫੁੱਲ ਰਹਿੰਦਾ ਤੇ ਚਿੱਕੜ ਕੀ ਹੈ, ਇਹ ਥੋੜੀ ਚਿੱਕੜ ਨੂੰ ਛੱਡ ਕੇ ਭੱਜ ਗਿਆ। ਪਰ ਉਹਦੇ ਅੰਦਰ ਦੀ ਅਵਸਥਾ ਕੀ ਹੈ, ਕਮਲ ਉੱਠਿਆ ਉਹ ਚਿੱਕੜ ਤੋਂ, ਉਸੇ ਤਰ੍ਹਾਂ ਤੁਸੀਂ ਵੀ ਉੱਠ ਜਾਣਾ। ਜਦੋਂ ਤੁਹਾਡਾ ਮਨ ਉੱਠ ਗਿਆ ਨਾ, ਤਾਂ ਨੂੰ ਇਹਨੇ ਕੀ ਹੋਣਾ ਹੈ ਕਿ ਇਹਨੇ ਚੇਤਨ ਦੇ ਵਿੱਚ ਲੀਨ ਹੋ ਜਾਣਾ ਹੈ। ਔਰ ਜਿਵੇਂ ਜਿਵੇਂ ਚੇਤਨ ਦੇ ਵਿੱਚ ਲੀਨ ਹੋ ਗਿਆ ਨਾ, ਚੇਤਨ ਦਾ ਮਤਲਬ ਹੁੰਦਾ ਹੋਸ਼। ਜਦੋਂ ਹੋਸ਼ ਆਈ, ਤੁਹਾਡੀ ਸੁਰਤੀ ਕੀ ਹੋ ਗਈ, ਆਪਣੇ ਆਪ 'ਚ ਸਥਿਰ ਹੋ ਗਈ, ਉਹਨੂੰ ਕਹਿੰਦੇ ਸਵੈ ਵਿੱਚ ਅਸਤ ਹੋ ਜਾਣਾ। ਹੋਸ਼ ਤੁਹਾਡੀ ਵਧਣੀ ਆ। ਹੁਣ ਸਮਾਧੀ ਦੇ ਵਿੱਚ ਕੀ ਹੁੰਦਾ ਕਿ ਮਨ ਨਹੀਂ ਹੈਗਾ ਉੱਥੇ, ਕੱਲੀ ਹੋਸ਼ ਰਹਿ ਜਾਂਦੀ ਹੈ ਨਿਜਰ ਸਾਹਿਬ, ਕੱਲੀ ਚੇਤਨਾ। ਉਹਨੂੰ ਅਨਮਣੀ ਅਵਸਥਾ ਕਹਿੰਦੇ ਆ ਆਪਾਂ ਗ੍ਰੰਥਾਂ ਦੇ ਵਿੱਚ, ਜੋ ਉਹਨੂੰ ਸਮਾਧੀ ਕਹਿ ਲਓ, ਅਨਮਣੀ ਅਵਸਥਾ ਕਹਿ ਲਓ, ਮਨ ਤੋਂ ਮੁਕਤ ਅਵਸਥਾ ਹੈ। ਮਨ ਬੁੱਧੀ ਚਿੱਤ ਹੰਕਾਰ ਸਾਰੇ ਉੱਥੇ ਹੈਗੇ ਆ, ਸੰਸਾਰ ਵੀ ਹੈਗਾ, ਪਰ ਉੱਥੇ ਐਕਟੀਵਿਟੀ ਕੋਈ ਨਹੀਂ ਹੋ ਰਹੀ, ਉਹ ਕਿਰਿਆ ਨਹੀਂ ਹੋ ਰਹੀ ਨਿਜਰ ਸਾਹਿਬ, ਅਕਿਰਿਆ ਅਵਸਥਾ ਹੈ। ਔਰ ਜਿੱਦਣ ਤੁਹਾਡੇ ਅੰਦਰ ਕੱਲੀ ਹੋਸ਼ ਰਹਿ ਗਈ, ਤੁਸੀਂ ਹੈਗੇ ਜੋ, ਪਰ ਅੰਦਰ ਹੋਸ਼ ਹੈਗੀ ਆ, ਵਿਚਾਰ ਕੋਈ ਨਹੀਂ ਹੈਗਾ, ਸਮਝ ਲਓ ਉਦੋਂ ਤੁਹਾਨੂੰ ਸਮਾਧੀ ਪ੍ਰਾਪਤ ਹੋ ਗਈ ਹੈ। ਬਿਲਕੁਲ ਸਹੀ ਗੱਲ ਹੈ। ਕੋਈ ਤਾਂ ਉਹ ਤਾਂ ਆਪਾਂ ਤਾਂ ਵੇਟ ਹੀ ਕਰ ਸਕਦੇ ਹਾਂ ਉੱਥੇ, ਉਸ ਜਗ੍ਹਾ ਤੇ ਆਪਾਂ ਤਾਂ ਇੰਤਜ਼ਾਰ ਕਰ ਸਕਦੇ ਹਾਂ, ਅਗਲੀ ਕਾਰਵਾਈ ਤਾਂ ਮਾਲਕ ਨਹੀਂ ਕਰਨੀ ਹੈ। ਹਾਂ, ਉੱਥੇ ਫਿਰ ਨਿਜਰ ਸਾਹਿਬ ਉਹ ਦੂਜੀ ਕਾਰਵਾਈ ਉਹ ਤੁਕ ਬੋਲ ਦੋ, ਘੜੀਏ ਸੁਰਤ ਮਤ ਮਨ ਬੁੱਧ। ਹਾਂਜੀ, ਘੜੀਏ ਸੁਰਤ ਮਤ ਮਨ ਬੁੱਧ, ਘੜੀਏ ਸੁਰਾਂ ਸਿਧਾਂ ਕੀ ਸੁਧ। ਹਾਂ, ਉੱਥੇ ਉਹ ਜਿਹੜਾ ਦੂਜਾ ਕੰਮ ਹੋਣਾ ਵਾ ਉਹ ਉਸ ਤੋਂ ਬਾਅਦ ਹੋਣਾ ਵਾ, ਇਹਨਾਂ ਕੰਮ ਆਪਾਂ ਕਰਨਾ ਹੁੰਦਾ। ਬਸ ਬਿਲਕੁਲ ਸਹੀ ਗੱਲ ਹੈ। ਉਸ ਤੋਂ ਬਾਅਦ ਤੁਹਾਨੂੰ ਗਿਆਨ ਹੋ ਜਾਣਾ, ਤੁਹਾਨੂੰ ਖੁਦ ਪਤਾ ਲੱਗ ਜਾਣਾ ਕਿ ਕੀ ਜੀਵਨ ਹੈ, ਜੀਣਾ ਕਿੱਦਾਂ ਵਾ। ਕਿਉਂਕਿ ਉਹ ਜਿਹੜੀਆਂ ਮਸ਼ੀਨਾਂ ਜਿਹੜੀਆਂ ਗੜਬੜ ਹੋ ਗਈਆਂ ਨਾ, ਜਿਹੜੇ ਮਾਇਆ ਦਾ ਭਰਮ ਹੈ, ਭਰਮ ਅਜੇ ਤੇ ਨਹੀਂ ਪਤਾ ਲੱਗਦਾ। ਪਰ ਜਿਵੇਂ ਜਿਵੇਂ ਸੁਰਤੀ ਅੰਤਰਾ ਕਰਨ ਚਾਹੁੰਦੀ ਗਈ, ਤੇ ਫਿਰ ਪੱਥਰ ਹੁੰਦੇ ਹੱਥ ਦੇ ਵਿੱਚ, ਉਹਨਾਂ ਨੂੰ ਛੱਡਣਾ ਪੈਂਦਾ ਵਾ। ਪਰ ਜੇ ਤੁਸੀਂ ਛੱਡੇ ਨਹੀਂ ਨਾ, ਤੇ ਉੱਥੇ ਗਤੀ ਰੁਕ ਜਾਣੀ ਤੁਹਾਡੀ, ਕਿਉਂਕਿ ਕਾਮਨ ਸੈਂਸ ਹੁੰਦੀ ਨਾ ਤੁਹਾਡੇ ਅੰਦਰੋਂ ਆ ਗਈ ਇਹ ਚੀਜ਼, ਇਹ ਨਕਲੀ ਆ, ਛੱਡ ਦੇ। ਪਰ ਜੇ ਤੁਸੀਂ ਜਿੱਦ ਕੀਤੀ, ਕਿਉਂਕਿ ਪੁਰਾਣਾ ਪੱਥਰ ਸੀ, ਕਾਫੀ 40-50 ਸਾਲ ਤੋਂ ਫੜਿਆ ਸੀ, ਨਿਜਰ ਸਾਹਿਬ ਉਸੇ ਟਾਈਮ ਫਿਰ ਗਤੀ ਰੁਕ ਜਾਣੀ ਜੀ। ਬਿਲਕੁਲ ਸਹੀ ਗੱਲ ਹੈ। ਫਿਰ ਆਪਾਂ ਤਾਂ ਫਿਰ ਵਾਪਸ ਜਿਹੜਾ ਹੈਗਾ ਮਨ ਨੂੰ ਜਿਹੜਾ ਫਿਰ ਬਿਲਡ ਕਰ ਲਾਂਗੇ ਨਾ। ਹਾਂ, ਕਿਉਂਕਿ ਉਹ ਸੰਸਕਾਰ ਨੇ ਛੱਡ ਨਹੀਂ ਦੇਣਾ ਤੁਹਾਨੂੰ। ਉਹਨੇ ਕਹਿਣਾ ਕਿ ਫਲਾਨਾ ਬਾਬਾ ਬੜਾ ਵਧੀਆ ਜੇ, ਉੱਥੇ ਤੇ ਗਿਆਨ ਹੀ ਨਹੀਂ ਪ੍ਰਾਪਤ ਹੋਇਆ ਤੁਹਾਨੂੰ। ਬਿਲਕੁਲ। ਪਰ ਜਦੋਂ ਵਾਪਸ ਗਏ ਨਾ, ਫਿਰ ਤੁਸੀਂ ਥੱਲੇ ਡਿੱਗ ਪੈਣਾ। ਫਿਰ ਤੁਸੀਂ ਕਿ 100 ਸਾਲ ਕੀ ਅਰਬਾਂ ਖਰਬਾਂ ਸਾਲ ਤੱਕ ਵੀ ਉੱਥੋਂ ਗਤੀ ਨਹੀਂ ਕਰ ਸਕਦੇ, ਕਿਉਂਕਿ ਉਹ ਚੀਜ਼ ਨੂੰ ਛੱਡਣਾ ਨਹੀਂ ਛੱਡਣਾ, ਗਿਆਨ ਪ੍ਰਾਪਤ ਕਰਨ ਤੋਂ ਬਾਅਦ ਉਹ ਫੈਸਲਾ ਤੁਹਾਡਾ ਹੈ, ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ। ਇਹ ਸਾਡਾ ਆਪਣਾ ਨਿੱਜੀ ਫੈਸਲਾ। ਜੇਕਰ ਅਸੀਂ ਇਹ ਲੈਂਦੇ ਹਾਂ ਨਕਲੀ ਨੂੰ ਛੱਡ ਕੇ, ਫਿਰ ਹੀ ਅਸਲੀ ਪਰਮਾਤਮਾ ਮਿਲਣਾ ਹੈ। ਬਿਲਕੁਲ। ਇਹ ਨਹੀਂ ਹੋ ਸਕਦਾ ਕਿ ਤੁਸੀਂ ਅਕਲੀ ਵੀ ਪਰਮਾਤਮਾ ਫੜ ਲਓ। ਫਿਰ ਕਬੀਰ ਜੀ ਇਹ ਨਹੀਂ ਕਹਿੰਦੇ ਤੇ ਕਿ ਮੈਂ ਜਲਜਲੇ ਵਿਹੜੇ 'ਚ ਬੈਠਾ ਰਹਿੰਦਾ ਤੇ ਉੱਥੇ ਮੈਨੂੰ ਬ੍ਰਹਮ ਗਿਆਨ ਹੋ ਗਿਆ। ਕਹਿੰਦੇ ਨਹੀਂ, ਮੈਂ ਉਤਰ ਗਿਆ ਉੱਥੋਂ, ਭੱਜ ਗਿਆ ਉੱਥੋਂ ਮੈਂ। ਗੋਕੀ ਸਾਹਿਬ, ਉੱਥੇ ਥੋੜਾ ਜਿਹਾ ਬੋਲ ਦੋ ਵੀ, ਜਦੋਂ ਕੱਲੀ ਹੋਸ਼ ਰਹਿ ਜਾਂਦੀ ਹੈ, ਉੱਥੇ ਥੋੜਾ ਜਿਹਾ ਮਾੜਾ ਜਿਹਾ ਹੋਰ ਬੋਲ ਦੋ ਵੀ, ਉੱਥੇ ਆਤਮਾ ਦਾ ਔਰ ਸਾਡਾ ਕੀ ਰੋਲ ਹੁੰਦਾ, ਥੋੜਾ ਬਹੁਤਾ ਉਹਦੇ ਬਾਰੇ। ਕੋਈ ਰੋਲ ਨਹੀਂ ਹੁੰਦਾ। ਤੁਸੀਂ ਵਿਚਾਰ ਜਦੋਂ ਮੁੱਕ ਗਏ ਨਾ, ਤੇ ਤੁਹਾਡੇ 'ਚ ਤੁਸੀਂ ਸਵੈ 'ਚ ਅਸਤ ਹੋ ਜਾਣਾ ਤੁਹਾਡੀ ਸੁਰਤੀ ਨੇ, ਕਿਉਂਕਿ ਸੁਰਤੀ ਜੁੜ ਗਈ ਨਾ। ਸੁਰਤੀ ਦਾ ਮਤਲਬ ਹੋਸ਼। ਕੋਈ ਵੀ ਆਪਾਂ ਕੰਮ ਕਰਦੇ ਹਾਂ ਹੋਸ਼ ਦੇ ਨਾਲ ਹੀ ਕਰਦੇ ਹਾਂ ਨਾ। ਜਦ ਤੱਕ ਹੋਸ਼ ਹੀ ਨਹੀਂ ਹੈਗੀ, ਆਪਾਂ ਤਾਂ ਮੌਜੂਦ ਨਹੀਂ ਹੈਗੇ। ਉਹਨੂੰ ਕਹਿੰਦੇ ਮੋਟਰ ਐਕਸ਼ਨ। ਤੁਹਾਡੀ ਮਸ਼ੀਨ ਕਰਦੀ ਹੈ। ਤੁਸੀਂ ਪਾਠ ਪੜ੍ਹਦੇ ਜੋ ਪਹਿਲੀ ਵਾਰੀ ਪੜ੍ਹੋਗੇ, ਜਿਹੜਾ ਗੱਡੀ ਚਲਾਉਂਦੇ ਨਾ ਆਪਾਂ ਸਿੱਖਦੇ ਹਾਂ, ਉਹ ਆਪਾਂ ਹੋਸ਼ 'ਚ ਸਿੱਖਦੇ ਹਾਂ। ਅਸੀਂ ਗੇਅਰ ਵਾਲੇ ਵੇਖਦੇ ਹਾਂ, ਹੈਂਡਲ ਵਾਲੇ ਵੇਖਦੇ ਹਾਂ, ਸਾਰਾ ਕੁਝ ਕਰਦੇ ਹਾਂ, ਬਿਲਕੁਲ ਅਸੀਂ ਅਟੈਂਸ਼ਨ ਹੋ ਕੇ ਕੰਮ ਕਰਦੇ ਹਾਂ, ਹੋਸ਼ 'ਚ। ਪਰ ਜਦੋਂ ਅਸੀਂ 15-20 ਦਿਨ ਮਹੀਨਾ ਗੱਡੀ ਚਲਾ ਲਈ, ਫਿਰ ਸਾਨੂੰ ਹੋਸ਼ ਨਹੀਂ ਰਹਿ, ਹੁਣ ਹੋਸ਼ ਨਾਲ ਕੰਮ ਕਰਨ ਦੀ ਲੋੜ ਨਹੀਂ, ਕਿਉਂਕਿ ਅੰਦਰ ਜਿਹੜਾ ਨਾ ਸਬਕੌਂਸ਼ੀਅਸ ਮਾਈਂਡ ਨੇ ਸਾਰਾ ਡਾਟਾ ਲੈ ਲਿਆ ਤੁਹਾਡਾ। ਹੁਣ ਤੁਹਾਡੇ ਕੋਲ ਤੇ ਹੋਸ਼ ਨਹੀਂ ਹੈਗੀ। ਤੁਸੀਂ ਪਾਠ ਵੀ ਉਹਦੇ ਨਾਲ ਹੀ ਪੜ੍ਹਦੇ ਜੋ, ਤਾਂ ਹੀ ਉਹ ਤੇ ਗਤੀ ਨਹੀਂ ਹੁੰਦੀ, ਕਿਉਂਕਿ ਮਸ਼ੀਨ ਪੜ੍ਹਦੀ ਪਈ ਹੈ, ਤੁਸੀਂ ਤੇ ਪੜ੍ਹਦੇ ਨਹੀਂ ਪਏ। ਬਿਲਕੁਲ।
ਉੱਥੇ। ਹਾਂਜੀ ਨੇਜਾ ਸਾਹਿਬ, ਤੇ ਹੋਸ਼ ਦਾ ਮਤਲਬ ਹੈ ਕਿ ਮਨ ਨਹੀਂ ਹੈਗਾ ਉੱਥੇ, ਮਨ ਦਾ ਮਤਲਬ ਵਿਚਾਰ ਨਹੀਂ ਹੈਗੇ। ਮਨ ਨਹੀਂ ਹੈਗਾ ਤੇ ਉੱਥੇ ਹਾਂ ਮਨ ਨਹੀਂ ਹੈਗਾ ਤੇ ਉੱਥੇ ਤੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਵੀ ਨਹੀਂ ਹੈਗੀਆਂ, ਬੁੱਧੀ ਵੀ ਹੈ ਨਹੀਂ ਗੀ, ਬੁੱਧੀ ਵੀ ਸ਼ਾਂਤ ਹੋ ਜਾਏਗੀ ਉਸ ਜਗ੍ਹਾ ਦੇ ਉੱਤੇ, ਕੇਵਲ ਸੁਰਤ ਰਹਿ ਜਾਏਗੀ। ਨੇਜਾ ਸਾਹਿਬ ਉੱਥੇ ਆ ਜਿਹੜਾ ਸੰਸਾਰ ਹੈ ਨਾ, ਜੜ, ਆ ਧਰਤੀ, ਪਾਣੀ, ਆਕਾਸ਼, ਬਿਲਕੁਲ ਨਹੀਂ, ਪਵਨ, ਆ ਇਹ ਨਹੀਂ, ਪੰਜ ਤੱਤ ਉੱਥੇ ਨਹੀਂ ਹੈਗੇ ਜੋ, ਨਾ ਰਜੋ ਤਮੋ ਤੇ ਸਤੋ ਗੁਣ ਹੈਗੇ ਜੋ। ਹਾਂ ਬਿਲਕੁਲ, ਬਹੁਤ ਵਧੀਆ। ਉੱਥੇ ਬ੍ਰਹਮੀ ਰਹਿ ਗਿਆ ਗੱਲਾਂ। ਮਤਲਬ ਇੱਕ ਮਾੜਾ ਡਾਊਟ ਹੈ ਮੇਰਾ ਵੀ ਉੱਥੇ ਜਾ ਕੇ ਸੁਰਤ ਦੇਖ ਰਹੀ ਹੁੰਦੀ ਹੈ ਜਾਂ ਅਸੀਂ ਸੁਰਤ ਨੂੰ ਦੇਖ ਰਹੇ ਹੁੰਦੇ ਆ? ਮੇਰਾ ਇਸ ਤਰ੍ਹਾਂ ਦਾ ਮਾੜਾ ਡਾਊਟ ਹੈ। ਸੁਰਤ ਹੀ ਆ ਗਈ, ਉੱਥੇ ਚੇਤਨਾ ਰਹਿ ਗਈ ਤੁਹਾਡੀ, ਕੱਲੀ ਚੇਤਨਾ। ਹਾਂ ਬਸ ਸ਼ੁੱਧ ਚੇਤਨਾ, ਸ਼ੁੱਧ, ਇੱਕਦਮ ਸ਼ੁੱਧ। ਉਹਨੂੰ ਮਣੀ ਕਹਿੰਦੇ ਨੇ, ਸ਼ੁੱਧ ਮਸਤ ਮਣੀ, ਦਾਗ ਰਹਿਤ। ਉਹਨੂੰ ਉਹ ਬ੍ਰਹਮ ਰਹਿ ਜਾਂਦਾ ਉੱਥੇ। ਉਹ ਜਿਹਨੂੰ ਕਹਿੰਦੇ ਨੀ ਆ ਰੂਪ ਨਾ ਰੰਗ ਨਾ ਰੇਖ ਕੁਛ ਤੈ ਗੁਣ ਸੇ ਪ੍ਰਾਪਤ ਹੈ, ਉਹ ਬ੍ਰਹਮ ਹੀ ਰਹਿ ਜਾਂਦਾ ਉੱਥੇ। ਫਿਰ ਤੁਸੀਂ ਬ੍ਰਹਮ ਦੇ ਨਾਲ ਅਲਾਈਨ ਹੋ ਗਏ ਜੋ, ਤੁਹਾਡੀ ਫ੍ਰੀਕੁਐਂਸੀ ਬ੍ਰਹਮ 'ਚ ਚਲ ਗਈ। ਹੁਣ ਬੜੀ ਵੱਡੀ ਅਵਸਥਾ ਹੈ ਇੱਥੇ। ਤੁਸੀਂ ਸਮਾਧੀ 'ਚ ਅਨੁਭਵ ਕੀਤਾ ਹੈ, ਤੁਹਾਨੂੰ ਅਵਸਥਾ ਪ੍ਰਾਪਤ ਨਹੀਂ ਹੋਈ। ਅਨੁਭਵ ਕਰਨ 'ਚ ਤੇ ਅਵਸਥਾ ਪ੍ਰਾਪਤ ਕਰਨ 'ਚ ਬੜਾ ਫਰਕ ਹੈ। ਅਵਸਥਾ ਉਦੋਂ ਪ੍ਰਾਪਤ ਹੋਣੀ ਜਦੋਂ ਤੁਹਾਡਾ ਜੀਵਨ ਉੱਚਾ ਹੋ ਗਿਆ ਨੇ ਜੈਸਾ। ਉਹ ਸੈਂਪਲ ਫ੍ਰੀ ਹੈ। ਤੁਸੀਂ ਉੱਥੇ ਜਾ ਕੇ ਉੱਥੇ ਕੋਈ ਚਾਰਜ ਥੋੜੀ ਲੈਣ ਤੇ ਆਓ। ਉਹਦੇ ਨਾਲ ਕੀ ਨਿਜਾ ਸਾਹਿਬ ਅੰਦਰੋਂ ਆਵਾਜ਼ ਆਉਣੀ ਆ, ਤੂੰ ਦਾਨ ਕਰ, ਚੋਰੀ ਨਾ ਕਰ। ਹੁਣ ਉਹ ਆਵਾਜ਼ ਤੈਨੂੰ ਸੁਣਨੀ ਪੈਣੀ ਆ, ਤੇ ਉਹ ਫਿਰ ਚੋਰੀ ਨਹੀਂ ਕਰਨੀ ਪਊਗੀ। ਪਰ ਜੇ ਤੇ ਚੋਰੀ ਕਰਦੇ ਜੇ ਤੁਸੀਂ ਉਹਨੂੰ ਅਨੁਭਵ ਕਰ ਸਕਦੇ, ਪਰ ਤੁਸੀਂ ਮੁਕਤ ਨਹੀਂ ਹੋ ਸਕਦੇ। ਬਿਲਕੁਲ, ਇਹ ਬਿਲਕੁਲ, ਇੱਥੇ ਕੋਈ ਡਾਊਟ ਨਹੀਂ। ਇਹਦੇ ਵੀ ਸਾਰਾ ਦਿਨ ਠੱਗੀਆਂ ਮਾਰੀਆਂ ਤੇ ਸ਼ਾਮੀ ਸਮਾਧੀ 'ਚ ਪ੍ਰਵੇਸ਼ ਕਰ ਲਿਆ, ਮੁਕਤ ਹੋ ਜਾਓਗੇ ਨਾ। ਸਮਾਧੀ ਫ੍ਰੀ 'ਚ ਆ, ਪਰ ਸਮਾਧੀ ਨੇ ਕੀ ਕਰਨਾ ਹੈ ਕਿ ਥੋੜਾ ਤੁਹਾਡਾ ਸ਼ੀਸ਼ਾ ਕਲੀਨ ਕਰ ਦੇਣਾ। ਤੁਹਾਨੂੰ ਜਿਹੜਾ ਦਿਖਾ ਦੇਣਾ ਕਿ ਚਰਨਜੀਤ ਇੱਕ ਲਾਲ ਹੀ ਤੇ ਇੱਕ ਹਰਿਆ ਹੀ, ਤੇ ਫੜਨਾ ਕਿਹੜਾ ਹੀ ਤੈਨੂੰ ਇਹ ਦਿਖਦਾ ਨਹੀਂ ਪਿਆ। ਥੋੜਾ ਸ਼ੀਸ਼ਾ ਜਿਹੜਾ ਨਾ ਧੁੰਦ ਨਹੀਂ ਪਈ। ਉਹ ਕਹਿੰਦੇ ਅੱਖਾਂ 'ਚ ਕੀ ਕਹਿੰਦੇ ਆਇਆ ਅੱਗੇ, ਕੁਕਰੇ ਆ ਗਿਆ, ਕੈਟਰੈਕਟ ਨਹੀਂ, ਤੇਲ ਨਹੀਂ, ਤੇਲ ਉਹ ਜਿਹੜਾ ਕਹਿੰਦੇ ਥੰਧਾਈ ਆ ਗਈ, ਥੰਧਾਈ। ਆ ਬਾਣੀ 'ਚ ਵੀ ਲਿਖਿਆ ਨਾ। ਹਾਂ, ਬਾਣੀ 'ਚ ਲਿਖਿਆ ਥੰਧਾਈ ਆ ਗਈ। ਹਾਂ, ਉਹਦੇ 'ਚ ਫਿਰ ਪਤਾ ਕੀ ਹੁੰਦਾ, ਬੜਾ ਇੱਥੇ ਬੜੀ ਇੰਟਰਸਟਿੰਗ ਹੈ। ਏਦਾਂ ਤੁਸੀਂ ਸੱਚ ਬੋਲੋਗੇ ਨਾ, ਕੋਈ ਫਾਇਦਾ ਨਹੀਂ ਹੈਗਾ। ਸਮਾਧੀ 'ਚ ਜਾ ਕੇ ਸੱਚ ਬੋਲੋਗੇ ਤਾਂ ਬਹੁਤ ਫਾਇਦਾ ਹੈ, ਕਿਉਂਕਿ ਗਿਆਨ ਹੋ ਗਿਆ ਤੁਹਾਨੂੰ। ਫਿਰ ਕਬੀਰ ਨੂੰ ਉੱਤੇ ਚੜ ਰਹੇ ਆਪਾਂ, ਉੱਪਰ ਚੜਨਾ ਹੈ ਨਾ। ਬਿਲਕੁਲ, ਭੋਗ ਆ ਗਿਆ, ਤੁਸੀਂ ਭੋਗਦੇ ਨਹੀਂ ਪੈ ਜਾਓ, ਤੁਸੀਂ ਸੰਜਮ ਕਰ ਲਿਆ। ਤੇ ਉਹ ਜਿਵੇਂ ਜਿਵੇਂ ਛੱਡੋਗੇ, ਬੜਾ ਸਾਇੰਟੀਫਿਕਲੀ ਆ ਪ੍ਰਮਾਤਮਾ ਨੇ ਅਰੇਂਜਮੈਂਟ ਬਣਾਇਆ। ਕੋਈ ਏਦਾਂ ਹਵਾ 'ਚ ਫੇਰ ਨਹੀਂ ਕਿਸੇ ਨੇ ਮੱਥੇ ਤੇ ਹੱਥ ਰੱਖਿਆ, ਚੱਲ ਵੀ ਤੂੰ ਮੁਕਤ ਹੋ ਗਿਆ। ਇਹ ਕਿਹੜੀਆਂ ਗੱਪਾਂ। ਤੇ ਇਹ ਜਿਹੜਾ ਇਹ ਸਿਸਟਮ ਹੈਗਾ। ਹਾਂਜੀ ਨਿਜਾ ਸਾਹਿਬ, ਆਪ ਕਥਾ ਕਰੋ। ਦੁਖੰ ਭਯੰਤ ਸੁਖਯੰ ਭੈ ਭੀਤ ਤਾਂ ਨਿਰਭੈ। ਦੁੱਖ ਕਹਿੰਦੇ ਸੁੱਖ ਦੇ ਵਿੱਚ ਕਨਵਰਟ ਹੋ ਜਾਂਦੇ ਆ ਭਾਈ। ਔਰ ਜਿਹੜਾ ਭੈ ਭੀਤ ਸੀ, ਜਿਹੜੀ ਮਾਇਆ ਡਰਾਉਂਦੀ ਸੀਗੀ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਡਰਾਉਂਦੇ ਸੀਗੇ, ਉਹ ਜਿਹੜੇ ਹੈਗੇ ਆ ਉਹਨਾਂ ਤੋਂ ਨਿਰਭੈ ਹੋ ਜਾਂਦਾ ਹੈ। ਥਾਨ ਵਿਹੂਨ ਵਿਸਰਾਮੰ ਨਾਮੰ। ਜਿਹਦੇ ਕੋਲ ਕੋਈ ਥਾਨ ਨਹੀਂ ਸੀਗਾ, ਭਟਕੀ ਜਾ ਰਿਹਾ ਸੀਗਾ, ਮਨ ਇਸ ਤਰ੍ਹਾਂ ਉੱਡੀ ਜਾਂਦਾ ਸੀ। ਉਹ ਨਾਮ ਦੇ ਨਾਲ ਜਿਹੜਾ ਹੈਗਾ ਵਿਚਾਰ ਖਤਮ ਹੋ ਗਏ। ਮਨ ਨਾਮ ਦੀ ਚੀਜ਼ ਜਿਹੜੀ ਹੈ ਇੱਕ ਨਹੀਂ ਰਹੀ, ਸੁਰਤ ਰਹਿ ਗਈ ਕੇਵਲ। ਨਾਨਕ ਕਿਰਪਾਲ ਹਰ ਹਰ ਗੁਰੈ। ਇਸ ਤਰੀਕੇ ਦੇ ਨਾਲ ਗੁਰੂ ਨੇ ਕਿਰਪਾ ਕਰਕੇ ਜਿਹੜਾ ਹੈਗਾ ਇਹ ਧਿਆਨ ਸਿਮਰਨ ਦੀ ਬਖਸ਼ਿਸ਼ ਕਰ ਦਿੱਤੀ, ਜਿਹੜਾ ਗੁਰੂ ਪਰਮਾਤਮਾ ਦਾ ਰੂਪ ਹੈ। ਹਾਂਜੀ ਵੀਰ ਜੀ। ਹਾਂਜੀ ਨਿਜਾ ਸਾਹਿਬ ਬੋਲੋ। ਮੈਂ ਕਿਹਾ ਇਹ ਜਿਹੜਾ ਹੈਗਾ ਮਹਾਰਾਜ ਕਹਿੰਦੇ ਇਹ ਅਵਸਥਾ ਜਦ ਪ੍ਰਾਪਤ ਹੋ ਗਈ ਤੇ ਦੁੱਖ ਜਿਹੜੇ ਹੈਗੇ ਸੁੱਖ ਦੇ ਵਿੱਚ ਕਨਵਰਟ ਹੋ ਜਾਣੇ ਆ। ਦੁੱਖੰ ਭਯੰਤ ਸੁਖਯੰ ਭੈ ਭੀਤੰ ਤਾਂ ਨਿਰਭੈ। ਭੈ ਭੀਤ ਜਿਹੜਾ ਸੀ ਇਨਸਾਨ ਮਾਇਆ ਡਰਾਉਂਦੀ ਸੀਗੀ, ਨਿਰਭੈ ਹੋ ਜਾਏਗਾ। ਔਰ ਥਾਨ ਬਿਲਕੁਲ ਠੀਕ ਹੈ ਜੀ। ਹਾਂਜੀ ਹਾਂ, ਇੱਕ ਸੈਕਿੰਡ ਨਿਜਾ ਸਾਹਿਬ, ਇੰਨਾ ਮੈਨੂੰ ਬੋਲਣ ਦਿਓ। ਹਾਂਜੀ। ਸਭ ਤੋਂ ਪਹਿਲਾਂ ਤੁਹਾਡੇ ਦੁੱਖ ਖਤਮ ਹੋ ਜਾਣੇ ਆ। ਦੁੱਖ ਤੇ ਕਲੇਸ਼ ਉਹ ਸੁੱਖ ਬਣ ਜਾਣੇ ਆ। ਉਸ ਤੋਂ ਬਾਅਦ ਜਿਹੜਾ ਤੁਹਾਨੂੰ ਡਰ ਆਉਂਦਾ ਸੀ ਨਾ ਜੀਵਨ ਦੇ ਪ੍ਰਤੀ, ਡਰ, ਹਾਏ ਪਤਾ ਨੀ ਕੀ ਹੋਊਗਾ, ਜੀਵਨ ਕਿੱਦਾਂ ਜਾਣਾ, A to Z ਜਿਹੜੇ ਡਰ ਆ ਨਾ ਉਹ ਤੁਹਾਡੇ ਖਤਮ ਹੋ ਜਾਣੇ। ਹਾਂਜੀ ਨਿਜਾ ਸਾਹਿਬ ਅੱਗੇ। ਥਾਨ ਵਿਹੂਨ ਵਿਸਰਾਮੰ ਨਾਮੰ। ਕਹਿੰਦੇ ਜਿਹੜਾ ਭਟਕ ਰਿਹਾ ਸੀਗਾ, ਕੋਈ ਜਗ੍ਹਾ ਟਿਕਦਾ ਹੀ ਨਹੀਂ ਸੀ। ਮਨ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਹੈਗਾ ਉੱਡਿਆ ਫਿਰਦਾ ਸੀ, ਪਾਰੇ ਵਾਂਗੂ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਮੱਛੀ ਵਾਂਗੂ ਮਨ ਕਹਿੰਦੇ ਵਿਸਰਾਮ ਹੋ ਜਾਂਦਾ ਹੈ, ਇੱਕਦਮ ਜਿਹੜਾ ਹੈਗਾ ਨਿਸ਼ਚਲ ਹੋ ਜਾਂਦਾ ਹੈ। ਨਾਮ ਦੇ ਨਾਲ ਇਹ ਹੋ ਜਾਂਦਾ ਹੈ। ਥਾਨ ਵਿਹੂਨ ਵਿਸਰਾਮੰ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੈ। ਜਿਹਦੇ ਉੱਤੇ
ਗੁਰੂ ਜਿਹੜਾ ਹੈਗਾ ਪਰਮੇਸ਼ਰ ਦਾ ਰੂਪ, ਬ੍ਰਹਮ ਗਿਆਨੀ ਜਿਹੜੇ ਹੈਗੇ ਬ੍ਰਹਮ ਗਿਆਨੀ, ਜਿਹਦੇ ਦੇ ਉੱਤੇ ਕਿਰਪਾਲ ਹੋ ਗਏ, ਜਿਨ੍ਹਾਂ ਨੂੰ ਨਾਮ ਵਾਲੇ ਰਸਤੇ ਤੇ ਹੁਣ ਧਿਆਨ ਸਿਮਰਨ ਵਾਲੀ ਯੁਕਤੀ ਦੱਸ ਦਿੱਤੀ। ਹਾਂਜੀ ਵੀਰ। ਹਾਂਜੀ ਬਸ ਠੀਕ ਹੈ ਜੀ। ਜਦੋਂ ਤੁਹਾਨੂੰ ਗਿਆਨ ਪ੍ਰਾਪਤ ਹੋ ਗਿਆ, ਪਤਾ ਲੱਗ ਗਿਆ ਕਿ ਨਿਰਗੁਣ ਬ੍ਰਹਮ ਦੀ ਭਗਤੀ ਕੀ ਹੈ, ਤੁਸੀਂ ਮੂਰਤੀਆਂ ਤੋਂ ਪਖੰਡੀਆਂ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਤੇ ਕਿਰਪਾ ਹੋ ਜਾਣੀ ਹੈ। ਔਖਾ ਕੰਮ ਥੋੜੀ। ਓਏ ਅਸਲ ਦੇ ਵਿੱਚ ਸੰਗਤ ਤੁਹਾਡੇ ਤੋਂ ਨਕਲੀ ਗਿਆਨ ਹੀ ਖੋ ਸਕਦੀ ਆ, ਅਸਲੀ ਤੇ ਪ੍ਰਗਟ ਹੀ ਹੈ। ਜਿੰਨਾ ਚਿਰ ਆਪਣੇ ਕੋਲ ਨਕਲੀ ਗਿਆਨ ਹੈ, ਅਸਲੀ ਨਹੀਂ ਜੋ ਮਿਲਣਾ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਤੁਸੀਂ ਨਕਲੀ ਪਾ ਕੇ ਤੇ ਬੈਠੇ ਜੋ, ਤੁਹਾਡੇ ਤੋਂ ਉਹ ਤੇ ਲਵਾਉਣੇ ਉਹਨਾਂ ਸੰਗਤ ਨੇ ਕਹਿਣਾ ਲਾ। ਤੁਸੀਂ ਕਹਿੰਦੇ ਨਹੀਂ ਲਾਉਣਾ, ਇਹ ਤੇ ਬੜਾ ਪੁਰਾਣਾ ਸੂਟ ਹੈ ਮੇਰਾ, 40-50 ਸਾਲ ਪੁਰਾਣਾ, ਮੈਨੂੰ ਬਾਬੇ ਨੇ ਦਿੱਤਾ ਸੀ। ਉਹ ਕਹਿੰਦੇ ਇਹੋ ਹੀ ਤੇ ਪੌੜਾ, ਇਹਨੂੰ ਲਾ ਕੇ ਸਾਈਡ ਤੇ ਰੱਖ। ਨਿੱਜਰ ਸਾਹਿਬ ਬਿਲਕੁਲ ਗੋਰਖੀ ਸਾਹਿਬ ਸਹੀ। ਜਨੇਊ ਉਹਨਾਂ ਨੇ ਤੇ ਜਨੇਊ ਫੜ ਲਿਆ, ਅਗਲਿਆਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਦੇ ਦੇ ਸਾਨੂੰ। ਇਹ ਨਹੀਂ ਪਾਉਣਾ, ਨਹੀਂ ਪਾਉਣਾ। ਤੇ ਹਾਂਜੀ ਠੀਕ ਹੈ ਨਿੱਜਰ ਸਾਹਿਬ, ਅੱਗੇ ਬੋਲੋ ਜੀ। ਅੱਗੇ ਸਰਬਸ਼ੀਲ ਮਮੰਗ ਸੀਲੰ ਸਰਬ ਪਾਵਨ ਮਮ ਪਾਵਨੰ ਪਾਵਨਾ। ਕਹਿੰਦੇ ਭਾਈ ਜਿਹੜਾ ਸਾਰਿਆਂ ਨੂੰ ਜਿਹੜਾ ਹੈਗਾ ਸ਼ੀਲ ਕਹਿੰਦੇ ਆ ਬਈ, ਜਿਹੜਾ ਹੈਗਾ ਜਿਸ ਤਰ੍ਹਾਂ ਕਹਿੰਦੇ ਨਾ ਗਊ ਬੜੀ ਸੀਲ ਹੈਗੀ, ਚੰਗੇ ਗੁਣ, ਸੀਲ ਸੁਭਾਅ, ਨਿਮਰਤਾ, ਗਰੀਬੀ, ਜਿਹੜਾ ਹੈਗਾ ਮਿੱਠੇ ਬੋਲਾਂ ਵਾਲਾ। ਸਰਬਸ਼ੀਲ ਮਮੰਗ ਸੀਲੰਗ ਕਹਿੰਦੇ ਸਾਰਿਆਂ ਨੂੰ ਜਿਹੜੇ ਚੰਗੇ ਗੁਣ ਦੇਣ ਵਾਲਾ ਹੈਗਾ, ਉਹ ਮੈਨੂੰ ਵੀ ਉਹੀ ਚੰਗੇ ਗੁਣ ਦੇਣ ਵਾਲਾ ਆ। ਮੈਂ ਵੀ ਉਸੇ ਦੀ ਭਗਤੀ ਕਰ ਰਿਹਾ ਆ, ਉਹਦਾ ਹੀ ਧਿਆਨ ਸਿਮਰਨ ਕਰ ਰਿਹਾ ਆ, ਜਿਹੜਾ ਸਾਰਿਆਂ ਨੂੰ ਸਾਰਿਆਂ ਦਾ ਦਾਤਾ ਹੈਗਾ। ਸਰਬਸ਼ੀਲ ਮਮੰਗ ਸੀਲੰਗ, ਮਮੰਗ ਮਤਲਬ ਮੇਰਾ ਵੀ ਉਹੀ ਹੈਗਾ ਭਾਈ, ਮੈਨੂੰ ਵੀ ਦਾਨ ਦੇਣ ਵਾਲਾ ਉਹੀ ਹੈਗਾ। ਸਰਬ ਪਾਵਨ ਮਮ ਪਾਵਨਾ ਹੈ, ਜਿਹੜਾ ਸਾਰਿਆਂ ਨੂੰ ਪਵਿੱਤਰ ਕਰਨ ਵਾਲਾ ਆ, ਉਹ ਮੈਨੂੰ ਵੀ ਪਵਿੱਤਰ ਕਰਨ ਵਾਲਾ ਹੈਗਾ, ਮੈਨੂੰ ਵੀ ਉਸੇ ਨੇ ਪਵਿੱਤਰ ਕਰਨਾ ਹੈ। ਸਰਬ ਕਰਤਵ ਮਮੰਗ ਕਰਤਾ, ਜਿਹਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਮੈਨੂੰ ਵੀ ਉਹਨੇ ਹੀ ਪੈਦਾ ਕੀਤਾ ਹੈ, ਮੇਰਾ ਵੀ ਉਹੀ ਹੈ ਮਾਲਕ। ਨਾਨਕ ਲੇਪ ਛੇਪ ਨਾ ਲਿਪਤੇ ਕਹਿੰਦੇ ਜਿਹਨੂੰ ਆ ਚੀਜ਼ ਜਿਹੜਾ ਆ ਪਤਾ ਲੱਗ ਗਿਆ, ਜਿਹੜਾ ਮਾਲਕ ਪਰਮਾਤਮਾ ਨੂੰ ਜਿਹਨੇ ਕਰਤਾ ਮੰਨ ਲਿਆ, ਕਹਿੰਦੇ ਮਾਇਆ ਜਿਹੜੀ ਉਹਨੂੰ ਨਹੀਂ ਟੱਚ ਕਰ ਸਕਦੀ। ਹੁਣ ਇਹ ਜਿਹੜੇ ਹੈਗੇ ਆ ਮਾਇਆ ਉਹਨੂੰ ਡੁਲਾ ਨਹੀਂ ਸਕਦੀ। ਹਾਂਜੀ ਵੀਰ। ਹਾਂਜੀ ਨਿੱਜਰ ਸਾਹਿਬ ਦੁਬਾਰਾ ਤੋਂ ਬੋਲਿਓ। ਸਰਬਸ਼ੀਲ ਮਮੰਗ ਸੀਲੰਗ ਕਹਿੰਦੇ ਸਾਰਿਆਂ ਨੂੰ ਚੰਗੇ ਗੁਣ ਦੇਣ ਵਾਲਾ, ਸੀਲ ਸੁਭਾਅ ਜਿਹੜਾ ਹੈਗਾ, ਨਿਮਰਤਾ, ਗਰੀਬੀ, ਹੰਬਲਨੈਸ ਜਾਂ ਮਿੱਠੇ ਬੋਲਾਂ ਦਾ ਸੁਭਾਅ ਦੇਣ ਵਾਲਾ, ਜਿਹੜਾ ਸਾਰਿਆਂ ਨੂੰ ਦਿੰਦਾ, ਮੈਨੂੰ ਵੀ ਉਹੀ ਦਊਗਾ, ਮੇਰਾ ਵੀ ਤਾਂ ਉਹੀ ਮਾਲਕ ਹੈ। ਸਰਬ ਪਾਵਨ ਮਮ ਪਾਵਨ ਹੈ, ਜਿਹੜਾ ਸਾਰਿਆਂ ਨੂੰ ਪਵਿੱਤਰ ਕਰਦਾ ਹੈ, ਮੈਨੂੰ ਵੀ ਉਹੀ ਪਵਿੱਤਰ ਕਰ ਰਿਹਾ ਹੈ। ਸਰਬ ਕਰਤਵ ਮਮੰ ਕਰਤਾ, ਜਿਹੜਾ ਸਾਰਿਆਂ ਨੂੰ ਜਿਹੜਾ ਹੈਗਾ ਪੈਦਾ ਕਰਨ ਵਾਲਾ ਆ, ਮੇਰਾ ਵੀ ਉਹੀ ਕਰਤਾ ਹੈਗਾ। ਨਾਨਕ ਲੇਪ ਛੇਪ ਨਾਲ ਲਿਪਤੇ, ਜਿਨ੍ਹਾਂ ਨੂੰ ਆਹ ਚੀਜ਼ ਜਿਨ੍ਹਾਂ ਦੇ ਕੋਲ ਆ ਗਈ, ਪਰਮੇਸ਼ਰ ਦੇ ਜਿਹੜਾ ਹੈਗਾ, ਜਿਨ੍ਹਾਂ ਨੇ ਮਾਲਕ ਨੂੰ ਸਭ ਕੁਝ ਮੰਨ ਲਿਆ, ਕਹਿੰਦੇ ਉਹਨੂੰ ਮਾਇਆ ਜਿਹੜੀ ਹੈਗੀ, ਉਹ ਮਾਇਆ ਦੇ ਜਰਾ ਵੀ ਮਾਇਆ ਲੇਪ ਛੇਪ ਨਹੀਂ ਕਰ ਸਕਦੀ, ਜਰਾ ਵੀ ਕਾਲਕ ਨਹੀਂ ਲਾ ਸਕਦੀ ਉਹਨਾਂ ਦੇ ਉੱਤੇ। ਹਾਂਜੀ ਵੀਰ। ਠੀਕ ਹੈ ਜੀ। ਉਹ ਨਾ ਅੱਜ ਮੈਂ ਕਹਾਣੀ ਪੜ੍ਹਦਿਆ ਸਾਂ, ਮੈਨੂੰ ਨਾ ਅਵਤਾਰ ਕੌਰ ਨੇ ਇੱਕ ਕਹਾਣੀ ਭੇਜੀ, ਬੜੀ ਵਧੀਆ ਕਹਾਣੀ। ਉਹ ਕੋਈ ਜਾਣਦਿਆ ਸੀ, ਉਹ ਨਿੱਜਰ ਸਾਹਿਬ ਪਰਮਾਤਮਾ ਕੋ ਬੰਦਾ ਜਾਣਦਿਆ ਸੀ। ਹਾਂਜੀ ਹਾਂਜੀ। ਉਹ ਬਾਅਦ ਚ ਵੇਖਿਆ ਕਿ ਛੋਟਾ ਜਿਹਾ ਬੋਟ ਜਿਹਾ ਸੀ, ਤੇ ਉਹ ਬੋਟ ਦੇ ਨਾ ਨਿੱਜਰ ਸਾਹਿਬ ਵਾਲ ਝੜੇ ਪਏ ਉਹਦੇ, ਤੇ ਉਹ ਜਿੱਥੇ ਰਹਿੰਦਿਆ ਸੀ ਰੇਗਿਸਤਾਨ ਸੀ, ਪਾਣੀ ਦੀ ਬੜੀ ਕਮੀ ਸੀ, ਰੁੱਖ ਉੱਤੇ ਕੋਈ ਨਾ, ਬੜਾ ਔਖਾ ਜੀਵਨ ਬਤੀਤ ਕਰਨ ਦਿਆ ਵਿਚਾਰਾ। ਤੇ ਉਹਨੇ ਨੂੰ ਵੇਖਿਆ ਇਹਨੂੰ ਕਿ ਬਈ ਤੂੰ ਉੱਥੇ ਚੱਲਿਆ ਤੇ ਮੇਰਾ ਪੁੱਛ ਕੀ ਹਿਸਾਬ ਕਿਤਾਬ ਹੈ। ਉਹ ਜੀ ਠੀਕ ਹੈ ਜੀ। ਉਹ ਗਿਆ ਤੇ ਉੱਥੇ ਐਂਜਲ ਨੂੰ ਪੁੱਛਦਾ, ਬਈ ਏਦਾਂ ਇੱਕ ਰਾਹ ਚ ਮਿਲਿਆ ਸੀ ਬੋਟ ਤੇ, ਉਹਦਾ ਕੀ ਮਸਲਾ ਹੈ? ਉਹ ਕਹਿੰਦੇ ਨੇ 7 ਸਾਲ ਉਹਨੇ ਏਦਾਂ ਦਾ ਜੀਵਨ ਹੋਰ ਬਤੀਤ ਕਰਨਾ। ਨਿੱਜਰ ਸਾਹਿਬ ਕਹਿੰਦੇ ਹਜੇ 7 ਸਾਲ ਉਹਦਾ ਜੀਵਨ ਏਦਾਂ ਦਾ ਹੋਰ ਚੱਲਣਾ, ਉਹਦੇ ਕਰਮ ਆ। ਤੇ ਕਹਿਣ ਤੇ ਉਹ ਕਹਿੰਦੇ ਕਿ 7 ਸਾਲ ਨਿੱਜਰ ਸਾਹਿਬ ਇਹਨੇ ਰਹਿਣਾ ਏਦਾਂ। ਤੇ ਉਹ ਕਹਿੰਦੇ ਕਿ ਠੀਕ ਆ। ਉਹ ਵਾਪਸ ਆ ਗਿਆ, ਬੜਾ ਹੈਰਾਨ ਹੋਇਆ। ਉਹ ਕਹਿੰਦੇ ਵੇਖਿਆ ਕਿ ਇਹ ਤੇ ਬੜੀ ਔਖੀ ਜ਼ਿੰਦਗੀ ਆ, ਕਿ ਜੇ
ਜੇ 7 ਸਾਲ ਇਹਨੂੰ ਕੱਢਣੇ ਪੈਣੇ ਆ, ਚਲੋ ਉਹਨੇ ਆ ਕੇ ਦੱਸਣਾ ਹੀ ਸੱਚ। ਤੇ ਚਲੋ ਜੀ ਇੰਨੀ ਗੱਲ ਹੋ ਗਈ। ਉਹ ਆਇਆ ਤੇ ਉਹਨੇ ਕਿਹਾ ਵੀ ਤੇਰੇ ਸਜਣਾ 7 ਸਾਲ ਤੈਨੂੰ ਹੋਰ ਲੱਗ ਜਾਣੇ, ਤੇਰਾ ਜੀਵਨ ਏਦਾਂ ਦਾ, ਤੇਰੇ ਕਰਮ ਏਦਾਂ ਤੈਨੂੰ ਭੋਗਣੇ। ਤੇ ਉਹਨੇ ਜਿਹਾ ਪਤਾ ਕੀਤਾ, ਉਹਦਾ ਚਿੜਾ ਹੀ ਨਾ, ਉਹਨੇ ਸ਼ੁਕਰ ਕਰਨਾ ਸ਼ੁਰੂ ਕਰਤਾ। ਪਿਆਸ ਲੱਗਣੀ, ਕਹਿਣਾ ਪ੍ਰਮਾਤਮਾ ਇਹ ਵੀ ਤੇਰੀ ਕਿਰਪਾ। ਰੁੱਖ ਨਾ ਮਿਲਣਾ, ਕਹਿਣਾ ਇਹ ਵੀ ਪ੍ਰਮਾਤਮਾ ਤੇਰੀ ਕਿਰਪਾ। ਜੋ ਵੀ ਦੁੱਖ ਮਿਲੇ ਉਹਨੇ ਕਹਿਣਾ ਪ੍ਰਮਾਤਮਾ ਮੈਂ ਧੰਨਵਾਦੀ ਹਾਂ, ਦੁਖੀ ਨਹੀਂ ਹਾਂ ਮੈਂ, ਕਿਉਂਕਿ ਮੇਰੇ ਕਰਮ ਹੈ, ਮੈਂ ਭੋਗ ਰਿਹਾ। ਉਹ ਬਾਅਦ ਦੇ ਵਿੱਚ ਨਿੱਜਾ ਸਾਹਿਬ ਉਹ ਕੀ ਹੋਇਆ ਕਿ ਉਹ ਬੰਦਾ ਜਿਹੜਾ ਨਾ ਉਹ ਫੇਰ ਵਾਪਸ ਆਉਂਦੀ ਲੰਘਣ ਦਿਆ ਤੇ ਉਹਨੇ ਵੇਖਿਆ ਤੇ ਬਾਅਦ ਦੇ ਵਿੱਚ ਉਹਨੇ ਵੇਖਿਆ ਕਿ ਇਹ ਜਿਹੜਾ ਮਤਲਬ ਚਿੜੇ ਦੇ ਵਾਲ ਵੀ ਉੱਗ ਪਏ ਨੇ, ਜਿਸ ਉਹਦੇ ਨਾਲ ਵਾਲ ਉੱਗ ਗਏ, ਉਹਦੇ ਫਰ ਉੱਗ ਗਏ, ਪਾਣੀ ਵੀ ਆ ਗਿਆ, ਉੱਥੇ ਇੱਕ ਰੁੱਖ ਵੀ ਉੱਗ ਗਿਆ। ਉਹ ਹੈਰਾਨ ਹੋ ਗਿਆ। ਉਹ ਜਦੋਂ ਵਾਪਸ ਆਇਆ ਤੇ ਉਹਨੇ ਇੰਜਨ ਨੂੰ ਪੁੱਛਿਆ ਕਿ ਇੰਜਨ ਨੂੰ ਕਿ ਇਹ ਤੇ ਤੁਸੀਂ ਕਹਿੰਦੇ ਸੀਗੇ ਇੰਨਾ ਸਮਾਂ ਲੱਗੂਗਾ ਤੇ 7-8 ਦਿਨਾਂ ਚ ਉਹ ਤੇ ਕਾਫੀ ਪ੍ਰੋਗਰੈਸ ਹੋ ਗਈ ਉਹਦੀ। ਫਿਰ ਉਸ ਇੰਜਨ ਨੇ ਕਿਹਾ ਕਿ ਪ੍ਰਮਾਤਮਾ ਦੇ ਘਰ ਦੇ ਰੂਲਸ ਕੁਛ ਅਲੱਗ ਨੇ। ਜਦੋਂ ਇਹਨੇ ਕਹਿਤਾ ਕਿ ਪ੍ਰਮਾਤਮਾ ਤੇਰਾ ਹੁਕਮ ਹੈ, ਮੈਨੂੰ ਮਨਜ਼ੂਰ ਹੈ, ਪਿਆਸ ਲੱਗੀ, ਪਾਣੀ ਨਹੀਂ ਅਵੇਲੇਬਲ, ਮੈਨੂੰ ਮਨਜ਼ੂਰ ਆ, ਮੈਂ ਲੂਣ ਵਾਲਾ ਪਾਣੀ ਪੀ ਰਿਹਾ, ਰੁੱਖ ਨਹੀਂ ਹੈਗਾ, ਮੈਂ ਇੱਥੇ ਪੱਥਰਾਂ ਚ ਲੋਕ ਕੇ ਆਪਣਾ ਸਮਾਂ ਕੱਢ ਰਿਹਾ। ਕਹਿੰਦਾ ਇਹ ਕੇਵਲ 2-4 ਲਫ਼ਜ਼ ਬੋਲਣ ਦੇ ਨਾਲ ਹੀ ਕਹਿੰਦਾ ਉਹਦਾ ਜੀਵਨ ਆਟੋਮੈਟਿਕਲੀ ਨਜ਼ਰ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਦਿਲ ਪਿਘਲ ਜਾਂਦਾ ਕਿਤੇ। ਬਿਲਕੁਲ। ਉਹ ਕਹਿੰਦੇ ਉਹ ਚੀਜ਼ ਨੂੰ ਉਹਦੇ ਕਰਮ ਕੱਟ ਦਿੰਦਾ ਬੰਦੇ ਤੇ। ਇਹ ਜੋ ਵੀ ਇਹਨੂੰ ਮੈਂ ਦੇ ਰਿਹਾ ਇਹ 7 ਸਾਲ 7 ਦਿਨ ਚ ਕਨਵਰਟ ਕਰਤੇ ਉਹਨੇ। ਸੂਲੀ ਦਾ ਦਰਦ ਸੂਲ ਦੇ ਵਿੱਚ ਹੀ ਨਿਪਟਾਤਾ। ਇਹ ਸੱਚ ਹੈ ਨਜ਼ਰ ਸਾਹਿਬ, ਇਹ ਬਿਲਕੁਲ ਸੱਚ ਜੀ। ਬਿਲਕੁਲ ਸਹੀ ਹੈ ਜੀ। ਤੇ ਜਦੋਂ ਆਪਾਂ ਚੰਗਾ ਖਾ ਕੇ ਤੇ ਆਪ ਖਾਈ ਜਾਂਦੇ ਆ ਤੇ ਮੁੜ ਕੇ ਕੋਈ ਨੁਕਸਾਨ ਹੁੰਦਾ, ਕਹਿੰਦੇ ਰੱਬ ਨੇ ਕੀਤਾ, ਤੇ ਫਿਰ ਰੱਬ ਖੁਸ਼ ਹੋਊ ਸਾਡੇ ਤੋਂ? ਦੱਸੋ ਮੈਨੂੰ। ਬਿਲਕੁਲ। ਭਾਵੇਂ ਉਹ ਸ਼ਕਤੀ ਆ, ਉਹ ਕਿੱਥੋਂ ਹੀ ਖੁਸ਼ੀ ਹੋ ਜਾਂਦੇ। ਅਸੀਂ ਕਹਿੰਦੇ ਚੰਗਾ ਕੰਮ ਕੀਤਾ, ਆ ਵੀ ਮੈਂ ਬਣਿਆ ਅਫਸਰ, ਪਰ ਆਪਾਂ ਜਦੋਂ ਮਾੜਾ ਕਰਮ ਹੁੰਦਾ ਕਹਿੰਦੇ ਰੱਬ ਨੂੰ ਇਹ ਮਨਜ਼ੂਰੀ। ਇਹ ਕਿਹੜਾ ਤਰੀਕਾ ਗੱਲ ਕਰਨ ਦਾ? ਫਿਰ ਇਹ ਵੀ ਕਹੋ ਕਿ ਚੰਗਾ ਵੀ ਉਹਨੇ ਕੀਤਾ ਤੇ ਜੇ ਮਾੜਾ ਕੀਤਾ ਦੋਵੇਂ ਉਹਨੇ ਕੀਤੇ, ਫਿਰ ਮਜ਼ਾ ਆਉਂਦਾ। ਹਾਂ ਨਿੱਜਾ ਸਾਹਿਬ ਅੱਗੇ ਚੱਲੀਏ। ਅੱਗੇ ਹੈਗਾ ਜੀ 39ਵਾਂ ਸ਼ਲੋਕ। ਨ ਸੀਤਲੰ ਚੰਦਰ ਦੇਵੈ। ਦੇਖੋ ਹੁਣ ਕਹਿੰਦੇ ਚੰਦ ਬਹੁਤ ਠੰਡਾ ਆ ਦੇਖੋ ਹੁਣ ਮਹਾਰਾਜ ਕੀ ਕਹਿ ਰਹੇ ਆ। ਕਹਿੰਦੇ ਚੰਦਰ ਦੇਵਤਾ ਜਿਹੜਾ ਹੈਗਾ, ਚੰਦਰ ਦੇਵਤਾ ਕਹਿੰਦੇ ਉਹ ਵੀ ਸੀਤਲ ਨਹੀਂ ਹੈਗਾ ਭਾਈ, ਉਸ ਤੋਂ ਵੀ ਸੀਤਲ ਕੋਈ ਚੀਜ਼ ਹੈਗੀ ਆ। ਨ ਸੀਤਲੰਗ ਚੰਦਰ ਦੇਵੈ ਨ ਸੀਤਲੰਗ 52 ਚੰਦਨੈ। 52 ਚੰਦਨ, ਇੱਕ ਚੰਦਨ ਹੁੰਦਾ, ਇੱਕ 52 ਚੰਦਨ ਹੁੰਦਾ, ਇੱਕ ਚਿੱਟਾ ਚੰਦਨ ਹੁੰਦਾ ਹੈ। ਕਹਿੰਦੇ ਉਹ ਬਹੁਤ ਜਿਹੜਾ ਕਿ ਕੀਮਤੀ ਵੀ ਹੁੰਦਾ ਹੈ ਨਾਲੇ, ਔਰ ਬਹੁਤ ਸੀਤਲ ਹੁੰਦਾ ਹੈ। ਨ ਸੀਤਲੰਗ ਚੰਦਰ ਦੇਵੈ, ਕਿਉਂਕਿ ਅਸੀਂ ਨਾ ਉੱਥੇ ਮਹਾਰਾਸ਼ਟਰ ਦੇ ਵਿੱਚ ਰਹੇ, ਉੱਥੇ ਚੰਦਨ ਦੀ ਮੰਜੀ ਬਣਾ ਲਈ ਸੀਗੀ। ਮੈਂ ਛੋਟਾ ਜਿਹਾ ਸੀ, 5ਵੀਂ ਕਲਾਸ ਦਾ। ਸਾਡੇ ਉੱਥੇ ਕੋਈ ਸੀਗੇ ਮਹਾਂਪੁਰਖ ਜਿਹੜੇ ਸਾਡੇ ਫਾਦਰ ਸਾਹਿਬ, ਉਹਨਾਂ ਦੇ ਲੱਗੇ ਸੀ ਮਗਰ, ਉਹਨਾਂ ਨੂੰ ਚੰਦਨ ਦੀ ਮੰਜੀ ਬਣਾ ਕੇ ਦਿੱਤੀ ਉਹਨਾਂ ਨੇ। ਜੰਗਲ ਸੀਗਾ ਪੂਰਾ, ਚੰਦਨ ਹੀ ਚੰਦਨ ਸੀਗੇ ਉੱਥੇ। ਨ ਸੀਤਲੰਗ ਚੰਦਰ ਦੇਵੈ ਨ ਸੀਤਲੰਗ 52 ਚੰਦਨੈ ਨ ਸੀਤਲੰਗ ਸੀਤ ਰੁਤੇਣ। ਕਹਿੰਦੇ ਠੰਡ ਦੀ ਰੁੱਤ ਜਿਹੜੀ ਹੈਗੀ ਉਹ ਵੀ ਇੰਨੀ ਠੰਡਕ ਨਹੀਂ ਦੇ ਸਕਦੀ, ਉਸ ਤੋਂ ਵੀ ਠੰਡੀ ਕੋਈ ਚੀਜ਼ ਹੋਰ ਹੈਗੀ ਆ। ਨਾਨਕ ਸੀਤਲੰਗ ਸਾਧ ਸਵਜਨੈ। ਕਹਿੰਦੇ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ, ਸਾਧਨਾ ਕਰਨ ਵਾਲੇ ਸੱਜਣ ਜਿਹੜੇ ਆ, ਸੱਜਣ ਜਿਹੜੇ ਹੈਗੇ ਸਾਧ ਸੱਜਣ, ਕਹਿੰਦੇ ਉਹ ਸਭ ਤੋਂ ਜ਼ਿਆਦਾ ਸੀਤਲ ਹੈਗੇ, ਸਭ ਤੋਂ ਜ਼ਿਆਦਾ ਠੰਡ ਦੇਣ ਵਾਲੇ ਹੈਗੇ। ਹਾਂਜੀ ਬੇਬੀ। ਜੈਸਾ ਸਾਧ ਸਮਝਾ ਦਿਓ। ਹਾਂ ਬਈ, ਸਭ ਤੋਂ ਠੰਡੇ ਜਿਹੜੇ ਹੈਗੇ ਸਾਧੂ ਲੋਕ ਹੁੰਦੇ, ਸਾਧਨਾ ਕਰਨ ਵਾਲੇ ਸਭ ਤੋਂ ਠੰਡੇ ਹੁੰਦੇ ਆ। ਉਹਨਾਂ ਤੋਂ ਠੰਡ ਆਉਂਦੀ ਹੈ, ਮਨ ਦੀ, ਹਿਰਦੇ ਦੀ ਠੰਡ। ਹਿਰਦਾ ਪੂਰਾ ਠੰਡਾ ਠਾਰ ਹੋ ਜਾਂਦਾ ਹੈ। ਚੰਦਰਮਾ ਜਿਹੜਾ ਹੈਗਾ ਇੰਨਾ ਠੰਡ ਨਹੀਂ ਦੇ ਸਕਦਾ, ਚੰਦਨ ਇੰਨਾ ਠੰਡ ਨਹੀਂ ਦੇ ਸਕਦਾ, ਠੰਡੀ ਰੁੱਤ ਇੰਨੀ ਠੰਡ ਨਹੀਂ ਦੇ ਸਕਦੀ ਜਿੰਨੀ ਠੰਡਕ ਮਨ ਨੂੰ ਜਿਹੜੇ ਹੈਗੇ ਸਾਧੂ ਲੋਕ, ਸਾਧ ਸੱਜਣ ਦਿੰਦੇ। ਹਾਂਜੀ ਬਿਲਕੁਲ ਠੀਕ ਹੈ ਜੀ। ਤੁਸੀਂ ਕਿਸੇ ਐਸੇ ਗੁਰਮੁਖ ਦੀ ਸੰਗਤ ਕੀਤੀ ਜਾਂ ਨੂੰ ਸੁਣਿਆ, ਤੁਹਾਡੇ ਅੰਦਰ ਜਿਹੜੀਆਂ ਇੱਛਾਵਾਂ, ਕਾਮਨਾਵਾਂ ਜਿਹੜੀਆਂ ਹੈਗੀਆਂ ਨਾ, ਉਹ ਸਾਰੀਆਂ ਅੱਗਾਂ ਸ਼ਾਂਤ ਹੋ ਜਾਣਗੀਆਂ। ਕਿਉਂਕਿ ਉਹ ਜਿਹੜੇ ਕਥਾ ਕਰਦੇ ਨੇ, ਉਹ ਬੋਲ ਕਰਦੇ ਨੇ, ਤੁਸੀਂ ਅਨੁਭਵ ਕਰੋਗੇ। ਤੁਹਾਡੇ ਜੀਵਨ ਦੇ ਵਿੱਚ
ਜਿਹੜਾ ਹਨੇਰੀ ਆਈ ਸੀ ਨਾ, ਉਹ ਨਿੱਜਰ ਸਾਹਿਬ ਠੱਲ ਪੈਣ ਡੈ ਪੈਂਦੀ ਉਹਦੇ ਚ। ਜਿਹੜਾ ਜੀਵਨ ਸਾਨੂੰ ਦੁੱਖਾਂ ਲੱਗਦਾ ਨਾ ਕਿ ਦੁੱਖਾਂ ਦਾ ਭਰਿਆ ਹੈ, ਪਰੇਸ਼ਾਨੀਆਂ ਦਾ ਭਰਿਆ, ਫਿਰ ਸਾਨੂੰ ਗਿਆਨ ਹੁੰਦਾ ਹੈ ਕਿ ਸਾਨੂੰ ਤੇ ਪ੍ਰਮਾਤਮਾ ਨੇ ਆਲਰੇਡੀ ਬਹੁਤ ਕੁਝ ਦਿੱਤਾ ਹੈ ਨਿੱਜਰ ਸਾਹਿਬ। ਬਿਲਕੁਲ। ਉਹ ਭਰਮ ਦੇ ਕਰਕੇ ਆਪਾਂ ਮਹਿਸੂਸ ਕਰ ਰਹੇ ਸੀ, ਪਰ ਉਹ ਸੰਗਤ ਚ ਜਾਂਦੇ ਆ, ਫਿਰ ਹੌਲੀ ਹੌਲੀ ਜਿਹੜੀ ਅੰਦਰ ਸਾਡੀਆਂ ਇਛਾਵਾਂ, ਔਰ ਸਾਨੂੰ ਪਤਾ ਲੱਗਦਾ ਕਿ ਸਾਡੇ ਕੋਲ ਕਾਫੀ ਕੁਛ ਹੈਗਾ, ਔਰ ਬੜੇ ਲੋਕਾਂ ਕੋਲ ਉਹ ਵੀ ਨਹੀਂ ਹੈਗਾ। ਪਰ ਸਧਾਰਨ ਤੌਰ ਤੇ ਆਪਾਂ ਉੱਪਰ ਵੇਖਦੇ ਹਾਂ ਕਿ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਕਿਹੜੇ ਕਿਹੜੇ, ਪਰ ਜਦੋਂ ਅਸੀਂ ਥੱਲੇ ਵੇਖਦੇ ਹਾਂ, ਆਪਣੇ ਆਂਢ ਗੁਆਂਢ ਵੇਖਦੇ ਹਾਂ, ਤੇ ਸਾਡੇ ਕੋਲ ਨਿੱਜਰ ਸਾਹਿਬ ਬਹੁਤ ਕੁਝ ਹੁੰਦਾ ਹੈ। ਔਰ ਉਹਨਾਂ ਦੀ ਸੰਗਤ ਦੇ ਵਿੱਚ ਜਿਹੜੀ ਸਾਡੇ ਅੰਦਰ ਦੀ ਅਗਨ ਹੈ, ਜਿਹੜੀ ਇਛਾਵਾਂ ਦੀ ਅਗਨ ਹੈ, ਉਹ ਹੌਲੀ ਹੌਲੀ ਕਰਕੇ ਨਿੱਜਰ ਸਾਹਿਬ ਸ਼ਾਂਤ ਹੋਣ ਲੱਗ ਜਾਂਦੀ। ਬਿਲਕੁਲ, ਬਹੁਤ ਵਧੀਆ ਜੀ। ਹੁਣ ਇਸ ਤੋਂ ਅੱਗੇ ਗੋਰਖੀ ਸਾਹਿਬ ਜਿਹੜਾ ਹੈ ਨਾ ਬਹੁਤ ਕਮਾਲ ਕੀਤੀ ਹੈ। ਹੁਣ ਇੱਥੇ ਦੇਖ ਲਓ, ਮਹਾਰਾਜ ਕਹਿੰਦੇ ਆ ਨਾਨਕ ਸੀਤਲੰਗ ਸਾਧ ਸੱਜਣਾ। ਹੁਣ ਜਿਹੜਾ ਹੈਗਾ ਆਪਾਂ ਵੀ ਜੇ ਵੀ ਸਾਧ ਸੱਜਣ ਕਿਹੜੇ ਹੋਣਗੇ ਭਾਈ, ਇਹਨਾਂ ਦਾ ਕੀ ਹੈਗਾ ਮਤਲਬ? ਸਾਧ ਸੱਜਣ ਜਿਹੜੇ ਹੈਗੇ ਜਿਨ੍ਹਾਂ ਦੀ ਹੁਣ ਬਾਣੀ ਕਹਿ ਰਹੀ ਹੈ ਸਾਧ ਸੱਜਣ, ਇਹਨਾਂ ਦੇ ਲੱਛਣ ਕੀ ਹੈਗੇ, ਕਿਹੋ ਜਿਹੇ ਹੁੰਦੇ ਆ ਸਾਧ ਸੱਜਣ, ਕੀ ਗੁਣ ਹੁੰਦੇ ਆ ਉਹਨਾਂ ਦੇ ਵਿੱਚ? ਅਗਲਾ ਜਿਹੜਾ 40ਵਾਂ ਜਿਹੜਾ ਹੈਗਾ ਉਹ ਸਾਧ ਸੱਜਣਾ ਦੇ ਉੱਤੇ ਹੈਗਾ। ਇਹ ਸਾਰੇ ਗੁਣ ਦੱਸੇ, 6 ਗੁਣ ਹੋਣੇ ਚਾਹੀਦੇ ਆ ਮਹਾਰਾਜ ਕਹਿੰਦੇ ਉਹਨਾਂ ਦੇ ਵਿੱਚ। ਪਹਿਲਾ ਗੁਣ ਹੈਗਾ ਮੰਤਰੰਗ ਰਾਮ ਰਾਮ ਨਾਮੰਗ। ਉਹਨਾਂ ਦੇ ਕੋਲ ਪਰਮੇਸ਼ਰ ਦੇ ਨਾਮ ਦਾ ਮੰਤਰ ਹੁੰਦਾ, ਧਿਆਨ ਸਿਮਰਨ ਕਰਦੇ, ਧਿਆਨ ਕਰਦੇ ਆ, ਉਹ ਪਰਮੇਸ਼ਰ ਦਾ ਨਾਮ ਜਪਦੇ ਆ ਔਰ ਧਿਆਨ ਕਰਦੇ ਆ। ਧਿਆਨੰਗ ਸਰਬਤਰ ਪੂਰਨ ਹੈ, ਧਿਆਨ ਕਰਦੇ ਆ ਕਿਹਦਾ? ਗੋਰਖ ਨਹੀਂ ਕਰਦੇ, ਉਹ ਧਿਆਨ ਕਰਦੇ ਆ ਸਰਬਤਰ ਰਮਣੰ, ਜਿਹੜਾ ਪਰਮਾਤਮਾ ਹਰ ਜਗ੍ਹਾ ਤੇ ਰਮਿਆ ਹੋਇਆ ਆ, ਉਸ ਮਾਲਕ ਪਰਮਾਤਮਾ ਦਾ ਧਿਆਨ ਕਰਦੇ ਆ। ਮਾਲਕ ਉਹਨਾਂ ਦੇ ਅੰਦਰ ਹੈਗਾ, ਉਸ ਮਾਲਕ ਪਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਆ। ਉਹ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ। ਪਹਿਲਾ ਲੱਛਣ ਇਹ ਹੋਇਆ ਉਹਨਾਂ ਦਾ। ਗਿਆਨੰਗ ਸਮ ਦੁੱਖ ਸੁਖਯੰਗ ਜੁਗਤ ਨਿਰਮਲ ਨਿਰਵੈਰਣ ਹੈ। ਗਿਆਨ ਕੀ ਹੈ ਉਹਨਾਂ ਦਾ? ਗਿਆਨ ਹੈਗਾ ਵੀ ਦੁੱਖ ਸੁੱਖ ਨੂੰ ਇੱਕ ਬਰੋਬਰ ਸਮਝਣਾ, ਦੁੱਖ ਆ ਗਿਆ ਸੁੱਖ ਆ ਗਿਆ, ਇੱਕ ਬਰੋਬਰ ਧਿਆਨ ਸਿਮਰਨ ਦੇ ਵਿੱਚ ਰਹਿਣਾ। ਜੁਗਤੀ ਕੀ ਹੈ ਉਹਨਾਂ ਦੀ? ਨਿਰਮਲ ਹੋਣ ਦੀ, ਕਿਸੇ ਨਾਲ ਵੈਰ ਨਹੀਂ ਕਰਨਾ, ਸਾਰਿਆਂ ਨੂੰ ਮਾਫ ਕਰ ਦੇਣਾ ਹੈ। ਜੁਗਤ ਨਿਰਮਲ ਨਿਰਵੈਰਣ ਹੈ, ਇਹ ਦੂਜਾ ਜਿਹੜਾ ਹੈਗਾ ਉਹਨਾਂ ਦਾ ਗੁਣ ਹੋ ਗਿਆ। ਤੀਸਰਾ ਗੁਣ ਕੀ ਹੈਗਾ ਉਹਨਾਂ ਦਾ? ਦਿਆਲੰਗ ਸਰਬਤਰ ਜੀਆਂ ਪੰਚ ਦੋਖ ਵਿਵਰਜਿਤੈ। ਸਾਰੇ ਜੀ ਜਿੰਨੇ ਵੀ ਹੈਗੇ ਇਨਸਾਨ ਕਹਿੰਦੇ ਜਿੰਨੇ ਵੀ ਜੀ ਹੈਗੇ ਸ੍ਰਿਸ਼ਟੀ ਦੇ ਵਿੱਚ, ਸਾਰਿਆਂ ਦੇ ਉੱਤੇ ਦਇਆ ਕਰਦੇ ਆ, ਉਹ ਹਰੇਕ ਜੀਵ ਦੇ ਉੱਤੇ ਦਇਆ ਕਰਦੇ ਆ। ਦਿਆਲੰਗ ਸਰਬਤਰ ਜੀਆਂ ਪੰਚ ਦੋਖ ਵਿਵਰਜਿਤੈ। ਔਰ ਪੰਜ ਦੋਖ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਇਹਨਾਂ ਤੋਂ ਪਾਸੇ ਰਹਿੰਦੇ ਆ, ਸੰਕੋਚ ਕਰਦੇ ਆ, ਵਿਵਰਜਿਤੈ। ਇਹ ਤੀਸਰਾ ਗੁਣ ਹੋ ਗਿਆ ਉਹਨਾਂ ਦਾ। ਚੌਥਾ ਗੁਣ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੈ। ਕਹਿੰਦੇ ਭੋਜਨ ਜਿਹੜਾ ਹੈਗਾ ਧਿਆਨ ਸਿਮਰਨ ਦਾ, ਭਗਤੀ ਦਾ ਭੋਜਨ, ਪ੍ਰੇਮਾ ਭਗਤੀ ਦਾ ਭੋਜਨ ਕਰਦੇ ਆ, ਮਾਇਆ ਨੂੰ ਅਲਪ ਯੂਜ਼ ਕਰਦੇ ਆ। ਜਿਵੇਂ ਜਿਹੜਾ ਹੈਗਾ ਕਮਲ ਜਿਵੇਂ ਜਲ ਦੇ ਵਿੱਚ ਰਹਿੰਦਾ ਹੈ, ਚਿੱਕੜ ਤੋਂ ਉੱਪਰ ਰਹਿੰਦਾ, ਇਸ ਤਰੀਕੇ ਦੇ ਨਾਲ ਮਾਇਆ ਦੇ ਵਿੱਚ ਹੀ ਰਹਿੰਦੇ ਹੋਏ ਮਾਇਆ ਤੋਂ ਉੱਪਰ ਰਹਿੰਦੇ ਆ। ਇਹ ਜਿਹੜੇ ਹੈਗੇ ਉਹਨਾਂ ਦਾ ਚੌਥਾ ਜਿਹੜਾ ਹੈਗਾ ਗੁਣ ਹੋ ਗਿਆ ਸਾਧ ਸੱਜਣ ਦਾ। ਪੰਜਵਾਂ ਉਪਦੇਸੰਗ ਸਮ ਮਿਤ੍ਰਿਯ ਸਤਰਹ ਭਗਵੰਤ ਭਗਤ ਭਾਵਨੀ। ਕਹਿੰਦੇ ਉਪਦੇਸ਼ ਹੈਗਾ ਉਹਨਾਂ ਦਾ। ਕੀ ਉਪਦੇਸ਼ ਹੈ ਉਹਨਾਂ ਦਾ? ਸਮ, ਮਿੱਤਰ ਹੋਏ ਸ਼ਤਰੂ ਹੋਏ ਇੱਕ ਬਰੋਬਰ ਆ। ਉਹਨਾਂ ਦੇ ਲਈ ਕੋਈ ਮਿੱਤਰ ਨਹੀਂ, ਕੋਈ ਸ਼ਤਰੂ ਨਹੀਂ, ਸਾਰੇ ਇੱਕ ਬਰੋਬਰ ਹੈਗੇ। ਔਰ ਪਰਮਾਤਮਾ ਦੀ ਭਗਵੰਤ ਭਗਤ ਭਾਵਨੀ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਪਰਮਾਤਮਾ ਦੀ ਭਗਤੀ ਕਰਦੇ ਆ, ਧਿਆਨ ਸਿਮਰਨ ਕਰਦੇ ਆ ਪ੍ਰੇਮ ਦੇ ਨਾਲ। ਇਹ ਪੰਜਵਾਂ ਲੱਖਣ ਹੋ ਗਿਆ ਉਹਨਾਂ ਦਾ। ਛੇਵਾਂ ਕਿਹੜਾ ਹੈਗਾ? ਪਰ ਨਿੰਦਾ ਨੈ ਸਰੋਤ ਸਰਵਣੰ, ਪਰਾਈ ਨਿੰਦਾ ਕੰਨਾਂ ਤੋਂ ਨਹੀਂ ਸੁਣਦੇ। ਆਪ ਤਿਆਗ ਸਗਲ ਰੇਣ ਕਹਿ, ਆਪਣੇ ਆਪ ਨੂੰ, ਆਪਣੀ ਹਉਮੈ ਨੂੰ ਤਿਆਗ ਕਰਕੇ ਸਾਰਿਆਂ ਦੀ ਚਰਨਾਂ ਦੀ ਧੂੜ ਬਣੇ ਰਹਿੰਦੇ ਆ। ਕੋਈ ਬੱਚਾ ਵੀ ਹੋਊਗਾ ਉਹਦੇ ਨਾਲ ਵੀ ਪਿਆਰ ਨਾਲ ਗੱਲ ਕਰਦੇ ਆ, ਬੱਚੇ ਨੂੰ ਵੀ ਨਹੀਂ ਜਤਾਉਂਦੇ ਬਈ ਮੈਨੂੰ ਕੁਝ ਪਤਾ ਹੈਗਾ। ਸਾਰਿਆਂ ਨੂੰ ਆਪਣੇ ਆਪ ਨੂੰ ਨੀਵਾਂ ਕਰਕੇ ਰਹਿੰਦੇ ਆ। ਇਹ ਛੇਵਾਂ ਗੁਣ ਹੋ ਗਿਆ। ਕਹਿੰਦੇ ਖੱਟ ਲੱਖਣ ਪੂਰਨੰ, ਕਹਿੰਦੇ 6 ਲੱਖਣ ਦੱਸ ਦਿੱਤੇ, ਪੂਰੇ ਹੋ ਗਏ ਭਾਈ। ਖੱਟ ਲੱਖਣ ਪੂਰਨੰ ਪੁਰਖੈ ਨਾਨਕ ਨਾਮ ਸਾਧ ਸੱਜਣੈ
ਉਹ ਪੁਰਖ ਪਰਮਾਤਮਾ ਦਾ ਰੂਪ ਹੈਗੇ ਪਾਏ। ਉਹਨਾਂ ਦਾ ਨਾਮ ਹੈਗਾ ਸਾਧ ਸੁਵੱਜਨ, ਸਾਧ ਸੱਜਣ। ਹਾਂਜੀ ਵੀਰ ਜੀ। ਇਹ ਤਾਂ ਬਹੁਤ ਕਮਾਲ ਦਾ ਗਿਆਨ ਹੈ ਜੀ। ਅੱਜ ਤਾਂ ਬਹੁਤ ਮਾਲਕ ਪਰਮਾਤਮਾ ਦੀ ਮਿਹਰ ਹੋ ਰਹੀ ਹੈ। ਹਾਂਜੀ ਨੇਜਰ ਸਾਹਿਬ, ਦੁੱਖ ਪਹਿਲੀ ਬੋਲੋ। ਗੋਰਖੀ ਸਾਹਿਬ ਇਹ 6 ਲੱਛਣ ਦੱਸੇ ਆ ਸਾਧੂਆਂ, ਸਾਧ ਸਵੱਜਣ ਪਿਛਲੇ ਚ ਕਿਹਾ ਸੀਗਾ, ਤੇ ਸਾਧ ਸੱਜਣ ਸਵੱਜਣਾ ਦੇ 6 ਲੱਛਣ ਦੱਸੇ ਮਹਾਰਾਜ ਨੇ। ਪਹਿਲਾ ਕਹਿੰਦੇ ਆ ਉਹਨਾਂ ਕੋਲ ਮੰਤਰ ਹੁੰਦਾ ਹੈ, ਰਾਮ ਰਾਮ ਨਾਮੰ, ਧਿਆਨ ਸਰਬਤਰ ਪੂਰਨ ਹੈ, ਔਰ ਸਾਰੀ ਜਗ੍ਹਾ ਤੇ ਪੂਰਨ ਆ ਪਰਮਾਤਮਾ, ਉਹਦਾ ਧਿਆਨ ਕਰਦੇ ਆ। ਇਹ ਪਹਿਲਾ ਲੱਛਣ ਹੈਗਾ। ਦੂਜਾ ਗਿਆਨੰ ਸਮ ਦੁੱਖ ਸੁਖਯੰ, ਉਹਨਾਂ ਦੇ ਕੋਲ ਗਿਆਨ ਹੈ ਕਿ ਬਈ ਦੁੱਖ ਸੁੱਖ ਨੂੰ ਇੱਕ ਬਰੋਬਰ ਸਮਝਣਾ। ਜੁਗਤ ਨਿਰਮਲ ਨਿਰਵੈਰਨ ਹੈ, ਉਹਨਾਂ ਦੇ ਕੋਈ ਜੁਗਤੀ ਕੀ ਹੈ? ਨਿਰਮਲ ਹੋਣ ਦੀ ਜੁਗਤੀ ਹੈ ਕੀ ਹੈ? ਨਿਰਵੈਰ ਹੈ, ਵੈਰ ਨਹੀਂ ਕਰਦੇ ਕਿਸੇ ਦੇ ਨਾਲ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇੱਕ ਤੇ ਜੀ ਸਾਮ ਦ੍ਰਿਸ਼ਟੀ ਹੋ ਜਾਂਦੀ ਹੈ। ਵੈਸੇ ਸੁੱਖ ਦੁੱਖ ਜਿਹੜੇ ਨਾ, ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਕਰਨਾ ਪਊਗਾ, ਇਹ ਕਰਨਾ ਤੁਸੀਂ ਕੁਛ ਨਹੀਂ ਆ। ਦੁੱਖ ਵੀ ਆ ਗਿਆ, ਸੁੱਖ ਵੀ ਆ ਗਿਆ, ਪਰ ਤੁਹਾਡੇ ਅੰਦਰ ਹਲਚਲ ਨਹੀਂ ਪੈਦਾ ਹੋਣੀ। ਫਿਰ ਹਾਲ ਤੇ ਆਇਆ ਨਾ, ਸੁੱਖ ਆਇਆ ਤੇ ਸਾਡੀ ਅਵਸਥਾ ਚੇਂਜ ਹੋ ਜਾਂਦੀ, ਤੇ ਜਦੋਂ ਸੁੱਖ ਆਉਂਦਾ ਅਸੀਂ ਬੜਾ ਚੀਕਾਂ ਮਾਰਦੇ, ਬੜੇ ਖੁਸ਼ ਹੁੰਦੇ ਕਮੇ ਨਾ, ਤੇ ਜਦੋਂ ਦੁੱਖ ਆਉਂਦਾ ਤੇ ਸਾਡਾ ਟੈਂਟਾ ਫਿਸ਼ ਹੋ ਜਾਂਦੇ, ਸਾਡੇ ਚਿਹਰੇ ਤੇ ਅਸੀਂ ਇੱਕਦਮ ਮੁਰਝਾ ਜਾਂਦੇ ਹਾਂ। ਪਰ ਜਿਵੇਂ ਜਿਵੇਂ ਸਾਡੀ ਸੁਰਤੀ ਨਿਰਵਿਚਾਰ ਅਵਸਥਾ ਚ ਸਥਿਰ ਹੁੰਦੀ ਗਈ, ਇਹ ਜਿਹੜੇ ਗੁਣ ਹੈ ਨਾ, ਇਹ ਤੁਹਾਡੇ ਅੰਦਰ ਪੈਦਾ ਹੋਣੇ। ਬਿਲਕੁਲ 6 ਗੁਣ ਦੱਸੇ ਆ ਮਹਾਰਾਜ। ਹਾਂ, ਔਰ ਇਹ ਕੋਈ ਨਕਲੀ ਗੁਣ ਨਹੀਂ, ਬਾਹਰ ਦਾ ਤਾਂ ਕੋਈ ਕਨੈਕਸ਼ਨ ਨਹੀਂ ਹੈਗਾ ਧਰਮ ਦੇ ਨਾਲ, ਅੰਦਰ ਦੀ ਗੱਲ ਹੈ ਸਰ। ਸਭ ਤੋਂ ਪਹਿਲਾਂ ਜਿਹੜਾ ਤੁਹਾਡੇ ਅੰਦਰ ਜੋ ਜੀਵਨ ਚ ਉਚਾਈ ਆਉਣੀ ਹੈ, ਉਹ ਦੁੱਖ ਤੇ ਸੁੱਖ ਦੇ ਵਿੱਚ ਤੁਹਾਡੇ ਅੰਦਰ ਹਲਚਲ ਪੈਦਾ ਨਹੀਂ ਹੋਣੀ। ਆਪ ਅਗਰ 3 ਮਹੀਨੇ ਲਗਾਤਾਰ ਚੰਗੇ ਤਰੀਕੇ ਨਾਲ ਸਾਧਨਾ ਕਰਦੇ ਹੋ, ਤੇ ਇਹ 4-5 ਗੁਣ ਤੁਹਾਡੇ ਅੰਦਰ ਪ੍ਰਗਟ ਹੋ ਜਾਣੇ। ਪਹਿਲਾ ਗੁਣ ਤਾਂ ਸਾਧਨਾ ਦਾ ਹੀ ਗੁਣ ਹੈਗਾ, ਪਹਿਲਾ ਗੁਣ ਸਾਧਨਾ ਦਾ ਹੀ ਆ। ਮੰਤਰ ਰਾਮ ਰਾਮ ਨਾਮੰ, ਧਿਆਨ ਸਰਬਤਰ ਪੂਰਨ ਹੈ, ਉਹ ਪਰਮਾਤਮਾ ਦੇ ਵੱਲ ਧਿਆਨ ਕਰਨਾ ਜਿਹੜਾ ਸਾਰੀ ਜਗ੍ਹਾ ਤੇ ਪੂਰਨ ਹੈਗਾ। ਪਹਿਲਾ ਗੁਣ ਆਹੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੂਗਾ ਕਿ ਪਰਮਾਤਮਾ ਸਰਵਵਿਆਪਕ। ਇਹ ਨਹੀਂ ਸਾਡੀਆਂ ਗੱਲਾਂ ਤੇ ਨਾ ਯਕੀਨ ਕਰ ਲਿਓ, ਤੁਹਾਨੂੰ ਪਤਾ ਲੱਗਣਾ ਚਾਹੀਦਾ ਵਾ। ਔਰ ਸਾਧਨਾ ਨੇ ਏਦਾਂ ਲਵਾਉਣਾ ਹੈ, ਤੁਹਾਨੂੰ ਪਤਾ ਲੱਗੂਗਾ ਕੀ ਹੈ, ਤੇ ਕੁਦਰਤ ਹੈ ਸਾਰੀ, ਇਹ ਅੰਦਰ ਦੀ ਅਵਸਥਾ ਹੈ। ਠੀਕ ਹੈ ਨੇਜਰ ਸਾਹਿਬ। ਤੀਸਰਾ ਗੁਣ ਜਿਹੜਾ ਹੈਗਾ ਦਿਆਲੰ ਸਰਬਤਰ ਜੀਆਂ, ਪੰਚ ਲੋਕ ਵਿਵਰਜਿਤ ਹੈ। ਕਹਿੰਦੇ ਸਾਰੇ ਜੀਵ ਜਿਹੜੇ ਹੈਗੇ, ਸਾਰੇ ਜੀਵ ਵੀ ਇਨਸਾਨ ਜਿਹੜੇ ਵੀ ਜਿੰਨੇ ਵੀ ਜੀਵ ਹੈਗੇ ਸਾਰਿਆਂ ਤੇ ਦਇਆ ਕਰਦੇ ਆ ਉਹ। ਔਰ 5 2 ਕਾਮ ਕ੍ਰੋਧ ਲੋਭ ਅਹੰਕਾਰ, ਇਹ ਵਿਵਰਜਿਤ ਹੈਗੇ, ਇਹਨਾਂ ਤੋਂ ਸੰਕੋਚਦੇ ਆ ਆਪਣੇ ਆਪ ਨੂੰ। ਇਹ ਤੀਸਰਾ ਗੁਣ ਹੋ ਗਿਆ। ਹਾਂਜੀ ਠੀਕ ਹੈ ਜੀ। ਹੁਣ ਉਹ ਕਹਿੰਦੇ ਕਿ ਦਿਆਲ ਹੁੰਦੇ, ਉਹਨਾਂ ਦਾ ਭਾਵ ਕਿ ਹਮਦਰਦੀ ਹੁੰਦੀ ਉਹਨਾਂ ਦੀ। ਹਾਂ, ਉਹਨਾਂ ਦੀ ਨਜ਼ਰ ਦੇ ਵਿੱਚ ਕੋਈ ਨਾ ਤੇ ਕੋਈ ਰਾਜਾ ਤੇ ਨਾ ਕੋਈ ਗਰੀਬ ਹੈ, ਨਾ ਕੋਈ ਚਿੜੀ ਹੈ ਤੇ ਨਾ ਕੋਈ ਕਾਂ ਆ, ਨਾ ਕੋਈ ਹਾਥੀ ਆ ਤੇ ਨਾ ਕੋਈ ਚੂਹੀ ਹੈ ਤੇ ਨਾ ਕੋਈ ਕੀੜੀ ਹੈ। ਸਰਬ ਵਿਆਪਕ, ਮਤਲਬ ਉਹ ਇਹ ਅੰਦਰ ਦੀ ਅਵਸਥਾ ਹੈ। ਤੁਹਾਨੂੰ ਪਤਾ ਲੱਗੂਗਾ। ਪਹਿਲਾਂ ਮੈਂ ਧਿਆਨ ਨਹੀਂ ਦਿੰਦਾ ਨਾ, ਪਰ ਹੁਣ ਮੈਂ ਧਿਆਨ ਦਿੰਦਾ ਵਾਂ ਕਿ ਜਿਵੇਂ ਜਿਵੇਂ ਉਚਾਈ ਹੁੰਦੀ ਹੈ ਨਾ, ਛੋਟੇ ਛੋਟੇ ਜੀਵ ਨੂੰ ਵੀ ਅਸੀਂ ਓਨਾ ਹੀ ਮਾਣ ਦਿੰਦੇ ਆ ਕਿ ਇਹਦੇ ਅੰਦਰ ਵੀ ਜੀਵ ਹੈਗਾ। ਕਾਫੀ ਹੱਦ ਤੱਕ ਉੱਚੀ ਅਵਸਥਾ, ਸੁਥਰੀ ਅਵਸਥਾ ਹੈ। ਇਹ ਨਹੀਂ ਕਿ ਕੀੜੀ ਆ ਗਈ ਤੇ ਬੜਾ ਵੱਡਾ ਪਾਪ ਹੋ ਗਿਆ, ਪਰ ਤੁਹਾਡੀ ਸੁਰਤੀ ਚ ਕਾਫੀ ਵੈਲਿਊ ਉਹ ਜੀਵ ਦੀ। ਤੁਸੀਂ ਉਹ ਕੀੜੀ ਨਹੀਂ ਹੈਗੀ ਤੁਹਾਡੀ ਨਜ਼ਰ ਚ ਹੁਣ, ਕਿਉਂਕਿ ਤੁਹਾਡੇ ਅੰਦਰ ਉਹ ਕਾਫੀ ਜ਼ਿਆਦਾ ਚੇਤਨਾ ਪ੍ਰਗਟ ਹੋ ਗਈ ਹੈ। ਔਰ ਤੁਹਾਨੂੰ ਪਤਾ ਲੱਗਣ ਡਿਆ ਪਿਆ ਕਿ ਇਹ ਨਿੱਕੇ ਨਿੱਕੇ ਜੀਵਾਂ ਦੇ ਵਿੱਚ ਵੀ ਬ੍ਰਹਮੀ ਹੈ, ਤੋਂ ਗਿਆਨ ਰੂਪੀ ਸ਼ਕਤੀ ਹੈਗੀ ਹੈ। ਇਹ ਨਹੀਂ ਕਿ ਤੁਸੀਂ ਮਤਲਬ ਕਿ ਤੁਸੀਂ ਪਾਪ ਕਰਨਾ ਸ਼ੁਰੂ ਕਰ ਦਿਓਗੇ। ਅਗਰ ਕੀੜੀ ਦਾ ਮਤਲਬ ਇਹ ਹੋਇਆ ਕਿ ਤੁਹਾਡੀ ਨਜ਼ਰ ਚ ਕੀੜੀ ਦੀ ਵੈਲਿਊ ਵੱਧ ਗਈ, ਹੁਣ ਹੈ ਤੇ ਕੀੜੀ ਵੀ ਸੀ, ਪਰ ਹੁਣ ਤੁਹਾਨੂੰ ਇੱਕ ਹੋਰ ਤਰੀਕੇ ਨਾਲ ਨਜ਼ਰ ਆ ਰਹੀ ਹੈ ਕਿ ਵੇਖੋ ਕਿੱਡਾ ਛੋਟਾ ਜਿਹਾ ਜੀਵ ਹੈ, ਉਹਦੇ ਵਿੱਚ ਆਤਮਾ ਵੀ ਹੈਗੀ ਹੈ, ਉਹਦਾ ਮਨ ਵੀ ਹੈਗਾ, ਬੁੱਧੀ ਵੀ ਹੈਗੀ, ਸਭ ਕੁਝ ਉਹ ਹੈਗਾ। ਔਰ ਵੇਖੋ ਪਰਮਾਤਮਾ ਨੇ ਕਿੱਦਾਂ ਫਿੱਟ ਕੀਤਾ ਉਹਨੂੰ, ਔਰ ਉਹਦੀ ਵੈਲਿਊ ਹੈਗੀ ਤੁਹਾਡੀ ਨਜ਼ਰ ਚ। ਕੋਈ ਗਰੀਬ ਵੀ ਆ ਗਿਆ, ਇਹ ਨਹੀਂ ਕਿ ਤੁਸੀਂ ਉਹਨੂੰ ਸਮਝੋਗੇ ਕਿ ਇਹ ਕੀ ਹੈ, ਇਹ ਗਰੀਬ ਹੈ। ਕੋਈ ਅਮੀਰ ਆ ਗਿਆ ਤੇ ਤੁਸੀਂ ਉਹ ਸਮਝ ਲਓ ਕਿ ਚਾਪਲੂਸੀ ਕਰਨੀ ਸ਼ੁਰੂ ਕਰ ਦਿਓਗੇ। ਤੁਹਾਡੀ ਨਜ਼ਰ ਇਹ ਦੋਨਾਂ ਦੀ ਸਾਮ ਦ੍ਰਿਸ਼ਟੀ ਹੈ, ਇਹ ਤੁਹਾਡੇ ਅੰਦਰ ਆਪੇ ਅਵਸਥਾ ਪੈਦਾ ਹੋਣੀ। ਹਾਂਜੀ ਨੇਜਰ ਸਾਹਿਬ। ਤੇ ਅਗਲਾ ਉਹਨਾਂ ਦਾ ਲੱਛਣ ਹੈਗਾ ਭੋਜਨੰ ਗੋਪਾਲ ਕੀਰਤਨੰ। ਕਹਿੰਦੇ ਭੋਜਨ ਕੀ ਆ ਉਹਨਾਂ ਦਾ? ਕਹਿੰਦੇ ਧਿਆਨ ਸਿਮਰਨ, ਇਹਦੇ ਨਾਲ ਰੱਜਦੇ ਆ, ਤ੍ਰਿਪਤ ਹੋ ਜਾਂਦੇ ਆ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ। ਉਹ ਮਾਇਆ ਤੋਂ ਇਸ ਤਰ੍ਹਾਂ ਅਲਿਪਤ ਰਹਿੰਦੇ ਆ ਜਿਵੇਂ ਕਮਲ ਜਿਹੜਾ ਹੈਗਾ ਪਾਣੀ ਦੇ ਵਿੱਚੋਂ ਚਿੱਕੜ ਤੋਂ ਉੱਪਰ ਰਹਿੰਦਾ ਹੈ। ਮਾਇਆ ਨੂੰ ਉਹਨਾਂ ਕੀ ਯੂਜ਼ ਕਰਦੇ ਜਿੰਨੀ ਕੁ ਉਹਨਾਂ ਦੀ ਨੀਡ ਹੈਗੀ ਆ।
ਹਾਂਜੀ ਵੀਰ ਜੀ। ਠੀਕ ਹੈ ਜੀ। ਉਹਨਾਂ ਦਾ ਭੋਜਨ ਕੀ ਹੈ ਜੀ? ਗੋਪਾਲ ਕੀਰਤਨ, ਕੀਰਤਨ ਪਰਮਾਤਮਾ ਕਰਦੇ ਆ, ਉਹਦੀ ਭਗਤੀ ਕਰਦੇ ਆ ਨਾ। ਹਾਂਜੀ ਬਿਲਕੁਲ, ਪ੍ਰੇਮ ਭਗਤੀ। ਨਿੱਜੇ ਸਾਹਿਬ ਵੈਸੇ ਵੀ ਤੁਸੀਂ ਜੇ 4-5 ਮਹੀਨੇ ਚੰਗੇ ਤਰੀਕੇ ਨਾਲ ਸਾਧਨਾ ਕੀਤੀ ਤਾਂ ਪਰਮਾਤਮਾ ਤੁਹਾਨੂੰ ਛੱਡਣਾ ਹੀ ਨਹੀਂ ਆ। ਉਹ ਪਿੱਛੇ ਲੱਗ ਜਾਂਦਾ ਬੰਦੇ ਦੇ। ਰਾਤ ਨੂੰ 2-2 ਵਾਰੀ ਉਠਾ ਸਕਦਾ ਤੁਹਾਨੂੰ, ਬਈ ਸਮਾਧੀ ਚ ਬਹਿ, ਚੱਲ ਸਮਾਧੀ ਚ ਲੈ, ਚਲੋ ਉੱਠ। ਤੇ ਤੁਸੀਂ ਉੱਥੇ ਆਨੰਦ ਪੀ ਜਾਂਦੇ ਜੋ ਆਰਾਮ ਨਾਲ। ਵਾਹ ਜੀ ਵਾਹ, ਆਨੰਦ ਲੈ ਕੇ ਅੱਖਾਂ ਬੰਦ ਕੀਤੀਆਂ, ਨਾ ਕਿਤੇ ਜਾਣਾ ਪਿਆ, ਨਾ ਕਿਤੇ ਆਉਣਾ ਪਿਆ, ਨਾ ਦਾਨ ਕਰਨਾ, ਨਾ ਪੁੰਨ ਕਰਨਾ, ਘਰੇ ਬੈਠਾ ਹੀ ਪਰਮਾਤਮਾ ਆ ਜਾਂਦਾ। ਹੋਰ ਕੀ ਚਾਹੀਦਾ? ਕਿੱਡੀ ਵੱਡੀ ਗੱਲ ਹੈ ਨਾ। ਪਰਮਾਤਮਾ ਕੋਈ ਪੇਡ ਥੋੜੀ ਸਰਵਿਸ ਹੈਗੀ, ਤੇ ਫ੍ਰੀ ਸਰਵਿਸ ਹੈ, ਉਹ ਤਾਂ ਬ੍ਰਹਮ ਹੈ। ਤੇ ਉਹ ਫਿਰ ਉਹਦਾ ਕੀਰਤਨ ਦਾ ਮਤਲਬ ਲਗਾਤਾਰ ਹੀ ਇੱਥੇ ਪੈਰੀ ਤੁਹਾਨੂੰ ਸੁਪਨੇ ਵੀ ਪਰਮਾਤਮਾ ਦੇ ਆਉਣੇ। ਸਾਡਾ ਜੀਵਨ ਜਿਹੜਾ ਨਾ A to Z ਨਿਜਰ ਸਾਹਿਬ ਟਰਾਂਸਫਾਰਮ ਹੋਣੀ ਆ ਪੂਰਾ। ਤੇ ਅਗਲੀ ਬੋਲੋ ਜੀ, ਕਮਲ। ਹਾਂਜੀ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ। ਮਾਇਆ ਤੋਂ ਇਸ ਤਰ੍ਹਾਂ ਅਲਿਪਤ ਰਹਿੰਦੇ ਆ। ਮਾਇਆ ਤੇ ਜਿਵੇਂ ਕਮਲ ਜਿਹੜਾ ਪਾਣੀ ਚੋਂ ਉੱਪਰ ਰਹਿੰਦਾ, ਚਿੱਕੜ ਤੋਂ ਉੱਪਰ ਰਹਿੰਦਾ, ਮਾਇਆ ਨੂੰ ਉਹਨਾਂ ਕੀ ਯੂਜ਼ ਕਰਦੇ ਆ। ਬਾਕੀ ਜਿਹੜਾ ਮਾਇਆ ਨੂੰ ਯੂਜ਼ ਕਰਦੇ ਆ, ਮਾਇਆ ਦੇ ਵਿੱਚ ਗਲਤਾਨ ਨਹੀਂ ਹੁੰਦੇ। ਬਿਲਕੁਲ ਠੀਕ ਹੈ ਜੀ। ਮਾਇਆ ਦਾ ਮਤਲਬ ਇਹੋ ਹੀ ਹੈ ਕਿ ਸੰਸਾਰ ਸਾਰਾ ਮਾਇਆ ਹੈ। ਇੱਥੇ ਪਤਾ ਲੱਗ ਜਾਂਦਾ ਕਿ ਮੇਰੀ ਪਤਨੀ ਆ, ਮੇਰੇ ਬੱਚੇ ਆ, ਇੱਕ ਮਰਿਆਦਾ ਚ ਜੀਵਨ ਬਤੀਤ ਕਰਨਾ। ਇਹ ਨਹੀਂ ਕਿ ਮੈਂ ਬਾਹਰੋਂ ਲੁੱਟ ਕੇ ਘਰੇ ਲਈ ਆਉਣਾ ਵਾ। ਜਿੰਨਾ ਮੇਰੇ ਕੋਲ ਹੁੰਦਾ ਮੈਂ ਉਹਨਾਂ ਕਰੂੰਗਾ। ਔਰ ਕਮਲ ਦੇ ਵਾਂਗੂ ਮਿਰਗਾਪੀ ਜਿੱਦਾਂ ਪਾਣੀ ਚ ਰਹਿੰਦੀ ਆ, ਪਰ ਪਾਣੀ ਉਹ ਆਪਣੇ ਫਰਾਂ ਨੂੰ ਲੱਗਣ ਨਹੀਂ ਦਿੰਦੀ। ਉਸੇ ਹੀ ਤਰ੍ਹਾਂ ਤੁਹਾਡਾ ਜੀਵਨ ਬਣ ਜਾਣਾ, ਬੜੀ ਉਚਾਈ ਆ ਜਾਣੀ ਆ। ਤੁਸੀਂ ਖੁਦ ਵੇਖ ਲੈਣਾ ਤੁਹਾਡੇ ਜੀਵਨ ਚ ਸੱਚ ਆ ਰਿਹਾ। ਸੱਚ ਨੂੰ ਪ੍ਰਗਟ ਕਰਨਾ ਪਊਗਾ। ਤੁਸੀਂ ਸੱਚ ਬੋਲੋਗੇ, ਸੱਚ ਸੁਣੋਗੇ। ਬੱਚਾ ਸੱਚ ਬੋਲ ਰਿਹਾ, ਇਹ ਨਹੀਂ ਕਿ ਥੱਪੜ ਮਾਰੋਗੇ ਉਹਦੇ ਮੂੰਹ ਤੇ। ਤੁਸੀਂ ਇਹ ਕਹੋਗੇ ਕਿ ਹਾਂ ਪੁੱਤ ਤੂੰ ਸੱਚ ਬੋਲਿਆ, ਮੈਂ ਬੜਾ ਐਪਰੀਸ਼ੀਏਟ ਕਰਦਾ ਹਾਂ, ਨੁਕਸਾਨ ਹੋਇਆ ਮੈਨੂੰ ਪਤਾ ਲੱਗਾ, ਪੁੱਤ ਮੈਂ ਤੈਨੂੰ ਕੁਛ ਨਹੀਂ ਕਵਾਂਗਾ, ਤੂੰ ਸੱਚ ਬੋਲਿਆ। ਔਰ ਸੱਚ ਕਹਿਣਾ ਸੁਣਨਾ ਤੁਹਾਡੇ ਅੰਦਰ ਪੈਦਾ ਹੋਊਗਾ। ਆਮ ਬੰਦਾ ਨਹੀਂ ਸੱਚ ਸੁਣ ਸਕਦਾ, ਕਿਉਂਕਿ ਸੱਚ ਬਹੁਤ ਮਹਿੰਗਾ ਸੌਦਾ ਹੈ। ਆਮ ਬੰਦੇ ਦੀ ਨਹੀਂ ਪੋਜੀਸ਼ਨ ਉਹਨੂੰ ਖਰੀਦ ਲੈਣ ਦੀ, ਕੇਵਲ ਭਗਤ ਹੀ ਖਰੀਦ ਸਕਦੇ ਨੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਤੇ ਅਗਲਾ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਪੰਜਵਾਂ ਆ ਗਿਆ। ਪੰਜਵਾਂ ਗੁਣ ਉਹਨਾਂ ਦਾ ਹੈਗਾ ਉਪਦੇਸੰ ਸਮ ਮਿਤਰੇ ਸਤਰੈ ਭਗਵੰਤ ਭਗਤ ਭਾਵਨੀ। ਕਹਿੰਦੇ ਉਪਦੇਸ਼ ਕੀ ਆ ਉਹਨਾਂ ਦੇ ਕੋਲ? ਕੀ ਉਪਦੇਸ਼ ਗ੍ਰਹਿਣ ਕਰਦੇ? ਕਹਿੰਦੇ ਕਿ ਉਹ ਮਿੱਤਰ ਤੇ ਸ਼ਤਰੂ ਜਿਹੜੇ ਹੈਗੇ ਇੱਕ ਬਰੋਬਰ ਆ ਉਹਨਾਂ ਦੇ ਵਾਸਤੇ। ਆਹ ਉਪਦੇਸ਼ ਹਮੇਸ਼ਾ ਆਪਣੇ ਮਨ ਨੂੰ ਦੇਈ ਰੱਖਦੇ ਆ। ਕਿਸੇ ਦੇ ਨਾਲ ਕੋਈ ਉਹਨਾਂ ਦੇ ਜਿਹੜੇ ਵਿਚਾਰ ਜਿਹੜੇ ਹੈਗੇ ਜਾਂਦੇ ਹੀ ਨਹੀਂ ਹੈ। ਆਪਣੇ ਵਿਚਾਰ ਜਾਣਗੇ ਜਦ ਜੇ ਆਪਾਂ ਜਿਹੜੇ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਹਚਲ ਨਾ ਹੀ ਚੀਤ। ਜਦ ਤੱਕ ਆਪਾਂ ਜਿਹੜੇ ਹੈਗੇ ਇਹੀ ਪਾਤਸ਼ਾਹੀ ਕਹਿ ਰਹੀ ਆ ਸੁਖਮਨੀ ਸਾਹਿਬ ਦੇ ਵਿੱਚ, ਜਬ ਧਾਰੇ ਕੋ ਬੈਰੀ ਮੀਤ। ਜੇ ਆਪਾਂ ਨੇ ਕਿਸੇ ਨੂੰ ਬੈਰੀ ਬਣਾ ਲਿਆ ਤਾਂ ਆਪਣਾ ਨੈਗੇਟਿਵਿਟੀ ਆਉਣੀ ਆ ਵੇ, ਤੇ ਆਪਣੇ ਵਿਚਾਰ ਜਾਣੇ ਆ। ਜੇ ਆਪਾਂ ਨੇ ਕਿਸੇ ਨੂੰ ਮਿੱਤਰ ਵੀ ਬਣਾ ਲਿਆ ਤਾਂ ਵੀ ਜਿਹੜੇ ਹੈਗੇ ਉਹ ਵੀ ਉਨਾ ਹੀ ਡੇਂਜਰਸ ਹੈਗਾ। ਉਸ ਕਰਕੇ ਉਹ ਸਮ ਰੱਖਦੇ ਆ, ਨਾ ਮਿੱਤਰ ਹੈ ਕੋਈ ਨਾ ਬੈਰੀ ਹੈ, ਦੋਨਾਂ ਦੇ ਨਾਲ। ਇਹ ਆਪਣੇ ਆਪ ਨੂੰ ਉਪਦੇਸ਼ ਦਿੰਦੇ ਆ ਪਾਏ ਕਿ ਮਿੱਤਰ ਸ਼ਤਰੂ ਸਮ ਆ। ਕੋਈ ਵੀ ਸ਼ਤਰੂ ਨਹੀਂ ਹੈ, ਸਾਰੇ ਹੀ ਮਿੱਤਰ ਹੈਗੇ ਪਾਏ। ਔਰ ਸਾਰਿਆਂ ਦੇ ਨਾਲ ਇੱਕ ਜਿਹਾ ਬਿਹੇਵੀਅਰ ਰੱਖਦੇ ਆ। ਉਹ ਉਪਦੇਸ਼ੰ ਆਪਣੇ ਆਪ ਨੂੰ ਇਹ ਉਪਦੇਸ਼ ਦਿੰਦੇ ਆ, ਉਪਦੇਸ਼ੰ ਸਮ ਮਿਤਰੇ ਸਤਰੈ ਭਗਵੰਤ ਭਗਤ ਭਾਵਨੀ। ਔਰ ਪਰਮਾਤਮਾ ਦੀ ਭਗਤੀ ਪਿਆਰ ਦੇ ਨਾਲ ਕਰਦੇ ਆ। ਆਹ ਜਿਹੜੀ ਹੈਗੀ ਉਹਨਾਂ ਦਾ ਪੰਜਵਾਂ ਗੁਣ ਹੈਗਾ। ਹਾਂਜੀ ਵੀਰ ਜੀ। ਹਾਂ ਨਿੱਜਰ ਸਾਹਿਬ, ਇਹ ਕਾਫੀ ਉੱਚੀ ਅਵਸਥਾ ਹੈ ਜੀ, ਇਹ ਤੁਹਾਨੂੰ ਮਿਲੇਗੀ। ਕਿੰਨਾ ਮਰਜੀ ਵੱਡਾ ਨੁਕਸਾਨ ਕਿਸੇ ਕੀਤਾ ਹੋਵੇ, ਕੋਈ ਕਿੰਨਾ ਮਰਜੀ ਜ਼ਿੰਦਗੀ ਤੁਹਾਡੇ ਧੋਖਾ ਦੇ ਗਿਆ ਹੋਵੇ, ਕੋਈ ਕਿੰਨਾ ਮਰਜੀ ਜੀਵਨ ਚ ਤੁਹਾਡੇ ਨਾਲ ਠੱਗੀ ਮਾਰ ਗਿਆ ਹੋਵੇ, ਤੁਹਾਡੇ ਅੰਦਰ ਉਹਦੀ ਮਾਸਾ ਵੀ ਉਹ ਰੋਸ ਨਹੀਂ ਪੈਦਾ ਹੋਣਾ। ਤੁਸੀਂ ਤੁਹਾਡੇ ਅੰਦਰ ਇਹ ਵੀ ਨਹੀਂ ਕਹਿਣਾ ਤੁਸੀਂ ਉਹਨੂੰ ਮਾਫ ਕਰ ਦੇਣਾ। ਉਹ ਅੰਦਰ ਹੀ ਨਹੀਂ, ਤੁਹਾਡੇ ਹੈ ਹੀ ਨਹੀਂ, ਲਹਿਰ ਹੀ ਨਹੀਂ ਪੈਦਾ ਹੋਣੀ। ਉਹ ਨਿੱਜਰ ਸਾਹਿਬ ਬੜੀ ਸੁੱਤੀ ਦੀ ਅਵਸਥਾ ਹੈ। ਉਹ ਚ ਤੁਸੀਂ ਗੁਣ ਤੇ ਅਵਗੁਣ ਨੂੰ ਗ੍ਰਹਿਣ ਨਹੀਂ ਕਰਦੇ। ਜੋ ਈਰਖਾ ਕਿੱਥੋਂ ਹੋਣੀ ਤੁਹਾਡੇ ਕੋਲ? ਉਹ ਤੁਹਾਡੇ ਅੰਦਰ ਜਿਹੜੀ ਅਵਸਥਾ ਹੈ ਨਾ ਨਿੱਜਰ ਸਾਹਿਬ, ਉਹ ਬੜੀ ਉੱਚੀ ਅਵਸਥਾ ਹੋ ਜਾਣੀ ਆ। ਔਰ ਸੰਸਾਰ ਦਾ ਕੋਈ ਵੀ ਜਿੱਦਾਂ ਮਤਲਬ ਕੋਈ ਕਈ ਗੱਲ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਕੋਈ ਤੁਹਾਡੀ ਨਿੰਦਿਆ ਵੀ ਕਰੂਗਾ ਤਾਂ ਵੀ ਤੁਸੀਂ ਉਹਨੂੰ ਕੁਛ ਨਹੀਂ ਕਹਿ ਸਕਦੇ ਕਿ ਹਾਂ ਵੀ ਮੇਰੀ ਨਿੰਦਿਆ ਕਰਨ ਦਿਓ। ਬਿਲਕੁਲ ਸਾਮ ਹੋਇਆ ਨਾ ਜੀਵਨ ਨਿੱਜਰ ਸਾਹਿਬ। ਬਿਲਕੁਲ। ਦੋਸਤ ਵੀ ਉਹੀ ਲੈਵਲ ਦੇ ਨੇ, ਦੁਸ਼ਮਣ ਵੀ ਉਹੀ ਲੈਵਲ ਦੇ ਨੇ। ਉਹ ਵੇਖੋ ਗੁਰੂ ਜੀ ਕਹਿੰਦੇ ਤੇ ਹਰਗੋਬਿੰਦ ਸਾਹਿਬ ਜੀ ਕਿ ਇਹਨੂੰ ਕੁਰਬਾਨ ਚਲਾਉਣੀ ਸਿਖਾਉਂਦੇ ਕਿ ਏਦਾਂ ਵਾਰ ਕਰ, ਮਤਲਬ ਏਦਾਂ ਦਾ ਜੀਵਨ। ਅਗਲਾ ਗੁਣ ਆ ਗੁਰਦਿੱਤਾ ਇਹ ਜਿਹੜਾ ਹਾਂਜੀ ਇਹ ਨਿੰਦਾ ਵਾਲਾ ਗੁਣ ਅਗਲਾ ਗੁਣ ਆ ਉਹਨਾਂ ਦਾ, 6ਵਾਂ ਗੁਣ ਆ ਆਖਰੀ। ਅਤ ਕਨਈਆ ਜੀ ਦੀ ਉਹੀ ਅਵਸਥਾ ਹੀ, ਉਹ ਬ੍ਰਹਮ ਗਿਆਨੀ ਦੀ ਅਵਸਥਾ ਹੀ, ਦੁਸ਼ਮਣ ਨੂੰ ਪਾਣੀ ਪਿਆ ਰਹੇ ਨੇ। ਉਹ ਕੀ ਹੈ? ਉਹੀ ਤੇ ਸਟੀਕ ਹੈ।
ਉਹਨਾਂ ਨੂੰ ਦੇਖਦਾ ਥੋੜੀ ਅਗਲੇ ਬੰਨੇ ਕਿ ਉਹ ਤੇ ਦੂਜੇ ਭਰਮ ਹੈ ਉਹ ਸਾਰਾ। ਉਹਨਾਂ ਨੂੰ ਪਤਾ ਹੈ ਕਿ ਬਸ ਇਹ ਹੁਣ ਮਾਰਗ ਤੋਂ ਭਟਕ ਗਿਆ, ਇਹਨੂੰ ਗਿਆਨ ਨਹੀਂ ਹੈਗਾ, ਬਸ ਇਸ ਕਰਕੇ ਤਾਂ ਕਰ ਰਿਹਾ। ਉਹਨੂੰ ਪਾਣੀ ਪਿਆ ਰਹੇ ਨੇ ਔਰ ਉਹਨਾਂ ਲਈ ਕੋਈ ਫਰਕ ਨਹੀਂ ਹੈਗਾ। ਉਹ ਤੇ ਵੇਖੋ ਸਮਦ੍ਰਿਸ਼ਟੀ ਹੈ, ਗੱਲਾਂ ਗੁੱਲਾਂ ਨਹੀਂ ਹੈ, ਗੱਲਾਂ ਨਹੀਂ। ਪ੍ਰਮਾਤਮਾ ਤੁਹਾਨੂੰ ਵੇਖਣਾ ਵੀ ਚਾਹੁੰਦਾ ਵਾ, ਕੱਲੀਆਂ ਗੱਲਾਂ ਗੁੱਲਾਂ ਨਹੀਂ, ਪ੍ਰੈਕਟੀਕਲ। ਜਿੱਦਣ ਮੰਦਿਰ ਜਾਂ ਮਸਜਿਦ ਦੇ ਸਾਹਮਣੇ ਜਾ ਕੇ ਤੁਹਾਡੇ ਮਨ ਚ ਇਹ ਨਾ ਆਵੇ ਕਿ ਮਸਜਿਦ ਜਾਂ ਮੰਦਿਰ ਹੈ, ਤੁਸੀਂ ਸੋਚੋ ਪ੍ਰਮਾਤਮਾ ਦੇ ਦਰ ਨੇ, ਸਮਝ ਲਓ ਤੁਸੀਂ ਉਧਰ ਕਿਤੇ ਪਹੁੰਚ ਗਏ ਜੋ। ਤੇ ਜੇ ਤੁਹਾਡੀ ਨਜ਼ਰ ਚ ਹਜੇ ਵੀ ਕੋਈ ਦਿਖਦਾ ਪਿਆ ਨਾ, ਜਦੋਂ ਰਸਤੇ ਚ ਜੋ ਅਸੀਂ ਪਹੁੰਚੇ ਨਹੀਂ। ਠੀਕ ਹੈ ਨਾ ਜੀ ਸਾਹਿਬ? ਹਾਂਜੀ ਬਿਲਕੁਲ, ਬਹੁਤ ਵਧੀਆ ਜੀ। ਤੇ ਅਗਲਾ ਹੈਗਾ ਪਰ ਨਿੰਦਾ ਨਹਿ ਸਰੋਤ ਸਰਵਣੰ। ਸਰੋਤ ਕਹਿੰਦੇ ਆ ਕੰਨ, ਕਹਿੰਦੇ ਉਹਨਾਂ ਦੇ ਕੰਨ ਜਿਹੜੇ ਆ ਪਰਾਈ ਨਿੰਦਾ ਨਹੀਂ ਸੁਣਦੇ। ਪਰ ਨਿੰਦਾ ਨਹਿ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕਾ। ਹੁਣ ਇਹ ਪਰ ਨਿੰਦਾ ਕਿਉਂ ਲਿਖਿਆ ਮਹਾਰਾਜ? ਬਾਣੀ ਤਾਂ ਇਸ ਤਰ੍ਹਾਂ ਵੀ ਲਿਖ ਸਕਦੇ ਸੀ, ਨਿੰਦਾ ਨਹਿ ਸਰੋਤ ਸਰਵਣੰ। ਪਰ ਨਿੰਦਾ ਕਿਉਂ? ਕਹਿੰਦੇ ਆਪਣੀ ਨਿੰਦਾ ਸੁਣ ਲੈਂਦੇ ਆ, ਆਪਣੀ ਨਿੰਦਾ ਸੁਣ ਲੈਂਦੇ ਆ। ਬਾਣੀ ਕਹਿੰਦੀ ਨਿੰਦੋ ਨਿੰਦੋ ਲੋਕੋ ਮੋਹ, ਨਿੰਦੋ ਨਿੰਦੋ ਲੋਕੋ ਇਸ ਤਰ੍ਹਾਂ ਦਾ ਹੁੰਦਾ ਕਬੀਰ ਜੀ ਦਾ, ਨਿੰਦੋ ਨਿੰਦੋ ਲੋਕੋ मोहे निंदो निंदा हमको मोको लोग निंदो, निंदा हमको खरी प्यारी, निंदा बाप निंदा महतारी। इस करके पराई निंदा कहंदे आ ਉਹਨਾਂ ਦੇ ਕੰਨ ਨਹੀਂ ਸੁਣਦੇ ਭਾਈ, ਆਪਣੀ ਨਿੰਦਾ ਸੁਣਦੇ ਆ। ਆਪਣੀ ਨਿੰਦਾ ਤਾਂ ਬਹੁਤ, ਉਹ ਤਾਂ ਕਹਿੰਦੇ ਨਿੰਦੋ ਭਾਈ, ਟਣਕਾਓ ਇਸ ਨੂੰ, ਇਹ ਭਾਂਡੇ ਨੂੰ ਟਣਕਾਓ, ਚੰਗੀ ਤਰ੍ਹਾਂ ਪਤਾ ਲੱਗੇ ਵੀ ਹੈ ਮੇਰੇ ਅੰਦਰ ਕਿੱਥੇ ਕਿੱਥੇ ਕਮੀ ਹੈਗੀ ਆ, ਦੱਸੋ ਤਾਂ ਸਹੀ ਮੈਨੂੰ ਕਿੱਥੇ ਗੰਦਗੀ ਪਈ ਹੋਈ ਆ। ਉਹ ਤਾਂ ਕਹਿੰਦੇ ਨਿੰਦਾ ਤਾਂ ਨਿੰਦਾ ਬਾਪ ਨਿੰਦਾ ਮਤਾਰੀ, ਨਿੰਦਾ ਕਰਨ ਵਾਲਾ ਤਾਂ ਮੇਰਾ ਮਿੱਤਰ ਤਾਂ ਅਸਲੀ ਮਿੱਤਰ ਤਾਂ ਉਹੀ ਹੈਗਾ, ਉਹੀ ਤਾਂ ਮੈਨੂੰ ਦੱਸ ਰਿਹਾ ਹੈ। ਪਰ ਨਿੰਦਾ ਨਹਿ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕਾ ਹੈ। ਕਹਿੰਦੇ ਨਹੀਂ, ਉਹਨਾਂ ਦੇ ਪਰਾਈ ਨਿੰਦਾ ਨਹੀਂ ਕੰਨ ਸੁਣਦੇ, ਔਰ ਆਪਣੇ ਆਪ ਨੂੰ ਜਿਹੜੀ ਹੈਗੀ ਆਪਣੇ ਆਪ ਨੂੰ ਆਪਣੀ ਹਉਮੈ ਤਿਆਗ ਦਿੰਦੇ ਆ, ਮੈਂ ਮੇਰੀ ਤਿਆਗ ਦਿੰਦੇ ਆ, ਔਰ ਸਾਰਿਆਂ ਦੀ ਰੇਣ ਰਹਿੰਦੇ ਆ, ਸਭ ਤੋਂ ਸਾਰਿਆਂ ਦੀ ਚਰਨਾਂ ਦੇ ਵਿੱਚ ਡਿਗੇ ਰਹਿੰਦੇ ਆ। ਉਹ ਇੰਨੀ ਜਿਹੜੀ ਆ ਉਹਨਾਂ ਦੇ ਅੰਦਰ ਨਿਮਰਤਾ ਹੁੰਦੀ ਹੈ। ਖਟ ਲਖਣ ਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸੱਜਣਾ। ਕਹਿੰਦੇ 6 ਲੱਛਣ ਪੂਰੇ ਹੋ ਗਏ ਭਾਈ, ਇਹ ਪੁਰਖ ਹੈਗਾ, ਇਹਦਾ ਨਾਮ ਹੈਗਾ ਸਾਧ ਸੱਜਣ। ਸਾਧ ਸੱਜਣ ਇਹਨੂੰ ਗੁਰਮੁਖ ਕਹਿ ਸਕਦੇ ਆ ਆਪਾਂ, ਸਾਧ ਸੱਜਣ ਕਹਿ ਸਕਦੇ ਆ ਭਾਈ। ਆ ਗੁਰਮੁਖਾਂ ਦੇ ਲੱਛਣ 6 ਲੱਛਣ, ਖੱਟ ਮਤਲਬ 6। ਹਾਂਜੀ ਵੀਰ, ਹਾਂਜੀ ਦੇਖ ਲਓ ਸਾਧ ਸੰਗਤ ਜੀ, ਉਹ ਕਹਿੰਦੇ ਆ ਕਿ ਨਿੰਦਿਆ ਵੀ ਇਹਨਾਂ ਨੂੰ ਚੰਗੀ ਲੱਗਦੀ ਹੈ, ਕਿਉਂਕਿ ਨਿੰਦਿਆ ਤੁਸੀਂ ਦੱਸੋ ਮੇਰੇ ਚ ਇੰਨਾ ਉਗਣ ਹੈਗੇ ਤੇ ਮੈਂ ਤੇ ਸੁਧਾਰ ਵੀ ਲਊਂਗਾ। ਤੇ ਜੇ ਤੁਸੀਂ ਮੈਨੂੰ ਪਿਆਰ ਕਰਦੇ, ਜੋ ਮੈਨੂੰ ਕਹੋਗੇ ਕਿ ਮੈਂ ਝੂਠ ਬੋਲਦਾ ਤੇ ਬੜਾ ਵਧੀਆ ਕੰਮ ਕਰਦੇ ਆ, ਤੇ ਫਿਰ ਤੁਸੀਂ ਮੇਰੇ ਕਾਹਦੇ ਦੋਸਤ ਹੋਏ? ਦੋਸਤ ਤੇ ਉਹ ਹੁੰਦਾ ਜਿਹੜਾ ਮੂੰਹ ਤੇ ਦੱਸਦਾ ਕਿ ਆ ਤੇਰੇ ਚ ਉਗਣ ਹੈਗਾ, ਇਹਨੂੰ ਵੇਖ, ਤੈਨੂੰ ਨਹੀਂ ਪਤਾ, ਤੈਨੂੰ ਮੇਰਾ ਦੋਸਤ ਆ, ਮੈਂ ਤੇਰਾ ਤੁਹਾਨੂੰ ਦੱਸਦਾ। ਪਰ ਆਪਾਂ ਉਹਨਾਂ ਦੇ ਲਾਗੇ ਜਾਂਦੇ ਨਹੀਂ, ਆਪਾਂ ਉਹਨਾਂ ਲੋਕਾਂ ਦੇ ਲਾਗੇ ਜਾਂਦੇ ਹਾਂ ਜਿਹੜੇ ਲੋਕ ਸਾਨੂੰ ਬਟਰ ਲਾਉਂਦੇ, ਮੱਖਣ ਲਾਉਂਦੇ, ਝੂਠ ਬੋਲਦੇ ਸਾਡੇ ਲਈ। ਅਸੀਂ ਠੱਗ ਹੈਗੇ, ਸਾਨੂੰ ਕਹਿੰਦੇ ਤੂੰ ਬਹੁਤ ਇਮਾਨਦਾਰ ਹੈ, ਤੇ ਉਹ ਤੇ ਫਿਰ ਬੜੀ ਗੜਬੜ ਹੋ ਜੂਗੀ, ਹਨਾ। ਇਸੇ ਲਈ ਬਾਣੀ ਕਹਿੰਦੀ ਹੈ ਕਿ ਜਿਹੜਾ ਨਿੰਦਿਆ ਕਰਦਾ ਹੈ, ਸਾਡੇ ਚ ਜਿਹੜਾ ਖੋਟ ਕੱਢਦਾ ਹੈ, ਕੋਈ ਕਮੀ ਦੱਸਦਾ ਹੈ, ਤੇ ਸਾਡੇ ਨੂੰ ਸੁਧਾਰਨਾ ਹੀ ਚਾਹੁੰਦਾ ਉਹ ਨਿਜਰ ਸਾਹਿਬ। ਬਿਲਕੁਲ। ਕੋਈ ਪ੍ਰੋਡਕਟ ਖਰਾਬ ਆ, ਗੱਡੀ ਦਾ ਪੁਰਜਾ ਖਰਾਬ ਆ, ਤੇ ਤੁਸੀਂ ਘਰੇ ਲੈ ਕੇ ਵਰਤੀ ਜਾਂਦੇ ਜੋ, ਤੇ ਅਗਲੇ ਨੂੰ ਦੱਸੋਗੇ ਤੇ ਤਾਂ ਹੀ ਪਤਾ ਲੱਗੂ ਨਾ ਕਿ ਇਹ ਨੁਕਸ ਹੈਗਾ, ਉਹ ਤੇ ਸਹੀ ਵੀ ਕਰ ਸਕਦੇ। ਜੇ ਦੱਸੋਗੇ ਨਹੀਂ ਤੇ ਕਿੱਦਾਂ ਸਹੀ ਕਰੂਗਾ? ਤੇ ਸਾਡੇ ਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ, ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਅਸੀਂ ਉਸ ਬੰਦੇ ਨੂੰ ਨਹੀਂ ਦੱਸਦੇ, ਬਾਕੀ ਸਾਰਿਆਂ ਨੂੰ ਦੱਸਦੇ ਹਾਂ। ਜੇ ਚੌਗੁਣ ਹੁੰਦਾ ਉਹਨੂੰ ਨਹੀਂ ਦੱਸਦੇ। ਮੈਂ ਚਾਹੁੰਦਾ ਕਿ ਤੁਸੀਂ ਦੱਸੋ, ਤੇ ਤਾਂ ਜੋ ਤੇਰਾ ਹੱਲ ਵੀ ਕਰ ਲਿਓ, ਸਕਦਾ ਤੁਹਾਨੂੰ ਪਤਾ ਹੀ ਨਾ ਹੋਵੇ, ਅਕਸਰ ਪਤਾ ਹੁੰਦਾ ਬੰਦੇ ਨੂੰ। ਠੀਕ ਹੈ ਨਾ ਜੱਸਾ, ਅਗਲੀ ਤੋਂ ਬੋਲੋ ਜੀ। ਬਸ ਜੀ, ਅੱਜ ਤਾਂ ਹੋ ਗਿਆ ਸੀ। ਹਾਂ, ਤੇ ਹੁਣ ਵੇਖ ਲਓ, ਇਹ ਸਾਰੇ ਗੁਣ ਜਿਹੜੇ ਜੋ ਬੰਦੇ ਚ ਹੈਗੇ ਆ, ਤੇ ਉਹ ਬੰਦਾ ਬ੍ਰਹਮ ਗਿਆਨੀ। ਹਾਂ, ਇਹ ਚੀਜ਼ ਆਖਰੀ ਲਾਈਨ ਹੈ। ਪਰ ਕਬੀਰ ਜੀ ਵੇਖ ਲਓ, ਉੱਥੇ ਬਨਾਰਸ ਦੇ ਠੱਗ ਵੀ ਕਹਿ ਦਿੱਤਾ, ਇਹ ਨਾ ਸੋਚੋ ਕਿ ਨਿੰਦਿਆ ਕਰਨ ਦੇ, ਉਹ ਮੁਕਤ ਕਰਨਾ ਚਾਹੁੰਦੇ ਨੇ, ਉੱਥੇ ਉਹਨਾਂ ਦੀ ਕੋਈ ਸਵਾਰਥ ਨਹੀਂ ਹੈਗਾ। ਆਪ ਇਹ ਨਾ ਸੋਚੋ ਕਿ ਨਿੰਦਿਆ ਕਰਨ ਦੇ ਉਹਨਾਂ ਦੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹ ਉਹਨਾਂ ਨੂੰ ਜਿਹੜੇ ਹੈਗੇ ਆ, ਉਹਨਾਂ ਦਾ ਉਪਕਾਰ ਕਰਨਾ ਚਾਹੁੰਦੇ ਆ ਵੀ ਛੱਡ ਦੇਣ। ਹਾਂ, ਜੇ ਕੋਈ ਸੰਤ ਬੋਲਦਾ ਵੀ ਹੈ ਨਾ ਕਿਸੇ ਦੇ ਖਿਲਾਫ, ਇਹਦਾ ਮਤਲਬ ਇਹ ਨਹੀਂ ਕਿ ਨਿੰਦਿਆ ਕਰਨ ਦਿਆ, ਉਹ ਭਲਾ ਕਰਨ ਦਿਆ। ਉੱਥੇ ਇੱਕ ਚੀਜ਼ ਹੋਰ ਹੋ ਜਾਣੀ ਜੇ, ਉੱਥੇ ਨਿੰਦਿਆ ਨਹੀਂ ਹੈਗੀ। ਬਿਲਕੁਲ ਸਹੀ ਗੱਲ ਹੈ, ਉੱਥੇ ਸੱਚ ਨੂੰ ਪ੍ਰਗਟ ਕਰਨਾ ਹੁੰਦਾ, ਇਹ ਚੀਜ਼ ਨੂੰ ਆਪਾਂ ਸਮਝਣਾ ਹੈ।
ਸੋ ਆਪਣੇ ਕੋ ਪ੍ਰਮਾਤਮਾ ਨੇ ਬੁੱਧੀ ਦਿੱਤੀ, ਇੱਥੇ ਕੀੜੀ ਨੇ ਦਿੱਤੀ, ਕੀੜੀ ਨੂੰ ਉਹਨੂੰ ਪਤਾ ਮੈਂ ਕੀ ਖਾਣਾ ਕੀ ਪੀਣਾ, ਤੇ ਫਿਰ ਆਪਾਂ ਕਿਉਂ ਗਲਤ ਚੀਜ਼ ਖਾਂਦੇ ਹਾਂ। ਔਰ ਖਾਸ ਕਰਕੇ ਇਹਨਾਂ ਠੱਗਾਂ ਤੋਂ ਦੂਰ ਰਹੀਏ ਜਿਹੜੇ ਬਾਹਰ ਹੀ ਆਪਣੇ ਆਪ ਨੂੰ ਪੋਲਿਸ਼ ਕਰਕੇ ਬੈਠੇ ਆ, ਕਿਉਂਕਿ ਇਹਨਾਂ ਆਪ ਵੀ ਤੇ ਡੁੱਬਣਾ ਨਾਲ ਦੂਜਿਆਂ ਨੂੰ ਵੀ ਡੋਬ ਦੇਣਾ। ਤੇ ਪ੍ਰਮਾਤਮਾ ਕੋਲੋਂ ਜਿਹੜਾ ਬੰਦਾ ਵੀ ਜਾਣਾ ਚਾਹੁੰਦਾ ਉਹਨੂੰ ਇਕੱਲੇ ਨੂੰ ਜਾਣਾ ਪਊਗਾ, ਇਹੋ ਸੱਚ ਆ। ਕਿਸੇ ਦੀ ਲੋੜ ਨਹੀਂ ਤੁਹਾਨੂੰ, ਕਿਸੇ ਏਜੰਟ ਦੀ ਲੋੜ ਨਹੀਂ, ਤੁਸੀਂ ਡਾਇਰੈਕਟ ਜਾਣਾ। ਔਰ ਇਹੋ ਚਾਹੁੰਦਾ ਹੈ ਪ੍ਰਮਾਤਮਾ। ਅਜੇ ਤੱਕ ਕੋਈ ਪ੍ਰਮਾਤਮਾ ਕੋ ਜਾ ਨਹੀਂ ਸਕਿਆ, ਬੰਦਾ ਖੁਦ ਹੀ ਗਿਆ, ਔਰ ਉਹੀ ਗਿਆ ਜਿਹਨੇ ਇੱਛਾ ਜ਼ਾਹਿਰ ਕੀਤੀ ਹੈ। ਜਿਹੜਾ ਫੁੱਲੀਆਂ ਛੱਡਣ ਲਈ ਤਿਆਰ ਹੈ ਹੱਥ ਖੜਾ ਕਰ ਦਿੰਦਾ, ਤੁਹਾਡੇ ਕੋਲ ਗਿਆਨ ਆਪੇ ਪਹੁੰਚ ਜਾਏਗਾ। ਔਰ ਗਿਆਨ ਮਿਲਿਆ ਫਿਰ ਵੀ ਤੁਸੀਂ ਉਸ ਰਸਤੇ ਤੇ ਨਹੀਂ ਚੱਲੇ ਤਾਂ ਵੀ ਪ੍ਰਮਾਤਮਾ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਠੀਕ ਹੈ ਨਾ ਜੀ ਸਾਹਿਬ? ਬਹੁਤ ਵਧੀਆ ਜੀ ਗੋਰਕੀ ਸਾਹਿਬ, ਬਹੁਤ ਵਧੀਆ। ਅੱਜ ਤਾਂ ਕਮਾਲ ਕੀਤੀ ਹੈ ਮਾਲਕ ਨੇ, ਮਿਹਰ ਕਰਕੇ ਇਸ ਤਰ੍ਹਾਂ ਹੀ ਹਾਂ ਇਹ ਭਰਮ, ਇਹ ਭਰਮ ਨੂੰ ਦੂਰ ਕਰਨਾ ਹੈ। ਭਰਮ ਹੀ ਦੂਰ ਹੋ ਗਿਆ ਤੇ ਬੂਹਾ ਖੋਲਣਾ ਚਾਹੁੰਦੀ ਹੈ ਬਾਣੀ। ਉਹ ਕਹਿੰਦਾ ਬਾਰੀ ਖੋਲ, ਬਾਰੀ ਖੋਲ ਕੇ ਬਾਹਰ ਸੂਰਜ ਵੇਖ ਲੈ। ਐਵੇਂ ਲੋਕਾਂ ਦੇ ਨਕਲੀ ਸੂਰਜ ਨਾ ਵੇਖੀ ਜਾ, ਜਿਹੜੇ ਤੈਨੂੰ ਦਿਖਾਉਂਦੇ ਅਸਲ ਚ ਨਹੀਂ ਹੈਗੇ, ਝੂਠ ਹੀ ਫਰੇਬ ਹੀ ਮਾਇਆ ਹੈਗਾ ਜੀ। ਜੇ ਸੱਚ ਹੋਵੇ ਤੇ ਬਾਣੀ ਵਾਂਗੂ ਤੁਹਾਡੇ ਅੰਦਰ ਅਵਸਥਾ ਨਾ ਬਣੇ। ਉਹ ਕਹਿੰਦੇ ਬਾਣੀ ਤੇ ਕਹਿੰਦੀ ਜੇ ਅਵਸਥਾ ਤੁਹਾਡੇ ਅੰਦਰ ਨਹੀਂ ਬਣ ਰਹੀ ਤੇ ਕੁਛ ਤੇ ਗੜਬੜਿਆ ਨਾ। ਬਿਲਕੁਲ ਫਸਲ ਕਿੱਧਰ ਜਾਂਦੀ ਹੈ? 25-30 ਸਾਲ ਦੀ ਫਸਲ ਬੀਜ ਜਾਂਦੀ ਹੈ, ਕਿੱਥੇ ਕਣਕ ਝੋਨਾ 6 ਮਹੀਨਿਆਂ ਬਾਅਦ ਤੁਸੀਂ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਜੋ ਫਸਲ ਨਹੀਂ ਉੱਗੀ, ਫਸਲ ਨਹੀਂ ਉੱਗੀ। ਇਹ ਫਸਲ ਕਦੋਂ ਪੁੱਛਣਾ ਹੈ ਤੁਸੀਂ ਉਹਨਾਂ ਤੋਂ? ਸਾਡੀ ਫਸਲ ਕਿੱਥੇ ਆ? ਜੇ 25-30 ਸਾਲ ਦੀ ਮੈਂ ਬੀਜਣ ਦੀ, ਕਿੱਥੇ ਕਮਾਈ ਉਹਦੀ? ਸਵੇਰ ਦਾ ਕੰਮ ਕੀਤਾ ਹੋਵੇ 600-700 ਰੁਪਏ, ਤੁਸੀਂ ਦੁਕਾਨ ਤੇ ਜਾ ਕੇ ਕਹਿੰਦੇ ਭਾਈ ਮਜ਼ਦੂਰੀ ਸਾਡੇ ਹੱਥ ਤੇ ਰੱਖ। ਤੇ ਆ ਜਿਹੜੇ ਗੁਣ ਤੁਹਾਡੇ ਚ ਪੈਦਾ ਹੋਣੇ ਚਾਹੀਦੇ, ਜੇ ਨਹੀਂ ਹੋ ਰਹੇ ਤੇ ਕੁਝ ਤੇ ਗੜਬੜਿਆ ਨਾ। ਬਿਲਕੁਲ ਇਹ ਤਾਂ ਮਤਲਬ ਕਿ ਬੰਦਾ ਬਾਹਰੀ ਉਹਨੇ ਆਪਣੇ ਬਦਲਿਆ, ਉਹ ਠੱਗ ਹੈਗਾ ਹੈ, ਪਖੰਡੀ। ਉਹਨੇ ਉਹ ਇਸ ਕਰਕੇ ਤੁਹਾਨੂੰ ਨਕਲੀ ਚੀਜ਼ ਦੇ ਰਿਹਾ, ਤੁਸੀਂ ਵੀ ਉਸ ਚੀਜ਼ ਨੂੰ ਨਕਲੀ ਲਿਆ ਕੇ ਬੈਠੇ ਜੋ ਕਰੇ ਕਿ ਹਾਂ ਮੇਰੇ ਕੋਲ ਰਤਨ ਹੈ, ਪਰ ਰਤਨ ਦੀ ਕੀਮਤ ਕੋਈ ਨਹੀਂ। ਪ੍ਰਮਾਤਮਾ ਦੇ ਘਰ ਅਸਲੀ ਰਤਨ ਚਾਹੀਦਾ ਹੈ, ਨਕਲੀ ਤੇ ਚੁੱਕ ਕੇ ਬਾਹਰ ਮਾਰ ਦਿਓ। ਤੇ ਕੋਸ਼ਿਸ਼ ਕਰਿਆ ਕਰੋ ਗਿਆਨ ਆਪਣਾ ਲਓ, ਬਗਾਨਾ ਗਿਆਨ ਤੇ ਕਿਸੇ ਕੰਮ ਦਾ ਨਹੀਂ। ਉਹਨੂੰ ਸੁੱਟ ਦਿਓ, ਉਹਨੂੰ ਬੈਗ ਨੂੰ। ਉਹ ਬੜਾ ਸੋਹਣਾ ਬੈਗ ਹੈ ਨਾ ਜਿੱਥੇ ਮੱਖਣ ਜੀ ਲੱਗੀ ਹੈ, ਉਹ ਕੁਛ ਵੀ ਨਹੀਂ ਹੈਗਾ ਉਹਦੇ ਅੰਦਰ। ਉਹਨੂੰ ਸੁੱਟ ਤੋਂ ਪਰੇ, ਆਪਣਾ ਖਾਲੀ ਹੋ ਜਾਓ ਚੰਗਾ। ਕਮ ਸੇ ਕਮ ਪਤਾ ਤਾਂ ਲੱਗ ਜਾਏ ਨਾ ਕਿ ਮੇਰੇ ਕੋਲ ਨਹੀਂ ਹੈਗਾ। ਇਹ ਵੀ ਕਹਿਣਾ ਔਖਾ ਜੈਸਾ ਕਿ ਮੇਰੇ ਕੋਲ ਨਹੀਂ ਹੈਗਾ, ਮੇਰੇ ਪਿਤਾ ਮੈਨੂੰ ਦੇ ਦੇ। ਪ੍ਰਮਾਤਮਾ ਇਹ ਕਹਿੰਦਾ ਪਿਆ ਜੋ ਯਾਰ ਤੇਰੇ ਕੋਲ ਹੈਗਾ, ਇਹਨੂੰ ਸੁੱਟ ਦੇ। ਕਿਉਂਕਿ ਤੇਰੇ ਹੱਥਾਂ ਚੋਂ ਫੜਿਆ, ਮੈਂ ਤੈਨੂੰ ਦੂਜਾ ਫੜਾਉਂਗਾ, ਤੂੰ ਫੜਨਾ ਹੀ ਨਹੀਂ। ਇਹਨੂੰ ਸੁੱਟ ਦਿਓ, ਖਾਲੀ ਹੋ ਜਾਓ, ਚੰਗੇ ਰਹੋ। ਚਾਰ ਇੱਥੇ ਸਮਾਪਤ ਕਰੀਏ। ਹਾਂਜੀ ਗੋਰਖ ਸਾਹਿਬ ਬਹੁਤ ਵਧੀਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ, ਉਪਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਮਾਲਿਕ। ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ। ਇਹ ਮੇਰੇ ਪਿਤਾ ਦੇ ਨਿਰੋਗਤਾ ਬਖਸ਼ਣੀ, ਨਾਮਦਾਨ ਬਖਸ਼ਣਾ। ਮੇਰੇ ਪਿਤਾ ਸੀ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ। ਆਪ ਮਿਹਰ ਕਰੋ ਮੇਰੇ ਮਾਲਿਕ, ਸਾਨੂੰ ਸਮੱਤ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਇੱਕ ਨਾ ਪਲੀਜ਼ ਮੈਂ ਮਾਫ ਕਰਨਾ ਵਿੱਚ ਬੋਲ ਪਿਆ। ਮੈਨੂੰ ਨਾ ਇੱਕ ਕੱਲ ਜਿਹੜੇ ਹੈਗੇ ਨਾ ਇੱਕ ਕੈਂਸਰ ਦੇ ਨਾਲ ਜਿਹੜਾ ਹੈਗਾ ਇੱਕ ਮੁਸਲਮਾਨ ਜਿਹੜੇ ਹੈਗੇ ਬਹੁਤ ਹੀ ਚੰਗੇ ਸੁਭਾਅ ਵਾਲੇ ਔਰ ਚੰਗੇ ਜਿਹੜੇ ਹੈਗੇ, ਉਹਨਾਂ ਦੀ ਅਰਦਾਸ ਕਰਨੀ ਹੈ। ਇੱਕ ਮੇਰੇ ਮਿੱਤਰ ਸੀਗੇ ਉਹ ਜਿਹੜੇ ਹੈਗੇ ਬਸ਼ੀਰ ਅਹਿਮਦ ਸਿੱਦਕੀ, ਤੇ ਇੱਕ ਹੋਰ ਹੈਗੇ ਆ। ਇਹਨਾਂ ਦੋਨਾਂ ਦੀ ਜਿਹੜੀ ਹੈ ਪਲੀਜ਼ ਜਿਹੜਾ ਹੈਗੇ ਉਹ ਆਪਾਂ ਜਿਹੜੇ ਹੈਗੇ ਇਹਨਾਂ ਦੀ ਅਰਦਾਸ ਕਰ ਦਿਓ ਪਲੀਜ਼। ਤੇ ਯੂਸੁਫ ਹੈਗਾ ਉਹਦਾ ਇੱਕ ਬਸ਼ੀਰ, ਅੱਛਾ ਯੂਸੁਫ ਹੈ ਤੇ ਇੱਕ ਬਸ਼ੀਰ ਅਹਿਮਦ ਹੈ। ਹਾਂਜੀ ਇੱਕ ਬਸ਼ੀਰ ਅਹਿਮਦ ਹੈਗੇ ਜੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਪਰਮਾਤਮਾ ਦਾ ਕਿਹੜਾ, ਸਾਡਾ ਕਿਹੜਾ ਟੈਕਸ ਆਉਂਦੇ ਆ, ਆਪੇ ਪਰਮਾਤਮਾ ਜਾਣੇ। ਹਾਂਜੀ ਕੋਈ ਗੱਲ ਨਹੀਂ। ਹਾਂਜੀ ਮੈਂ ਅਰਦਾਸ ਦੁਬਾਰਾ ਕਰ ਦਿੰਦਾ। ਹਾਂਜੀ ਦੋਨੋਂ ਰਿਕਾਰਡਿੰਗ ਭੇਜ ਦਿਓ ਉਹਨਾਂ ਨੂੰ, ਕਾਫੀ ਹੀਲ ਹੋ ਜਾਓ। ਹਾਂ ਨਹੀਂ ਉਹ ਹੈ ਨਹੀਂ ਗੇ ਵੀਰ ਜੀ, ਖਾਲੀ ਉਹ ਕੱਲ ਹੀ ਡੈਥ ਹੋ ਗਈ ਉਹਦੀ। ਨਹੀਂ ਮੈਂ ਹਾਂਜੀ ਉਹਦੇ ਪਰਿਵਾਰ ਨੂੰ। ਉਹਨਾਂ ਨੂੰ ਕੀ ਕਹਿਣਾ ਨਾ? ਬਸ ਉਹਨਾਂ ਨੂੰ ਬਈ ਉਹਨਾਂ ਦੇ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਚੰਗੀ ਉਹ ਦੇ ਜਿਹੜੀ ਹੈ ਸਰੀਰ ਦੇ ਦੁਬਾਰਾ। ਠੀਕ ਹੈ ਹਾਂਜੀ ਠੀਕ ਹੈ, ਕਰ ਦਿੰਦੇ ਸੰਗਤ ਜੀ।